ਰੋਜ਼ਾਨਾ ਲੋਕਨਾਦ ਟੀਵੀ ਦੇਖ ਰਹੇ ਹੋ ਤੁਸੀਂ ਤੇ ਮੈਂ ਹਾਂ ਸੁਖਵਿੰਦਰ ਸਿੰਘ ਸਿੱਧੂ। ਪ੍ਰੋਗਰਾਮ ਦੇ ਵਿੱਚ ਲੈ ਕੇ ਹਾਜ਼ਰ ਹਾਂ ਅਸੀਂ ਇੱਕ ਖਾਸ ਮਹਿਮਾਨ, ਭਾਰਤ ਦੀ ਸਿਆਸਤ ਦਾ ਵੱਡਾ ਨਾਮ, ਵੱਡਾ ਚਿਹਰਾ ਸਰਦਾਰ ਨਵਜੋਤ ਸਿੰਘ ਸਿੱਧੂ। ਉਹਨਾਂ ਨਾਲ ਗੱਲਬਾਤ ਕਰਾਂਗੇ, ਪੰਜਾਬ ਦੇ ਹਰ ਮੁੱਦੇ ਤੇ, ਪੰਜਾਬ ਦੀ ਸਿਆਸਤ ਤੇ ਹਰ ਸਵਾਲ ਕਰਾਂਗੇ ਤੇ ਇੱਕ ਸਵਾਲ ਦਾ हर तरीके ਨਾਲ जवाब लैण की कोशिश करांगे। मेरे नाल मेरे सीनियर सहयोगी प्रोफैसर मनजीत सिंह अणखी भी जुड़े हुए हैं। तो सब तो पहला सिद्धू साहब का करते हैं स्वागत, तो बाद करते हैं प्रोग्राम की शुरुआत। सिद्धू साहब स्वागत है प्रोग्राम। बहुत बहुत धन्यवाद। मैं एक इजहार करना चाहना, अणखी साहब बैठे, छोटे भाई तू भी बैठा। वेखो, अनमोल तो अनमोल हीरे नूं अपना मोल नहीं पता, पर जौहरी नूं पता। सो मैंने टेलीविजन करते बहुत देर हो, वाकई हीरियां वर्गे लोग यार। मैं तेन सीरीयसली कह रहा कि मैं थोड़ा प्रोग्राम बड़े चाह नाल देख, जिथे सच का बोलबाला होवे उत्थे हमेशा ऑडियंस होएगी। बिल्कुल। ਆਪਾਂ ਜਿਹੜਾ ਅਣਖੀ ਸਾਹਿਬ ਤੋਂ ਵੀ ਆਪਾਂ ਸਵਾਲ ਲੈਣੇ ਆ, ਪਰ ਪਹਿਲਾਂ ਮੈਂ ਤੁਹਾਨੂੰ ਦੱਸ ਦਵਾਂ ਕਿ ਅੱਜ ਤੁਹਾਡੀਆਂ ਇੰਟਰਵਿਊਜ਼ ਕਾਫੀ ਹੋ ਗਈਆਂ, ਕਾਫੀ ਸਾਡੇ ਤੋਂ ਸੀਨੀਅਰ ਪੱਤਰਕਾਰ ਵੀ ਆ ਕੇ ਤੁਹਾਡੀਆਂ ਇੰਟਰਵਿਊਜ਼ ਲੈ ਗਏ। ਪੱਤਰਕਾਰ ਦੇ ਤੌਰ ਤੇ ਉਹ ਬਹੁਤ ਸਾਰੇ ਤੁਹਾਨੂੰ ਸਵਾਲ ਪੁੱਛ ਗਏ ਆ, ਪਰ ਅਸੀਂ ਇੱਕ ਵੱਖਰੀ ਇੰਟਰਵਿਊ ਕਰਨ ਦੀ ਕੋਸ਼ਿਸ਼ ਕਰਾਂਗੇ, ਕਿਉਂਕਿ ਅਸੀਂ ਆਮ ਲੋਕਾਂ ਦੀ ਤਰ੍ਹਾਂ ਆਏ ਆ, ਕਿਉਂਕਿ ਆਮ ਲੋਕ ਤੁਹਾਨੂੰ ਬਹੁਤ ਪਿਆਰ ਕਰਦੇ ਆ। ਹਰ ਬੰਦਾ ਤੁਹਾਨੂੰ ਨਹੀਂ ਮਿਲ ਸਕਦਾ ਤੇ ਨਾ ਹੀ ਹਲੇ ਕਦੇ ਮਿਲਿਆ ਹੋਊਗਾ, ਉਹਨਾਂ ਦੇ ਸਵਾਲ ਅਸੀਂ ਲੈ ਕੇ ਆਏ ਆ। ਜ਼ਰੂਰ, ਉਹ ਮੇਰੇ ਲਈ ਰੱਬ ਨੇ ਜੀ। मैं पंजाब के हर वसनीक दे विच गुरु रामदास पातशाह दे, और मैं ये कोई एहसान नहीं कर रहा, मैं अपने ते एहसान करता हूँ। जे मैं उन्हां दी सच्ची सेवा करदा, मेरियां 21 पुश्तां तरदियां, इस करके मैं अमृतसर च कई बार तुरे जाते हैं ना बजुर्ग, तो मैं उन्हां दी जुत्ती दे थल्ले जिहड़ी मिट्टी हुंदी है उहनूं साफे ते हल्का जिहा धर लैना। ये एहसास, ये भावना देवता ना काठ की मूर्ति च ना मिट्टी की भावना च विद्यमान है। तो उन्होंने प्रति मेरी भावना सवाल कर, मैं देख निजी कोई मेरे ते वार करे, मैं कदे उहदा उत्तर दिना कदे नहीं दिंदा। हक है उन्होंने, हक ने वो सवाल पुछण जो मर्जी करन। तो उन्होंने जे उन्होंने आवाज़ बन के तुसीं मेरे तो सवाल पुछोगे, मैं क्या छोटे भाई पुछ। सवाल सिद्धू साहब यही है कि कुछ दिन पहला मैडम सिद्धू की इंटरव्यू हुई सी, ਉਹਦੇ ਵਿੱਚ ਉਹਨਾਂ ਨੇ ਇਹ ਗੱਲ ਕਹੀ ਸੀ ਕਿ ਨਵਜੋਤ ਸਿੰਘ ਸਿੱਧੂ ਇਸ ਕਰਕੇ ਚੁੱਪ ਨੇ ਕਿ ਸਾਨੂੰ ਹਾਈ ਕਮਾਨ ਨੇ ਕਿਹਾ ਚੁੱਪ ਰਹਿਣ ਲਈ। ਤੁਸੀਂ ਪਹਿਲਾਂ ਟਵੀਟ ਕਰਦੇ ਰਹੇ ਤੇ ਫਿਰ ਚੁੱਪੀ ਵੀ ਸਾਦੀ ਰੱਖੀ ਹੈ। ਹੁਣ ਅਚਾਨਕ ਜਿਹੜੀ ਚੁੱਪੀ ਤੁਸੀਂ ਤੋੜੀ ਹੈ, ਹਾਈ ਕਮਾਨ ਦੇ ਕਹਿਣ ਤੇ ਤੋੜੀ ਹੈ ਜਾਂ ਫਿਰ ਆਪਣੇ ਵੱਲ? ਜਦੋਂ ਸੰਵਿਧਾਨ ਦੇ ਜਜ਼ਬੇ ਨੂੰ ਸੱਟ ਵੱਜਦੀ ਹੈ ਨਾ ਜੀ, ਤੇ ਮੇਰੀ ਰੂਹ ਨੂੰ ਸੱਟ ਵੱਜਦੀ ਜੀ, ਕਿਉਂਕਿ ਇਹ ਸਮਝਣਾ ਚਾਹੀਦਾ ਆਮ ਲੋਕਾਂ ਨੂੰ ਜਜ਼ਬਾ ਕੀ ਹੈ ਭਾਈ। ਜੀ, ਲੋਕਾਂ ਦੀ ਤਾਕਤ ਲੋਕਾਂ ਦੇ ਵਾਸਤੇ ਇਹ ਜਜ਼ਬਾ ਹੈ। ਤੇ ਮੈਨੂੰ ਇੱਕ ਗੱਲ ਦੱਸ, ਜਦੋਂ ਤੁਸੀਂ ਨੌਕਰੀਆਂ ਦਿਓਗੇ ਵਿਧਾਇਕਾਂ ਦੇ ਮੁੰਡਿਆਂ ਨੂੰ, ਉਹ ਲੋਕਾਂ ਦੀ ਤਾਕਤ ਫਿਰ ਲੋਕਾਂ ਲਈ ਵਰਤ ਰਹੇ ਹੋ। ਜਿਹੜਾ ਕਤਾਰ 'ਚ ਅਖੀਰ ਦੇ ਵਿੱਚ ਖੜਾ ਹੈ, ਮਜ਼ਲੂਮ, ਜ਼ਰੂਰਤਮੰਦ, ਜਿਹਦੇ ਘਰ 'ਚ ਕੋਈ ਕਮਾਉਣ ਵਾਲਾ ਨਹੀਂ, ਉਹਦੇ ਲਈ ਇਹ ਤਾਕਤ ਹੋਣੀ ਚਾਹੀਦੀ ਹੈ। ਜਾਂ ਜਿਹੜਾ ਪ੍ਰਿਵਿਲੇਜ ਕਲਾਸ ਹੈ, ਕਰੋੜਾਂ ਰੁਪਏ ਦੀ ਜਾਇਦਾਦ ਵਾਲਾ, ਜਿਹਦੇ ਕੋਲ ਪਹਿਲਾਂ ਹੀ ਸਾਰਾ ਕੁਝ ਹੈ, ਉਹਨੂੰ ਦਿਓਗੇ। ਇਹ ਅਗਰ ਮੈਂ ਇਹਦੇ ਤੇ ਬੋਲਦਾ ਨਾ, ਮੈਂ ਸੌਂਦਾ ਨਹੀਂ ਸੀਗਾ। ਇਹੀ ਹੋਣਾ ਚਾਹੀਦਾ ਹੈ ਕਿ ਤੁਸੀਂ ਲੋਕਾਂ ਨੂੰ ਤਾਂ ਜਵਾਬਦੇਹੀ ਹੋ, ਪਰ ਸਭ ਤੋਂ ਵੱਧ ਜਵਾਬਦੇਹੀ ਇੱਥੇ ਤੁਹਾਡੇ ਅੰਦਰ। ਗੁਰੂ ਸਾਹਿਬ ਕਹਿੰਦੇ ਜੋ ਬ੍ਰਹਮੰਡੇ ਸੋਈ ਪਿੰਡੇ, ਜੋ ਖੋਜੇ ਸੋ ਪਾਵੇ। ਇਹਨੂੰ ਜਵਾਬਦੇਹੀ ਹੋ ਨਾ, ਇਸ ਕੌਨਸ਼ੀਅੰਸ ਨੂੰ। ਇਹ ਅ ਗੁੱਡ ਕੌਨਸ਼ੀਅੰਸ ਇਜ਼ ਦ ਬੈਸਟ ਟ੍ਰੈਂਕੁਲਾਈਜ਼ਰ ਦੈਟ ਯੂ ਕੈਨ ਹੈਵ। ਜੇ ਮੈਂ ਇਹਨੂੰ ਜਵਾਬਦੇਹੀ ਨਾ ਹੋਣਾ, ਫਿਰ ਇਸ ਕਰਕੇ ਮੈਂ ਉਦੋਂ ਬੋਲਿਆ ਜਦੋਂ ਮੈਨੂੰ ਲੱਗਿਆ ਕਿ ਇਹ ਸਿਸਟਮ ਦਾ ਬਹੁਤ ਅਹਿਮ ਹਿੱਸਾ। ਔਰ ਮੈਨੂੰ ਇਹ ਵੀ ਲੱਗਿਆ ਵੀ ਇਹ ਹੈਂਡਓਵਰ ਚੱਲਣ ਡਿਆ, ਉਲੰਘਣਾ ਤਾਂ ਨਹੀਂ ਹੋਊ ਕਿਤੇ ਉਹਨਾਂ ਦੇ। ਮੈਂ ਕਿਹਾ ਤੂੰ ਮੇਰੀ ਗੱਲ ਨੂੰ ਸੁਣਨਾ ਯਾਰ, ਇਹ ਕੀ ਹੋ ਰਿਹਾ ਮੈਨੂੰ ਦੱਸਣਾ। ਕਿ ਮਤਲਬ ਇੱਕ ਐਡੀ ਸਿਆਣੇ ਲੋਕ ਹੈ 400 ਦੀ ਵੈਕਸੀਨ ਅਨਾਉਂਸ ਕਰਕੇ 1600 ਦੀ ਕਿਵੇਂ ਵੇਚਣਗੇ ਪੈਂਡੈਮਿਕ 'ਚ? ਬਿਲਕੁਲ ਹੈ, ਮੈਨੂੰ ਤਾਂ ਫ੍ਰੀ ਹੋਣੀ ਚਾਹੀਦੀ ਗੱਲ। ਸਮਝ, ਮਿਨਿਸਟਰ ਨੂੰ ਪਤਾ ਨਾ ਹੋਵੇ ਔਰ ਕੋਈ ਅਫਸਰ ਉਹਨੂੰ ਟਵੀਟ ਕਰਕੇ ਦੱਸੇ ਦੁਨੀਆ ਨੂੰ। ਬਿਲਕੁਲ ਹੈ, ਇਹ ਕੀ ਹੋ ਰਿਹਾ? ਇਹ ਵੀ ਸੱਟ ਮਾਰੋ ਹੈ, ਕੋਈ ਕਾਸਟਿਸ ਰਿਮਾਰਕ ਆ ਜਾਂਦਾ, ਸੈਕੂਲਰ ਵਿਚਾਰਧਾਰਾ ਦੇ ਖਿਲਾਫ ਹੈ ਇਹ ਕਾਂਗਰਸ। ਮੇਰਾ ਤਾਂ ਕਿਸੇ ਨਾਲ ਨਹੀਂ ਜੀ ਕੋਈ ਉਹ ਹੈ ਹੀ ਨਹੀਂ, ਲੇਕਿਨ ਇਹ ਕਿਉਂ ਹੋ ਰਿਹਾ ਮਿੱਤਰਾ? ਇਹ ਕਾਹਦੇ ਲਈ ਹੋ ਰਿਹਾ? ਇਹ ਵਾਰੀਆਂ ਖੇਡਣ ਲਈ ਹੋ ਰਿਹਾ। ਸਿੱਧੂ ਸਾਹਿਬ, ਤੁਸੀਂ ਆਪਣੀ ਇਸ ਗੱਲਬਾਤ ਦੌਰਾਨ ਦੋ ਸ਼ਬਦ ਵਰਤੇ, ਇੱਕ ਸੈਕੂਲਰ, ਇੱਕ ਜਿਹੜਾ ਚੁੱਪ ਰਹਿਣ ਦਾ ਜਿਹੜਾ ਕਾਰਨ ਸੀ, ਉਹ ਸਿੱਧੂ ਸਾਹਿਬ ਨੇ ਜਿਸ ਤਰ੍ਹਾਂ ਗੱਲ ਕੀਤੀ, ਤੁਸੀਂ ਉਹਦਾ ਜਵਾਬ ਦੇ ਦਿੱਤਾ। ਉਹ ਅਨੁਸ਼ਾਸਨ 'ਚ ਬਿਲਕੁਲ ਬਣਿਆ ਰਹਿਣਾ ਸੀ ਜੀ। 3 ਸਾਲ ਸਰ ਤੁਸੀਂ ਘਰ ਬੈਠੇ ਰਹੇ ਜਾਂ ਤੁਹਾਨੂੰ ਬਿਠਾ ਦਿੱਤਾ ਗਿਆ ਪੂਰਨ ਤੌਰ ਤੇ ਚੁੱਪ ਕਰਕੇ? 3 ਸਾਲ
ਇਹ ਆਪਾਂ ਮੈਂ ਬੈਠਾ ਰਿਹਾ ਮਤਲਬ 2.5 ਸਾਲ ਤੇ ਉਦੋਂ 1.5 ਸਾਲ। 1.5 ਸਾਲ ਤੁਸੀਂ ਬਿਲਕੁਲ ਨਹੀਂ ਬੋਲੇ, ਔਰ ਲੋਕਾਂ ਦਾ, ਅਖਬਾਰਾਂ ਦਾ, ਮੀਡੀਆ ਚੈਨਲ ਦਾ, ਸਾਰਿਆਂ ਦਾ ਧਿਆਨ ਜਿਹੜਾ ਹਮੇਸ਼ਾ ਤੁਹਾਡੇ ਵੱਲ ਰਿਹਾ ਕਿ ਸਿੱਧੂ ਸਾਹਿਬ ਅੱਜ ਬੋਲਣਗੇ। ਪਰ ਉਸ 1.25 ਸਾਲ ਦੇ ਵਕਫੇ ਦੌਰਾਨ ਵੀ ਬਹੁਤ ਕੁਝ ਹੋਇਆ, ਪਰ ਉਦੋਂ ਵੀ ਇਹੋ ਜਿਹੇ ਇਨਸੀਡੈਂਟ, ਇਹੋ ਜਿਹੇ ਹਾਲਾਤ ਬਣੇ ਜਿਨ੍ਹਾਂ ਦੇ ਹਾਲਾਤਾਂ ਦੇ ਵਿਰੋਧ 'ਚ ਤੁਸੀਂ ਅੱਜ ਉੱਭਰ ਕੇ ਸਾਹਮਣੇ ਆਏ, ਔਰ ਅੱਜ ਤੁਸੀਂ ਹਰ ਗੱਲ ਨੂੰ ਠੋਕ ਕੇ ਕਿਹਾ, ਵਜਾ ਕੇ ਕਿਹਾ। ਫਿਰ ਉਹ 1.5 ਸਾਲ ਦੇ ਵਕਫੇ ਦੌਰਾਨ ਕਿਉਂ ਨਹੀਂ ਬੋਲੇ? ਉਹਦਾ ਕੀ ਕਾਰਨ ਸੀ ਮੇਨ? ਉਹ ਦਰਸ਼ਕ ਬਹੁਤ ਜਾਣਨਾ ਚਾਹੁੰਦੇ ਨੇ, ਉਹ ਕਾਰਨ ਦੱਸੋ। ਕਮਾਲ ਦਾ ਸਵਾਲ ਪੁੱਛਿਆ, ਮੇਰਾ ਦਿਲ ਖੁਸ਼ ਕਰਤਾ ਅੱਜ ਤੁਸੀਂ, ਮਤਲਬ ਮੇਰੇ ਰੂਹ ਦੀ ਆਵਾਜ਼ ਤੁਸੀਂ, ਬਹੁਤ ਵਧੀਆ ਸਵਾਲ। ਵੇਖੋ ਅਣਖੀ ਸਾਹਿਬ, ਕਿ ਝੀਲ ਹੁੰਦੀ ਹੈ ਨਾ, ਅਜੇ ਕੋਈ ਟਾਈਮ ਹੈ ਮੈਂ ਗੱਲਾਂ ਕਰੂੰਗਾ। ਝੀਲ ਹੁੰਦੀ ਹੈ ਨਾ, ਉਹ 'ਚ ਹਲਕੇ ਹਲਕੇ ਰੋੜੇ ਮਾਰੀ ਜਾਓ, ਉਹ ਐਂ ਰਿਪਲ ਆਉਂਦੇ ਆ, ਮਿੱਟੀ ਉੱਠਣ ਲੱਗ ਜਾਂਦੀ ਹੈ, ਵੱਡਾ ਮਾਰੋ ਫਿਰ ਮਿੱਟੀ ਹੋਰ ਉੱਪਰ ਆਉਂਦੀ ਐ ਆਉਂਦੀਆਂ, ਵੱਡੇ ਵੱਡੇ ਰੋੜੇ ਮਾਰਨ ਲੱਗ ਜਾਓ, ਉਹ ਮਿੱਟੀ ਨਾਲ ਭਰ ਜਾਂਦੀ ਹੈ, ਕੁਛ ਨਹੀਂ, ਸਤਹ ਦਿਖਦੀ ਨਹੀਂ, ਉਹਨੂੰ ਸ਼ਾਂਤ ਰਹਿਣ 2-3 ਘੰਟੇ, ਉਹ ਮਿੱਟੀ ਠਾਂ ਦੇ ਥੱਲੇ ਪੈ ਜਾਂਦੀ। ਜਦੋਂ ਥੱਲੇ ਬੈਠੂਗੀ ਨਾ ਤੇ ਚੰਦਰਮਾ ਵੀ ਪੂਰਨਿਮਾ ਦਾ ਨਾ ਐਂ ਥੱਲੇ ਦਿਖਦਾ ਨਾ, ਜ਼ਿੰਦਗੀ ਭੱਜ ਕੇ ਨਹੀਂ ਮਿਲਦੀ, ਜ਼ਿੰਦਗੀ ਠਹਿਰ ਕੇ ਮਿਲਦੀ। ਉੱਤਰ ਵੀ ਹਿਸਾਬ ਗਣਿਤ ਦਾ ਜਿਹੜਾ ਕੋਈ ਉੱਤਰ ਮੈਥਮੈਟਿਕਸ ਦਾ ਸਮ ਹੋਵੇ ਨਾ, ਉਹਦੇ ਗਲਤ ਉੱਤਰ 1000 ਹੋ ਸਕਦੇ, ਪਰ ਸਹੀ ਉੱਤਰ ਇੱਕ ਹੀ ਹੁੰਦਾ। ਇਹ ਜਿਹੜਾ ਫੁੱਲ ਸਟਾਪ ਹੁੰਦਾ ਨਾ, ਭਾਸ਼ਾ ਇਹਦੇ ਬਿਨਾਂ ਚੱਲਦੀ ਨਹੀਂ। ਦੇਖਿਆ ਕਿਤੇ ਫੁੱਲ ਸਟਾਪ ਤੋਂ ਬਿਨਾਂ ਹਿੰਦੀ ਭਾਸ਼ਾ ਕੋਈ ਆ, ਇਹ ਫੁੱਲ ਸਟਾਪ ਬੰਦੇ ਦੀ ਜ਼ਿੰਦਗੀ ਜ਼ਰੂਰ ਹੋਣਾ ਚਾਹੀਦਾ। ਔਰ ਇਹ ਜਿਹੜੀ ਚੁੱਪ ਹੈ ਨਾ, ਇਹ ਬਹੁਤ ਬੋਲਦੀ ਹੈ, ਕਈ ਵਾਰ ਰੌਲਾ ਪਾਉਂਦੀ ਹੈ। ਇਹ ਮਤਲਬ ਐਡਾ ਵੱਡਾ ਪਾਵਰਫੁਲ ਵੈਪਨ ਹੈ, ਇਹ ਮੌਨ ਵਰਤ ਵੀ ਧਾਰ ਲੈਂਦੇ ਕਿ ਇਹ ਬੜਾ ਵੱਡਾ ਵੈਪਨ ਹੈ। ਇਹ ਗੱਲ ਨੂੰ ਯਾਦ ਰੱਖਣਾ। ਉਸ ਚੁੱਪੀ ਦੇ ਵਿੱਚ ਉਹ ਛੱਡਿਆ ਕਿਉਂ ਸੀ? ਮੈਂ ਮਿਨਿਸਟਰੀ ਕਿਉਂ ਛੱਡੀ ਸੀ? देखो ना, असूलों पे आँच आए तो टकराना ज़रूरी है, जिंदा हो तो जिंदा नज़र आना ज़रूरी है, क्योंकि फिर मनसूबा ही फेल हो जाता। जे असीं समझौता ही कर लेंदे, किरदार नाल समझौता कर लेंदे, जे असीं परिस्थितियां नाल समझौता कर लेंदे, फिर साडे किरदार ते विश्वास किद्दां रहिंदा। इस करके मैं निरंतर दिन रात चिंतन च सी, परमात्मा की आराधना सी, हर रोज़ उहनूं अरदासां करदा सी कि अच्छाई दा जरिया बना, तू सुप्रीम है, ਲੱਖਾਂ ਆਕਾਸ਼ ਲੱਖਾਂ ਬ੍ਰਹਮਾਂਡ ਕੋਈ ਟੱਕਰ ਨਹੀਂ ਵੱਜਦੀ ਕਿਸੇ ਨੂੰ, ਤੇਰੀ ਤਾਕਤ ਬਹੁਤ ਉੱਚੀ ਹੈ, ਇਸ ਸੂਬੇ ਦੇ ਲਈ ਕੋਈ ਜ਼ਰੀਆ ਬਣਾ ਦੇ ਅੱਛਾਈ ਦਾ। ਉਸ ਚਿੰਤਨ ਚੋਂ, ਉਸ ਮੰਥਨ ਚੋਂ ਮਧਾਣੀ ਮਾਰੋ, ਪਾਣੀ ਚੋਂ ਕੱਖ ਨਹੀਂ ਨਿਕਲਦਾ, ਤੇ ਮਧਾਣੀ ਦੁੱਧ ਦੇ ਵਿੱਚ ਛਰ ਕਰ ਮਾਰਿਆ ਐ ਮੱਖਣ ਆਉਂਦਾ ਠਾਂ ਕਰਦਾ ਉੱਤੇ। ਉਸ ਚਿੰਤਨ ਦੇ ਵਿੱਚੋਂ, ਉਸ ਮੰਥਨ ਦੇ ਵਿੱਚੋਂ ਅਣਖੀ ਸਾਹਿਬ ਪੰਜਾਬ ਦੀਆਂ ਪ੍ਰੋਬਲਮਾਂ, ਉਹਨਾਂ ਦੇ ਸੋਲਿਊਸ਼ਨ, ਇਹ ਹੱਲ, ਇਹ ਨਿਸ਼ਕਰਸ਼ ਪੂਰਾ ਨਿਕਲਿਆ ਕਿ ਪੰਜਾਬ ਨੂੰ ਕੋਈ ਗੁਜਰਾਤ ਮਾਡਲ ਦੀ ਲੋੜ ਨਹੀਂ, ਪੰਜਾਬ ਨੂੰ ਕੋਈ ਦਿੱਲੀ ਵਾਲੇ ਮਾਡਲ ਦੀ ਲੋੜ ਨਹੀਂ ਹੈ, ਪੰਜਾਬ ਨੂੰ ਪੰਜਾਬ ਮਾਡਲ ਚਾਹੀਦਾ, ਪੰਜਾਬ ਮਾਡਲ। ਔਰ ਇਹ ਨਹੀਂ ਵੀ 500-700 ਵਾਅਦੇ ਮੈਨੀਫੈਸਟੋ 8 ਦਿਨ ਪੜ੍ਹੀ ਜਾਵੇ, ਬੰਦੇ ਨੂੰ ਸਮਝ ਨਾ ਬੋਲ ਕੀ ਰਿਹਾ ਹੈ। ਬਾਬੇ ਨਾਨਕ ਦੀ ਇੰਸਪੀਰੇਸ਼ਨ, ਤੇਰਾ ਇਹ ਕਹਿੰਦੇ ਆ, ਮੇਰੀਆਂ ਬੱਸਾਂ, ਮੇਰੇ ਹੋਟਲ, ਮੇਰਾ ਸਾਰਾ ਕੁਝ, ਸੋਨੇ ਦੀਆਂ ਰੋਟੀਆਂ ਖਾਣੀਆਂ ਹੈ, ਭੁੱਖਾ ਰਾਜਦਾ ਹੈ, ਭੁੱਖੜ ਨਹੀਂ ਰਾਜਦਾ ਹੈ ਨਾ। ਇਹ ਜਿਹੜਾ ਮਾਡਲ ਹੈ, ਇਹ ਨਿਕਲਿਆ ਉਹਦੇ 'ਚ, ਇਹ ਮੰਥਨ 'ਚੋਂ, ਸਾਗਰ ਮੰਥਨ ਹੋਇਆ ਸੀ ਨਾ ਅਣਖੀ ਸਾਹਿਬ। ਨਹੀਂ, ਮੈਂ ਉਧਰ ਹੀ ਲੱਗਾ ਸੁਣ, ਉਹ ਸਾਗਰ ਮੰਥਨ ਤੱਕ ਕਰ ਲਿਆ ਤੁਸੀਂ, ਉਸ ਮੰਥਨ 'ਚ ਅੰਮ੍ਰਿਤ ਵੀ ਨਿਕਲਿਆ ਤੇ ਵਿਸ਼ ਵੀ ਨਿਕਲਿਆ, ਫਿਰ ਵਿਸ਼ ਕਿਹੜੇ ਹਿੱਸੇ ਗਿਆ? ਮੇਰੀ ਇੱਕ ਗੱਲ ਨੂੰ ਸੁਣੋ, ਬੜਾ ਸੋਹਣਾ ਸਵਾਲ ਤੁਸੀਂ, ਮਤਲਬ ਇਹ ਮੈਥੋਲੋਜੀ ਨਹੀਂ, ਇਹ ਹਕੀਕਤ ਹੈ। ਵੇਖੋ ਇੱਕ ਗੱਲ ਨੂੰ ਯਾਦ ਰੱਖਿਓ ਕਿ ਜਿਹੜਾ ਯੋਗ ਸਵਾਮੀ ਹੁੰਦਾ ਨਾ, ਜਿਹਦੇ ਕੋਲ ਕਾਬਲੀਅਤ ਹੁੰਦੀ ਹੈ, ਉਹਦੇ ਕੋਲ ਜੇ ਕੋਈ ਅਯੋਗ ਚੀਜ਼ ਵੀ ਆ ਜਾਏ, ਉਹ ਵੀ ਯੋਗ ਹੋਣ ਜਾਂਦੀ ਹੈ। ਕਿੱਦਾਂ? ਤੁਸੀਂ ਜਿਹੜਾ ਇਹ ਵਿਸ਼ ਦੀ ਗੱਲ ਕੀਤੀ ਹੈ, ਇਹ ਭਗਵਾਨ ਸ਼ੰਕਰ ਨਾਲ ਜੁੜਿਆ, ਠੀਕ ਹੈ। ਮਹਾਰਾਜ ਕਾਲਕੂਟ ਵਿਸ਼ ਨਿਕਲਿਆ, ਉਹਨਾਂ ਨੇ ਪੀਤਾ, ਵਿਸ਼ ਇੱਥੇ ਹੀ ਟੰਗਿਆ ਗਿਆ, ਔਰ ਉਹ ਨੀਲਕੰਠ ਕਹਿਲਾਏ। ਰਾਹੂ ਕੇਤੂ ਨੂੰ ਅੰਮ੍ਰਿਤ ਮਿਲਿਆ ਤੇ ਅੰਮ੍ਰਿਤ ਪੀ ਕੇ ਵੀ ਧੌਣ ਲਹਾਣੀ ਪਈ। ਵੇਖੋ, ਇਹ ਹੁੰਦਾ ਯੋਗ ਸਵਾਮੀ, ਕਿ ਵਿਸ਼ ਪੀ ਕੇ ਵੀ ਨੀਲਕੰਠ ਨਾਮ, ਤੇ ਅੰਮ੍ਰਿਤ ਪੀ ਕੇ ਵੀ ਧੌਣ ਲੈ ਗਈ। ਇਸ ਕਰਕੇ ਪੰਜਾਬ ਨੂੰ ਕੋਈ ਯੋਗ ਸਵਾਮੀ, ਕਾਬਲ ਸਵਾਮੀ ਚਾਹੀਦਾ ਹੈ, ਜਿਹੜਾ ਪੰਜਾਬ ਨੂੰ ਠੀਕ ਤਰੀਕੇ ਨਾਲ ਚਲਾ ਸਕੇ, ਨਿਸਵਾਰਥ ਹੋ ਕੇ ਚਲਾ ਸਕੇ। ਸਵਾਲ ਇਹੀ ਹੈ ਅਣਖੀ ਸਾਹਿਬ, ਬਾਹਰ ਲੋਕ ਜਿਹੜੇ ਨੇ, ਬਾਹਰ ਵਿਦੇਸ਼ਾਂ ਦੇ ਵਿੱਚ ਜਿਹੜੇ ਲੋਕ ਬੈਠੇ ਆ, ਉਹਨਾਂ ਦੀ ਇੱਕ ਜਨਰੇਸ਼ਨ, ਅੱਜ ਉਹਨਾਂ ਦੇ ਸਰੀਰ ਉੱਥੇ ਨੇ, ਆਤਮਾ ਇੱਥੇ ਹੈ, ਉਹਨਾਂ ਦੀ ਆਤਮਾ ਇੱਥੇ ਹੈ, ਉਹ ਇਹਨਾਂ ਗਲੀਆਂ 'ਚ ਖੇਡੇ ਆ,
ਉਹਨਾਂ ਦੇ ਜਵਾਕ ਵੱਡੇ ਹੋ ਗਏ, ਉਹਨਾਂ ਨੂੰ ਨਹੀਂ ਅਹਿਸਾਸ ਹੋਣਾ। ਮੈਂ ਤੁਹਾਨੂੰ ਫੇਰ ਕਹਿ ਰਿਹਾ, ਇਹ ਉਹਨਾਂ ਨੂੰ ਨਾਲ ਇਨਵੋਲਵ ਕਰਨ ਦੀ ਲੋੜ ਹੈ। ਗੱਲ ਨੂੰ ਸਮਝੋ ਕਿ ਇਹ ਜਦੋਂ ਤੁਸੀਂ ਇਹ ਨਾਲ ਤੁਸੀਂ ਇਨਵੋਲਵ ਕਰ ਲਓਗੇ ਤੇ ਇਸ ਕੋਈ ਅਗਰ ਯੋਗ ਸਵਾਮੀ ਤੁਹਾਨੂੰ ਕੋਈ ਮਿਲ ਗਿਆ ਜਿਹੜਾ ਲੋਕਾਂ ਦੀ ਚੋਇਸ ਹੋਵੇ, ਕਿਉਂਕਿ ਇਹ ਕਰਪਸ਼ਨ ਜਿਹੜੀ ਦੂਰ ਹੋਣੀ ਹੈ ਨਾ, ਇਹ ਉੱਤੋਂ ਦੂਰ ਹੋਣੀ ਹੈ। ਮੈਂ ਤੁਹਾਨੂੰ ਇੱਕ ਐਗਜ਼ਾਮਪਲ ਦੇਣਾ, ਲੀ ਵੌਨ ਕੂਲ। ਸਿੰਗਾਪੁਰ ਇੱਕ ਮੱਛੀ ਮਾਰਕੀਟ ਸੀ, ਤੁਹਾਨੂੰ ਪਤਾ ਹੈ। ਮਲੇਸ਼ੀਆ ਤੋਂ ਟੁੱਟ ਕੇ ਮਲੇਸ਼ੀਆ ਨੇ ਕਿਹਾ ਯਾਰ ਇਹ ਥਾਂ ਬਿਲਕੁਲ ਸਾਨੂੰ ਪਸੰਦ ਨਹੀਂ ਹੈ, ਇੱਥੇ ਮੱਛੀਆਂ ਦੀ ਸੜਿਆਨ ਵਾਈ ਨੇ, ਤੋੜ ਦਿਓ, ਕਾਟਾ ਮਾਰੋ, ਇਹਨੂੰ ਇੰਡੀਪੈਂਡੈਂਸ ਦੇ ਦਿਓ। ਤੇ ਉਹ ਛੋਟਾ ਜਿਹਾ ਆਈਲੈਂਡ, ਮਤਲਬ ਆਪਣੀ ਦਿੱਲੀ ਜਿੱਡਾ ਵੀ ਹੋਣਾ ਹੈ, ਉਹ ਕੱਟ ਕੇ ਲੀ ਵੌਨ ਕੂ ਨੂੰ ਮਿਲਿਆ ਜਦੋਂ ਪਹਿਲੀ ਵਾਰ ਇਲੈਕਸ਼ਨ ਜਿੱਤਿਆ। ਅੱਜ ਉਹ ਵਰਲਡ ਦੀ ਸਭ ਤੋਂ ਪਾਵਰਫੁਲ ਇਕੋਨਮੀ ਹੈ, ਸਭ ਤੋਂ ਪਾਵਰਫੁਲ ਇਕੋਨਮੀ। ਜਦੋਂ ਪਹਿਲੀ ਸਰਕਾਰ ਬਣੀ ਤੇ ਲੀ ਵੌਨ ਕੂ ਨੂੰ ਇਹ ਪੁੱਛਿਆ ਵੀ ਕਰਪਸ਼ਨ ਕਿਵੇਂ ਦੂਰ ਕਰਾਂ, ਉਹ ਕਹਿੰਦਾ ਜਿਹੜਾ ਸਭ ਤੋਂ ਉੱਤੇ ਆ ਉਹਨੂੰ ਸਜ਼ਾ ਦਿਓ। ਮਤਲਬ ਕਹਿੰਦਾ ਕਰਪਸ਼ਨ starts from the top, fish start to stink at the head, ਮੱਛੀ ਸਿਰੋਂ ਗਲਣ ਲੱਗਦੀ ਹੈ। ਇੱਕ ਮੰਤਰੀ ਲੀ ਵੌਨ ਕੂ ਦਾ ਛੁੱਟੀ ਗਿਆ ਕਿਸੇ ਇੰਡਸਟਰੀਅਲਿਸਟ ਨਾਲ, ਉਹਦੇ ਪੈਸਿਆਂ ਦੇ ਉੱਤੇ ਇੱਕ ਹਫ਼ਤਾ ਛੁੱਟੀ ਮਨਾ ਕੇ ਆਇਆ। ਹਨਕੀ ਸਾਹਿਬ 에ਅਰਪੋਰਟ ਦੇ ਉੱਤੇ ਅਰੈਸਟ ਹੋਇਆ, 2 ਸਾਲ ਕੈਦ ਕਰਕੇ ਰੱਖਿਆ। ਅੱਜ ਤੱਕ ਕਰਪਸ਼ਨ ਨਹੀਂ ਹੈ। ਕੁੜੀ ਵੇਚ ਕੇ ਦਿਖਾਵੇ ਕੋਈ ਚਿੱਟੇ ਦੀ। ਇਹ ਹੈ ਦ ਲਾਅ ਸਾਰੀ ਦੁਨੀਆ 'ਚ ਹੈ, ਪਰ ਉਹ ਲਾਅ ਦਾ ਫੀਅਰ ਕਿੱਥੇ ਹੈ, ਉਹ ਲਾਅ ਦੀ ਇੰਪਲੀਮੈਂਟੇਸ਼ਨ ਕਿੱਥੇ ਹੈ, ਇਹ ਇੰਪੋਰਟੈਂਟ ਹੈ। ਸਿੱਧੂ ਸਾਹਿਬ, ਹੁਣ ਪੰਜਾਬ ਨੂੰ ਬਚਾਉਣ ਦਾ ਤਰੀਕਾ ਕੀ ਹੈ? ਤੁਸੀਂ ਕਹਿੰਦੇ ਹੋ ਕਿ ਦੇਖੋ ਸਭ ਤੋਂ ਇੰਪੋਰਟੈਂਟ ਚੀਜ਼ ਕੀ ਹੈ, ਹਰ ਬੰਦਾ ਅਨਾਉਂਸ ਕਰਦਾ ਜੀ ਮੈਂ 24 ਲੱਖ ਨੌਕਰੀ, ਇੰਨੀ ਸਾਮੀ ਭਰ ਦਿਓ ਓਏ, ਮੈਂ ਇਸ ਪਾਸੇ ਆਉਣ ਲੱਗਿਆ ਕਿਉਂਕਿ ਤੁਸੀਂ ਕਰ ਦਿਓ ਓਏ, ਇੰਨਾ ਓਏ। ਉਹਨੂੰ ਪੁੱਛੋ ਕਿਵੇਂ ਓਏ, ਕੀ ਸਾਧਨ ਨੇ? ਦੇਖੋ ਇੱਕ ਗੋਲ ਹੁੰਦਾ ਹੈ, ਬੰਦਾ ਗੋਲ ਤੇ ਆਕਰਸ਼ਿਤ ਹੋ ਜਾਂਦਾ ਹੈ। ਆਹ ਗੋਲ ਹੈ ਜੀ, ਆਹ ਪੰਜਾਬ ਨੂੰ ਕਰਨਾ, ਅੱਛਾ, ਪਰ ਗੋਲ ਤੱਕ ਪਹੁੰਚੂਗੇ ਕਿਵੇਂ? ਸਾਧਨ ਚਾਹੀਦਾ। The goal is not important. The means that reach the goal are more important. ਸਾਧਨ ਜਿਹੜੇ ਉਸ ਗੋਲ ਤੱਕ ਪਹੁੰਚਾ ਸਕਣ, ਉਹਨਾਂ ਦੇ ਉੱਤੇ ਚਿੰਤਨ ਹੋਣਾ ਚਾਹੀਦਾ ਹੈ। ਔਰ ਜੇ ਤੁਹਾਡੇ ਕੋਲ ਸਾਧਨ ਹੈਗੇ ਨੇ ਤੇ ਗੋਲ ਮੈਟਰ ਨਹੀਂ ਕਰਦਾ, ਤੁਸੀਂ ਆਪ ਹੀ ਪਹੁੰਚ ਜਾਣਾ, ਗੋਲ ਤੁਹਾਡੇ ਕਦਮਾਂ 'ਚ ਆ ਜਾਏਗਾ। ਇਹ ਸਾਧਨ ਕੀ ਨੇ? ਦੱਸੋ ਪੰਜਾਬ ਦੀ ਇਨਕਮ ਕਿੱਥੇ ਜਾਂਦੀ? ਆਂਗੀ ਸਾਹਿਬ ਮੈਨੂੰ 17 ਸਾਲ ਦੀ ਜਰਨੀ ਦੇਖ ਲਓ ਮੇਰੀ। ਮੈਂ 17 ਸਾਲਾਂ 'ਚ ਇਸ ਸਿਸਟਮ ਨੂੰ ਸਮਝਿਆ 2 ਪਰਿਵਾਰਾਂ ਦਾ ਹੀ ਜਿਹੜਾ ਸਿਸਟਮ ਹੈ, ਔਰ ਸਿਸਟਮ ਤੁਸੀਂ ਸਮਝਦੇ ਹੀ ਹੋ 2 ਪਰਿਵਾਰ ਕਿਹੜੇ ਨੇ। ਸਵਾਏ ਧੰਦਾ ਕਰਨ ਦੇ, ਬਿਜ਼ਨਸ ਕਰਨ ਦੇ ਕੀ ਕੀਤਾ ਦਿਖਾਓ। ਤੇ ਫਿਰ ਉਹ 2 ਪਰਿਵਾਰ ਜਿਹੜੇ ਨੇ ਉਹਨਾਂ ਦਾ ਬਦਲ ਕੀ ਹੈ? ਮੇਰੀ ਗੱਲ ਨੂੰ ਸੁਣ ਲਓ, ਬਦਲ ਲੋਕ ਤੈਅ ਕਰਦੇ ਕਿ ਜਦੋਂ ਖੁੱਲ ਗਿਆ ਉਹਨਾਂ ਦਾ ਭੇਦ। ਇਹ ਵਾਰੀਆਂ ਖੇਡਣ ਵਾਲਾ ਪਹਿਲਾਂ ਖੁੱਲਿਆ ਨਹੀਂ ਨਾ। ਅਣਖੀ ਸਾਹਿਬ ਕੋਈ ਖੋਲਣ ਵਾਲਾ ਸੀ ਨਹੀਂ, ਕੋਈ ਨਾਂ ਲੈਣ ਵਾਲਾ ਸੀ ਨਹੀਂ, ਕੋਈ ਕਹਿਣ ਵਾਲਾ ਸੀ ਨਹੀਂ। ਇਹ ਗੱਲ ਨੂੰ ਸਮਝੋ ਕਿ ਇਹ ਸਿਸਟਮ ਨੂੰ 16 ਸਾਲ ਹੰਡਾਇਆ, ਸੁਰਖਰੂ ਕਦ ਹੋਏ? ਆਫਤਾਂ ਆਈਆਂ ਜਦੋਂ, ਉਹ ਤਾਂ ਸੁਰਖਰੂ ਹੁੰਦਾ। ਮੈਨੂੰ ਦੱਸੋ, ਤੁਹਾਡੇ ਤੇ ਅੱਛੇ ਵਕਤ ਵੀ ਆਏ ਹੋਣੇ, ਮਾੜੇ ਵਕਤ ਵੀ ਆਏ ਹੋਣੇ। ਪਰਮਾਤਮਾ 2 ਨਦੀ ਦੇ ਕਿਨਾਰਿਆਂ ਵਾਂਗ ਸਿੱਖਿਆ ਤੁਸੀਂ ਮਾੜੇ ਵਕਤਾਂ 'ਚ, ਬਿਲਕੁਲ। ਚੰਗੇ ਵਕਤ ਕੀ ਸਿੱਖਦਾ? ਦੋਸਤ ਦਾ ਵੀ ਉਦੋਂ ਪਤਾ ਲੱਗਦਾ ਜਦੋਂ ਮਾੜਾ ਵਕਤ ਵੀ ਖੜਨ ਵਾਲਾ ਕੌਣ। ਸਾਏ ਛੱਡ ਜਾਂਦੇ, ਤੁਹਾਡਾ ਸਾਇਆ ਨਹੀਂ ਲੱਭਦਾ ਜਦੋਂ ਮਾੜਾ ਵਕਤ ਆਉਂਦਾ। ਤੁਹਾਨੂੰ ਸਮਝੋ, ਇਸ ਮਾੜੇ ਵਕਤ 'ਚ ਹੀ ਸਿੱਖਿਆ, ਧੱਕੇ ਖਾ ਕੇ ਸਿੱਖਿਆ, ਪਰ ਨਾ ਧਰਮ ਛੱਡਿਆ, ਨਾ ਈਮਾਨ ਛੱਡਿਆ, ਨਾ ਕੈਰੈਕਟਰ ਨਾਲ ਕੋਈ ਕੰਪਰੋਮਾਈਜ਼ ਕੀਤਾ। ਕਿਉਂਕਿ ਭਰੋਸਾ ਕਿਰਦਾਰ ਤੇ ਯਾਰ ਮਿੱਟੀ ਦੇ ਭਾਂਡੇ ਵਾਂਗ ਹੈ ਵਿਸ਼ਵਾਸ। ਇਹ ਟੁੱਟ ਗਿਆ ਨਾ ਇੱਕ ਵਾਰ ਤੇ ਤੇੜਾ ਥੁੱਕ ਲਾਲ ਕੇ ਜਿੰਨੀਆਂ ਮਰਜ਼ੀ ਜੋੜੀ ਜਾਓ ਫਿਰ ਆਉਂਦਾ ਨਹੀਂ। ਇੱਕ ਜਵਾਨੀ ਜਾ ਕੇ ਨਹੀਂ ਆਉਂਦੀ ਤੇ ਇੱਕ ਵਿਸ਼ਵਾਸ ਗਿਆ ਨਾ ਫਿਰ ਉਹ ਆਉਂਦਾ ਨਹੀਂ ਦੁਬਾਰਾ। ਤੁਹਾਡਾ ਵਿਸ਼ਵਾਸ ਇਹ ਸਭ ਤੋਂ ਇੰਪੋਰਟੈਂਟ ਚੀਜ਼। 2 ਪਰਿਵਾਰਾਂ ਦੀ ਤੁਸੀਂ ਗੱਲ ਕੀਤੀ, ਉਹਨਾਂ ਦੇ ਵਿੱਚੋਂ ਇੱਕ ਪਰਿਵਾਰ ਤੁਹਾਡੀ ਹਾਈ ਕਮਾਨ ਦੇ ਅੰਡਰ ਵੀ ਆਉਂਦਾ। ਹਾਈ ਕਮਾਨ ਨੂੰ ਅੱਜ ਤੱਕ ਪਤਾ ਨਹੀਂ ਲੱਗਿਆ, ਕਿਉਂਕਿ ਕੈਪਟਨ ਅਮਰਿੰਦਰ ਸਿੰਘ ਉਹਨਾਂ ਨਾਲ ਬੜੇ ਚਿਰ ਦੇ ਮੇਲ ਜੋਲ ਦੇ ਵਿੱਚ ਹੈ, ਉਹਨਾਂ ਨੂੰ ਪਤਾ ਨਹੀਂ ਲੱਗਿਆ ਕਿ ਇਹਨਾਂ ਦੋਨਾਂ ਪਰਿਵਾਰਾਂ ਦਾ ਆਪਸ ਦੇ ਵਿੱਚ ਮੇਲ ਜੋਲ ਹੈ। ਵੇਖੋ ਛੋਟੇ ਭਾਈ, ਇੱਕ ਗੱਲ ਨੂੰ ਸਮਝ ਲੈ, ਇਹ ਪੋਲਿਟਿਕਸ ਦੇ ਜਦੋਂ ਅੰਦਰ ਵੜੋ ਨਾ ਫਿਰ ਪਤਾ ਲੱਗਦਾ ਇਹ ਚੀਜ਼ ਕੀ। ਫਿਰ ਅਸਲੀ ਸਿਸਟਮ ਨੂੰ ਤੁਹਾਨੂੰ ਸਮਝ ਆਉਂਦਾ ਵੀ ਇਹ ਸਿਸਟਮ ਅੱਛਾ ਇਹ ਇੱਦਾਂ ਹੈ, ਉਹ ਇਹ ਇੱਦਾਂ ਹੈ। ਮਤਲਬ ਇਹ ਜੋ ਹੈ ਉਹ ਦਿਖਦਾ ਨਹੀਂ, ਜੋ ਦਿਖਦਾ ਉਹ ਹੈ ਨਹੀਂ। ਇੱਕ ਮਾਇਆ ਜਾਲ ਹੈ ਮਿੱਤਰਾ, ਇਹ ਮਾਇਆ ਜਾਲ ਹੈ। ਇਹ ਮਤਲਬ ਤੂੰ ਦੇਖੋ, ਜਦੋਂ ਕਠਪੁਤਲੀਆਂ ਨਚਾਉਂਦੇ ਜਿਹੜੇ, ਤੁਸੀਂ ਕਠਪੁਤਲੀ ਨੱਚਦੀ ਦੇਖਦੇ ਹੋ, ਤੁਸੀਂ ਧਾਗਾ ਦੇਖਦੇ ਹੋ, ਧਾਗਾ ਕਿਹਦੇ ਹੱਥ ਹੈ ਉਹ ਦੇਖਦੇ ਹੋ। ਇਹ ਮਾਫੀਆ ਵੀ ਉਦਾਂ ਹੀ ਚੱਲਣ ਡਿਆ। ਕਿਵੇਂ ਚੱਲਣ ਡਿਆ? ਬੜਾ ਸਿੰਪਲ ਹੈ।
ਕਿ ਅੱਗੇ ਠੇਕੇਦਾਰ ਖੜੇ ਕਰ ਦਿਓ, ਤੇ ਚਲਾਉਣ ਵਾਲਾ ਕੌਣ ਹੈ, ਤੇ ਲੈਣ ਵਾਲਾ ਕੌਣ ਹੈ, ਤੇ ਉੱਤੋਂ ਬਾਹਰ ਭੇਜਣ ਵਾਲਾ ਕੌਣ ਹੈ। ਉਹ ਪੁਰਾਣਾ ਫਿਲਮਾਂ ਦਾ ਅਣਖੀ ਸਾਹਿਬ ਵੀ ਕਈ ਵਾਰ ਗਾਣੇ ਗਾਉਂਦੇ ਹੁੰਦੇ ਆ, ਕਹਿੰਦੇ ਵੀ ਆ ਫਲਾਨੀ ਫਿਲਮ ਦਾ ਆ ਫਲਾਨਾ ਗਾਣਾ ਹੈ, ਦੇਖ ਲਓ ਮੈਂ ਦੇਖਦਾ ਇਹਦਾ ਮਤਲਬ ਹੈ। ਹਾਂ, ਉਹ ਕਹਿੰਦਾ ਪਰਦੇ ਮੇ ਰਹਿਣੇ ਤੋਂ ਪਰਦਾ ਨਾ ਉਠਾਓ। ਨਹੀਂ ਸਿੱਧੂ ਸਾਹਿਬ ਇਹਦਾ ਮਤਲਬ ਫਿਰ ਹਾਈ ਕਮਾਂਡ ਬੇਬਸ ਹੋ ਜਾਂਦੀ। ਮੇਰੀ ਗੱਲ ਸੁਣੋ, ਹਾਈ ਕਮਾਂਡ ਤੁਹਾਨੂੰ ਇੱਕ ਸੂਬਾ ਸੌਂਪਦੀ ਹੈ, ਉਹਨਾਂ ਕੋਲ ਪੂਰਾ ਦੇਸ਼ ਹੈ। ਇਹ ਕਿਹਦੀ ਜ਼ਿੰਮੇਵਾਰੀ ਹੈ? ਇਹ ਮੁੱਖ ਮੰਤਰੀ ਜਦੋਂ ਤੱਕ ਜਿੱਤਦੇ ਹੋ ਇਲੈਕਸ਼ਨ, ਉਹ ਤਾਂ ਸਾਰੇ ਸਿਹਰੇ ਤੁਹਾਡੇ, ਤੇ ਜਦੋਂ ਕੋਈ ਮੁਸੀਬਤ ਆਉਂਦੀ ਹੈ ਉਦੋਂ ਹਾਈ ਕਮਾਂਡ ਯਾਦ ਆਉਣ ਲੱਗ ਜਾਂਦੀ। ਇਹ ਕੀ ਮਤਲਬ? ਰਿਸਪੌਂਸਿਬਿਲਿਟੀ ਲਵੇ ਨਾ, ਇਹ ਰਿਸਪੌਂਸਿਬਿਲਿਟੀ ਲਵੇ ਨਾ ਵੀ ਅੱਜ ਜਦੋਂ ਜਿੱਤੇ ਉਹ ਤਾਂ ਇਹਨਾਂ ਕਰਕੇ, ਤੇ ਅੱਜ ਜਦੋਂ ਜੁੱਤੇ ਪੈਂਦੇ ਉਹ, ਜਦੋਂ ਲੋਕ ਕਹਿੰਦੇ ਵਾਅਦੇ, ਕਿਉਂ ਇਹ ਵਾਅਦੇ ਕਰਕੇ ਕਿਉਂ ਤੁਸੀਂ ਲੋਕਾਂ ਨੂੰ ਗੁੰਮਰਾਹ ਕਰਨਾ? ਜ਼ਬਾਨ ਦਾ ਮੁੱਲ ਹੋਣਾ ਚਾਹੀਦਾ। ਅਣਖੀ ਸਾਹਿਬ, ਰਘੂਕੁਲ ਰੀਤ ਸਦਾ ਚਲੀ ਆਈ, ਪ੍ਰਾਣ ਜਾਏ ਪਰ ਵਚਨ ਨਾ ਜਾਈ। ਗੁਰੂ ਗੋਬਿੰਦ ਸਿੰਘ ਬਾਦਸ਼ਾਹ ਨੂੰ ਕਿਸੇ ਨੇ ਪੁੱਛਿਆ ਬੰਦਾ ਕਿਹੜਾ ਚੰਗਾ, ਉਹ ਕਹਿੰਦਾ ਵਚਨ ਦਾ ਪੱਕਾ ਹੋਵੇ। ਬਿਲਕੁਲ। ਔਰਤ ਕੌਣ ਚੰਗੀ? ਜਿਹਦੀ ਅੱਖ 'ਚ ਸ਼ਰਮ ਤੇ ਹਯਾ ਹੋਵੇ। ਇਹ ਉਸ ਗੁਰੂ ਦੀ ਸੇਧ ਲੈ ਕੇ ਤਾਂ ਵੇਖੋ, ਸਮਝ ਕਿਹੜੇ ਵਚਨ ਨਿਭਾਏ ਕਿਹੜੇ ਐ ਰੰਗ ਬਦਲੇ ਟਰੱਕ ਦੇ ਨੇ। ਉਹ ਕੁੱਕੜ ਲੱਗਿਆ ਉਹਨਾਂ ਨੇ ਦੇਖਿਆ, ਜਿਹੜਾ ਉਹਦੇ ਉੱਤੇ ਜਿਹੜੀ ਵਿੰਡ ਉਹ ਹੁੰਦੀ ਹੈ ਮਿਲ, ਉਹ ਦੱਸਦਾ ਨਾਰਥ ਸਾਊਥ ਈਸਟ ਟੀ ਟੀ ਐਂ ਘੁੰਮਦਾ ਦੇਖਦਾ। ਸਿੱਧੂ ਸਾਹਿਬ, ਬਹੁਤ ਸਾਰੇ ਲੋਕ ਨਾ ਸਾਨੂੰ ਸਵਾਲ ਪੁੱਛਦੇ ਤੁਹਾਡੇ ਬਾਰੇ, ਸਾਨੂੰ ਕਹਿੰਦੇ ਵੀ ਹੁੰਦੇ ਜਿੱਦਣ ਤੁਸੀਂ ਸਿੱਧੂ ਸਾਹਿਬ ਨੂੰ ਮਿਲਿਓ ਪੁੱਛਿਓ ਜ਼ਰੂਰ। ਕਹਿੰਦੇ ਕਿ ਜਦੋਂ ਸਿੱਧੂ ਸਾਹਿਬ ਨੇ ਆਪਣਾ ਮਹਿਕਮਾ ਉਹਨਾਂ ਤੋਂ ਲਿਆ ਸਥਾਨਕ ਸਰਕਾਰਾਂ ਤੋਂ, ਉਹਨਾਂ ਨੂੰ ਬਿਜਲੀ ਦਾ ਮਹਿਕਮਾ ਦਿੱਤਾ ਗਿਆ, ਕਹਿੰਦੇ ਕਿ ਸਿੱਧੂ ਸਾਹਿਬ ਨੇ ਉਹ ਲਿਆ ਕਿਉਂ ਨਹੀਂ? ਕਿਉਂਕਿ ਉੱਥੇ ਵੀ ਤਾਂ ਕਿਸਾਨੀ ਦੀ ਮੈਂ ਦੱਸਦਾ, ਇਹੀ ਧੂੜ 'ਚ ਟੱਟੂ ਡਾਉਂਦੇ। ਉਹ ਮੈਂ 20 ਚੀਜ਼ਾਂ ਲੈ ਕੇ ਗਿਆ ਇਹਨਾਂ ਕੋਲ, 20 ਚੀਜ਼ਾਂ ਇਹਨਾਂ ਕੀ ਕੀਤਾ। ਸਭ ਤੋਂ ਪਹਿਲਾਂ ਲਿਕਰ ਪਾਲਿਸੀ। ਮੈਂ ਕਿਹਾ ਉਹ ਤੁਸੀਂ 2000 ਕਰੋੜ ਰੁਪਏ ਤੇ ਸ਼ੁਰੂ ਕੀਤਾ ਸੀ, ਤਾਮਿਲਨਾਡੂ ਵੀ 2000 ਕਰੋੜ ਕਮਾਉਂਦਾ ਸੀ, ਠੀਕ ਹੈ, ਅੱਜ ਉਹ 35000 ਕਰੋੜ ਰੁਪਏ ਕਮਾਉਂਦੇ। ਤੁਸੀਂ 3 ਤੇ ਹੀ ਖੜੇ ਹੋ, 3 ਨਹੀਂ ਤਾਂ 4, 200 300 ਦੀ ਗੱਲ ਕਰਦੇ ਹੋ। ਉਹ ਹਰ ਸਾਲ 700-800 ਕਰੋੜ ਰੁਪਏ ਵਧਾ ਦਿੰਦੇ ਆ। ਦਾਰੂ ਦੀ ਖਪਤ, ਇੱਥੇ ਦਾਰੂ ਦੀ ਖਪਤ ਪੰਜਾਬ 'ਚ ਦੁੱਗਣੀ, ਠੇਕੇ ਦੁੱਗਣੇ, ਤੇ ਇਨਕਮ ਉਹਨਾਂ ਦੀ ਤੁਹਾਡੇ ਤੋਂ 11 ਗੁਣਾ ਜ਼ਿਆਦਾ। ਉਹ ਮੈਂ ਕਿਹਾ ਇਹਨੂੰ ਲਿਕਰ ਪਾਲਿਸੀ ਨੂੰ ਚੇਂਜ ਕਰ ਦਿਓ। ਇਹ ਜਿਹੜੀਆਂ ਜਿੰਨੀਆਂ ਵੀ ਤੁਹਾਡੀਆਂ ਡਿਸਟਿਲਰੀਆਂ ਨੇ ਸਰਕਾਰੀ ਕਰ ਲਓ। ਉਦੋਂ ਬਾਅਦ ਬੋਟਲ ਦੇ ਉੱਤੇ ਇੱਕੋ ਚੀਜ਼ ਲੱਗਦੀ ਹੈ, ਐਕਸਾਈਜ਼ ਦੀ ਚੋਰੀ ਇੱਕ ਵੀ ਬੋਟਲ ਦੀ ਹੋਣੀ ਨਹੀਂ। ਇਹ ਬਹੁਤ ਸੌਖਾ ਹੈ, ਮੈਨੂੰ ਸਟੱਡੀ ਕਰ ਲੈਣ ਦਿਓ, ਇਹਨੂੰ ਰੋਕ ਲਓ, ਠੀਕ ਹੈ। ਆਪਾਂ 10,000 ਕਰੋੜ ਵੀ ਵਧਾ ਗਏ, ਉਹ 10,000 ਕਰੋੜ ਗਵਰਨਮੈਂਟ ਆਫ ਇੰਡੀਆ ਨੂੰ ਦੇਈਓ, 20,000 ਕਰੋੜ ਬਣ ਕੇ ਵਾਪਸ ਆਊ। ਤੁਸੀਂ ਕਰਜ਼ਾ ਲੈ ਕੇ ਕਰਜ਼ਾ ਮੋੜ ਦਿਓ। ਪਹਿਲੀ ਕੈਬਨਿਟ 'ਚ ਇਸ ਸਿਸਟਮ ਨੂੰ ਬਦਲੀ, ਪਹਿਲੀ ਕੈਬਨਿਟ 'ਚ ਕਿਹਾ ਨਾ। ਮਾਈਨਿੰਗ ਪਾਲਿਸੀ ਕੌਣ ਨਹੀਂ ਜਾਣਦਾ? ਉਹਨਾਂ ਨੂੰ ਪੁੱਛਿਓ ਨਾ ਵੀ ਤੁਸੀਂ ਆਪ ਨਹੀਂ ਸੀ ਦੇਖਦੇ। ਮਾਈਨਿੰਗ ਪਾਲਿਸੀ ਜਦੋਂ ਲੈ ਗਿਆ, ਮੈਂ ਕਿਹਾ 1000 ਰੁਪਏ ਰੇਤੇ ਦੀ ਟਰਾਲੀ ਕਰੋ, 4-4000 5-5000 ਕਿਉਂ ਵਿਕਦੀ ਹੈ? ਕਿਉਂਕਿ ਸਪਲਾਈ ਰੋਕ ਦਿੰਦੇ ਆ। ਸਪਲਾਈ 170 ਸਾਲ ਦੀ ਪਈ ਹੈ, ਜਦੋਂ ਸਪਲਾਈ ਰੁਕਦੀ ਹੈ ਉਹ 3000 4000, ਗਰੀਬ ਕਿੱਥੋਂ ਲਊ 4000 ਟਰਾਲੀ? ਮੈਂ ਕਿਹਾ ਰੇਟ ਫਿਕਸ ਕਰੋ ਜੀ, 170 ਸਾਲ ਦੀ ਸਪਲਾਈ ਪਈ ਹੈ, ਸਟਾਕ ਯਾਰਡ ਬਣਾਓ, 60000 ਲੋਕਾਂ ਨੂੰ ਨੌਕਰੀ ਮਿਲੂ। ਟੈਸਮੈਕ ਜਿਹੜੀ ਕਾਰਪੋਰੇਸ਼ਨ ਹੈ ਸ਼ਰਾਬ ਵਾਲੀ ਉੱਥੇ ਤਾਮਿਲਨਾਡੂ ਦੇ ਵਿੱਚ, ਮੈਂ ਸ਼ਰਾਬ ਦੇ ਹੱਕ 'ਚ ਨਹੀਂ, ਪਰ ਜੇ ਸ਼ਰਾਬ ਵਿਕਣੀ ਹੈ ਤਾਂ ਖਜ਼ਾਨੇ ਦੇ ਵਿੱਚ ਆਵੇ ਨਾ ਪੈਸਾ। 40,000 ਬੰਦੇ ਨੂੰ ਨੌਕਰੀ ਮਿਲੂ, ਇੱਥੇ 60 ਨੂੰ ਮਿਲੂ, 70-80,000 ਇੱਥੇ ਮਿਲੂ। ਇਹ ਨੇ ਰੀਅਲ ਸਟੇਟ, ਇਹ ਇਨਕਮ ਸਟੇਟ ਨੂੰ ਆਉਣ ਦੇ ਨਾਲ ਨੌਕਰੀ ਵੀ ਮਿਲਣੀ ਹੈ ਨਾ, ਦਾ ਮਤਲਬ ਹੀ ਹੈ ਨਹੀਂ ਹੈ। ਮੈਂ ਕਿਹਾ 1000 ਰੁਪਏ ਰੇਤਾ ਤਾਂ ਇਕਨੋਮੀ ਐ ਉੱਠੂ, ਫਰਾਕ ਦੇਣੇ ਕਿਵੇਂ? ਗਰੀਬ ਬੰਦੇ ਘਰ ਬਣ ਲੱਗ ਜਾਣਗੇ, ਰੁਜ਼ਗਾਰ ਉੱਠਣ ਲੱਗ ਜਾਊ, ਇਕਨੋਮੀ ਉੱਠੂ। ਪ੍ਰੈਜ਼ੀਡੈਂਟ ਰੂਜ਼ਵੈਲਟ ਨੇ ਸੜਕਾਂ ਬਣਾ ਕੇ ਅਮਰੀਕਾ ਰਿਸੈਸ਼ਨ ਚੋਂ ਕੱਢਤਾ ਸੀ। ਬਿਲਕੁਲ ਕਰਕੇ ਤੇ ਵੇਖੋ, ਵੋਲਿਊਮ ਵਾਧੂ ਕੰਸਟਰਕਸ਼ਨ ਦਾ ਹੈ। ਜੈ ਜੈਕਾਰ ਕਰੋਗੇ, ਵੋਟਾਂ ਮੰਗਣ ਨਹੀਂ ਜਾਣਾ ਪੈਣਾ। ਕਈ ਸਰਕਾਰਾਂ ਡਿੱਗ ਪਈਆਂ ਰੇਤੇ ਤੇ, ਆਖੇ ਜੀ ਵਿਜੀਲੈਂਸ ਦੇਤੀ, ਵਿਜੀਲੈਂਸ ਬਣਾਤੀ। ਮਤਲਬ ਵਿਜੀਲੈਂਸ ਕਾਹਦੀ ਹੈ? ਇਹ ਸੈਂਡ ਮਾਫੀਆ ਨਹੀਂ ਹੈ, ਇਹ ਟਰਾਂਸਪੋਰਟ ਮਾਫੀਆ। ਕਿਉਂਕਿ ਰੇਤਾ ਬੁੱਕਲ 'ਚ ਨਹੀਂ ਜਾਇਆ ਜਾਂਦਾ, ਟਿੱਪਰ ਹੁੰਦੇ ਉਹਦੇ। ਇਹ ਟਿੱਪਰ ਦੇ ਉੱਤੇ ਲਾਓ ਬਲੂ ਚਿਪ, ਤੁਹਾਨੂੰ ਪਤਾ ਲੱਗੂ ਟਰੱਕ ਕਿੱਥੋਂ ਹਿੱਲਿਆ, ਕਿੱਧਰ ਗਿਆ, ਠੀਕ ਹੈ। ਵੇਟ ਹੈਗਾ ਉਹਦਾ, ਰੇਟ ਹੈਗਾ ਉਹਦਾ, ਕਿਹਦੇ ਕੋਲ ਜਾ ਰਿਹਾ? ਨਾ ਵੇਟ ਆ ਨਾ ਰੇਟ ਆ, ਉਹੀ ਪਰਚੀ ਚੁੱਕੀ ਫਿਰਦੇ ਆ। ਨਾ ਵੇਟ ਆ ਨਾ ਰੇਟ ਆ ਨਾ ਡੇਟ ਆ, ਸਮਝ ਨਹੀਂ। ਇੱਕ ਟਰੱਕ ਇੰਪਾਊਂਡ ਕਰੋ, ਕਾਂ ਟੰਗੋ, 1 ਕਰੋੜ ਰੁਪਏ ਦਾ ਟਰੱਕ, ਉਹਨੂੰ 50 ਲੱਖ ਰੁਪਏ ਅੱਗੇ ਵੇਚ ਦਿਓ ਸਰਕਾਰੀ। ਤੁਹਾਡੇ ਕੋਲ ਗਵਰਨਮੈਂਟ ਆਫ ਪੰਜਾਬ ਦੀ ਕੈਬਨਿਟ ਦੀ ਪਾਸ ਕੀਤੀ ਹੋਈ ਰੂਲਿੰਗ ਹੈ, ਨੋਟੀਫਾਈ ਕਰੋ, ਠੀਕ ਹੈ, ਤੇ ਵੇਚ ਦਿਓ।
ਤੇ 25000 ਦੇ ਰੇਤੇ ਪਿੱਛੇ ਜਦੋਂ ਕਿਸੇ ਨੂੰ 60 ਲੱਖ ਦਾ ਸੇਕ ਲੱਗਿਆ ਤੇ 1 ਕਰੋੜ ਰੁਪਏ ਦਾ ਸੇਕ ਲੱਗਿਆ, ਦੁਬਾਰਾ ਕੋਈ ਕਰਨ ਦੀ ਜ਼ਰੂਰਤ ਕਰ ਗਿਆ ਮੇਰਾ ਨਾਮ ਹਟਾ ਦਿਓ। ਕੱਲ ਨੂੰ ਸਮਝੋ ਪਾਲਿਸੀ ਬਣਾਈ ਇੱਕ ਚੀਜ਼, ਕੋਈ ਉਹਦੇ ਤੇ ਬਹਿਸ ਕਰੇ, ਦੱਸੇ ਮੈਨੂੰ ਵਿੱਚ ਕੀ ਖਾਮੀ ਹੈ ਭਾਈ। 10 ਕਰੋੜ ਰੁਪਈਆ ਛੋਟੇ ਵੀਰ ਦੱਸੀ, ਉਹਨਾਂ ਨੂੰ ਸਮਝਾਈ, 10 ਕਰੋੜ ਰੁਪਈਆ ਕਮਾਉਂਦਾ ਸੀਗਾ ਤੇਲੰਗਾਨਾ 2014 ਦੇ ਵਿੱਚ ਜਦੋਂ ਅੱਡ ਹੋਇਆ। ਅੱਜ 2500 ਕਰੋੜ ਰੁਪਈਆ ਕਮਾਉਂਦੇ ਇੱਕ ਦਰਿਆ ਗੋਦਾਵਰੀ। 2500 ਕਰੋੜ ਰੁਪਈਆ 5 ਸਾਲਾਂ ਦੇ ਵਿੱਚ। ਇਹਨੂੰ ਪੁੱਛੋ ਅਕਾਲੀ ਦਲ ਵਾਲਿਆਂ ਨੂੰ, 10 ਸਾਲਾਂ 'ਚ 40 ਕਰੋੜ ਰੁਪਈਆ ਹਰ ਸਾਲ ਜਮ੍ਹਾਂ ਕਰਾਉਂਦੇ ਨੇ, ਉਹ ਵੀ ਕੋਰਟ ਦੇ ਕਹਿਣ ਦੇ ਉੱਤੇ। ਮਤਲਬ ਪੰਜਾਬ 3 ਦਰਿਆ 170 ਸਾਲ ਦਾ ਰੇਤਾ ਪਿਆ ਤੇ 10 ਸਾਲਾਂ 'ਚ 400 ਕਰੋੜ, ਤੇ ਉਹ 5 ਸਾਲਾਂ ਦੇ ਵਿੱਚ ਤੇਲੰਗਾਨਾ 2500 ਕਰੋੜ। ਇਹ 1 ਸਾਲ 'ਚ 40 ਕਰੋੜ, ਉਹ 7 ਦਿਨਾਂ 'ਚ 43 ਕਰੋੜ ਹਫ਼ਤੇ 'ਚ। ਤੇ ਕੀ ਇਹਦਾ ਕੋਈ ਜਵਾਬ ਦੇ ਸਕਦਾ ਹੈ? ਕੋਈ ਜਵਾਬ ਕਿਸੇ ਕੋ ਕੋਈ ਜਵਾਬ? ਭਾਈ ਕੇਬਲ ਦਾ ਲੈ ਕੇ ਜਾਓ ਮਾਈ, ਇਹ ਕਾਨੂੰਨ ਜਿਹੜਾ ਤੁਸੀਂ ਬਣਾਇਆ ਹੈ ਇਹ ਤਾਂ ਤੁਸੀਂ ਚੋਰੀ ਦੇ ਹੀ ਫੈਸਿਲਿਟੇਟ ਕੀਤਾ ਹੈ, ਟੁੱਥਲੈਸ ਕਾਨੂੰਨ ਹੈ। ਇੱਕ ਬੰਦੇ ਦੇ ਕੋਲ ਮਤਲਬ ਉੱਥੇ ਗਏ, ਇਹਦੇ ਕੋਲ ਜਿਹੜੇ ਟੀਵੀ ਨੇ ਉਹ ਲੱਖਾਂ 'ਚ ਨੇ ਤੇ ਦਿਖਾਉਂਦਾ ਬਹੁਤ ਥੋੜੇ ਹੈ। ਤੇ ਕਿੰਨੇ ਤੁਸੀਂ ਦੇਖੋ, ਇੱਕ ਟੀਵੀ ਦੇ ਉੱਤੇ 50 ਰੁਪਏ ਲਾਏ ਤਾਂ ਕਿੰਨੇ ਹੋ ਗਏ? ਕਰੋੜਾਂ ਟੀਵੀ, 1 ਕਰੋੜ ਤੋਂ ਉੱਤੇ ਟੀਵੀ ਹੈ, ਸਮਝਦੇ? ਤੇ ਉਹ ਕਿੰਨੇ ਪਏ ਨੇ, ਕਿੰਨੇ ਮਤਲਬ ਟੈਕਸਾਂ ਦੀ ਚੋਰੀ ਹੈ। ਸਰਵਿਸ ਟੈਕਸ ਉਹਦੇ ਉੱਤੇ, ਸਰਵਿਸ ਟੈਕਸ ਦੇ ਵਿੱਚ ਪੰਜਾਬ ਦਾ ਹਿੱਸਾ ਹੈ, ਉਹਦੇ ਨਾਲ ਮੈਂ ਕਿਹਾ ਮੈਂ ਰਿਕਵਰ ਕਰ ਦੂੰ, ਮੈਨੂੰ ਕਾਨੂੰਨ ਬਣਾਉਣ ਦਿਓ। ਐਂਟਰਟੇਨਮੈਂਟ ਟੈਕਸ 1 ਰੁਪਈਆ ਲਾਣ ਦਿਓ। 1 ਰੁਪਈਆ ਕੀ ਹੁੰਦਾ ਹੈ? 1 ਰੁਪਈਆ ਤੇ ਲੋਕਾਂ ਕੋਲ ਹੈ ਵੀ ਨਹੀਂ ਅੱਜ। ਮੈਂ ਕਿਹਾ ਇਹ ਇੱਕ ਫਾਰਮੈਲਿਟੀ ਆ, ਮੈਨੂੰ ਕੰਪਿਊਟਰ ਨੂੰ ਹੱਥ ਪਾ ਲੈਣ ਦਿਓ ਤੇ ਕੰਪਿਊਟਰ ਨੂੰ ਹੱਥ ਪਾ ਭਜਾ ਦੂੰ ਮੈਂ ਕਿਹਾ ਇਹ ਪੰਜਾਬ ਦੇ ਪੈਸੇ ਨੇ। ਆਖੇ ਜੀ ਕਾਨੂੰਨ ਕਿੱਥੇ? ਮੈਂ ਆ ਚੁੱਕੂ, ਕਾਨੂੰਨ ਬਣਿਆ ਪਿਆ, LR ਦੇ ਭੇਜਤਾ। 6 ਮਹੀਨਿਆਂ ਬਾਅਦ ਆਇਆ, ਕਹਿੰਦੇ ਜੀ ਇਹ ਤਾਂ ਪ੍ਰੈਜ਼ੀਡੈਂਟ ਕੋ ਭੇਜਣਾ ਪਊ। ਮੈਂ ਕਿਹਾ ਪ੍ਰੈਜ਼ੀਡੈਂਟ ਕੋ ਭੇਜਣ ਦਾ ਮਤਲਬ ਤਾਂ ਵਾਪਸ ਨਹੀਂ ਆਉਣਾ, ਇਹਦਾ ਮਤਲਬ ਇਹ ਕੌਨਕਰੈਂਟ ਲਿਸਟ ਦੇ ਵਿੱਚ ਇਹ ਕਲੈਸ਼ ਹੋ ਗਿਆ ਸਾਡਾ ਸਟੇਟ ਦੀ। ਕਹਿੰਦੇ ਹਾਂ ਇਹਦੇ 3 ਸਾਲ ਕੈਦ। ਮੈਂ ਕਿਹਾ ਹੋਰ ਇਨਾਮ ਦੇ ਆ ਚੋਰੀ ਦੇ, 3 ਸਾਲ ਨਾ ਕਰੋ ਕੈਦ, 2.5 ਕਰ ਦਿਓ, ਪ੍ਰੈਜ਼ੀਡੈਂਟ ਕੋ ਭੇਜਣਾ। ਕਹਿੰਦਾ ਚਲੋ ਠੀਕ ਹੈ ਜੀ, ਕੈਬਨਿਟ 'ਚ ਚੱਲ ਮੈਂ ਫਿਰ ਭੇਜਤਾ। ਉਹ LR ਦੇ ਗੇੜੇ ਕੱਢੀ ਗਿਆ, 2 ਸਾਲਾਂ ਦੇ ਗੇੜੇ ਕੱਢੀ ਗਿਆ। ਨਵਜੋਤ ਸਿੰਘ ਸਿੱਧੂ ਪੁੱਛੇ ਰੋਜ਼ ਦੱਸੋ ਮਤਲਬ ਕੀ ਹੈ ਸਿਸਟਮ? ਕਹਿੰਦਾ ਨਹੀਂ ਤੂੰ ਦੇਖ ਸਹੀ ਮੈਂ ਕੀ ਕਿਹਾ। ਵਿਜ਼ਨ ਬਣਾਈ ਡਿਪਾਰਟਮੈਂਟ ਦੀ, ਐਡਵਰਟਾਈਜ਼ਮੈਂਟ ਪਾਲਿਸੀ ਬਣਾਈ, ਜਿੱਥੇ ਲੁਧਿਆਣਾ 62 ਲੱਖ ਰੁਪਏ ਕਮਾਈ, ਉਸੇ ਸਾਲ 35 ਕਰੋੜ। ਕਿੰਨੇ ਗੁਣਾ ਹੋ ਗਿਆ ਹਿਸਾਬ ਲਾ ਲੈ। ਤੇ ਕਿੰਨੀ ਕੁ ਚੋਰੀ ਚੱਲਦੀ ਹੋਣੀ ਮੈਨੂੰ ਦੱਸ ਲੈ ਤੂੰ। ਕਿਨੇ ਸ਼ਹਿਰਾਂ ਦਾ ਮਿੱਠਾ ਪਾਣੀ, ਮੈਂ ਕਿਹਾ ਮੂਲਭੂਤ ਸੁਵਿਧਾ 10,000 ਕਰੋੜ ਰੁਪਏ ਭਾਈ। ਬਰਥ ਸਰਟੀਫਿਕੇਟ, ਡੈਥ ਸਰਟੀਫਿਕੇਟ ਆਨਲਾਈਨ, ਘਰੇ ਬੈਠੇ ਨਕਸ਼ੇ ਬਦਲਾਉਣੇ ਘਰ ਆਨਲਾਈਨ। 80% ਲੋਕਾਂ ਨੇ ਨਕਸ਼ੇ ਨਹੀਂ ਬਣਾਏ, ਆਨਲਾਈਨ ਕਰੋ ਸਾਰਾ ਕੁਝ ਹੈ। ਸਰਕਾਰ ਤਾਂ ਜਿਹੜਾ ਕੁਝ ਕਰ ਰਹੀ ਹੈ, ਮੈਂ ਕਿਹਾ ਵਿਰੋਧੀ ਧਿਰਾਂ ਵੀ ਫਿਰ ਕਟਾਰੇ ਚ ਨੇ। ਕਿਹਾ ਮੇਰੀ ਇੱਕ ਗੱਲ ਨੂੰ ਸੁਣ, ਇਹ ਕਿਸੇ ਹੋਰ ਨੇ ਕੀਤਾ ਦੱਸਣਾ, ਮੈਂ ਤਾਂ ਠਕਾ ਕੇ ਓਪਨ ਲੋਕਾਂ ਨੂੰ ਦੱਸਣ ਲੱਗ ਗਿਆ। ਠੀਕ ਹੈ? ਬਿਲਕੁਲ ਨਹੀਂ। ਸਭ ਤੋਂ ਵੱਧ ਦੁੱਖ ਹੋਇਆ ਅੰਕੀ ਸਾਹਿਬ, ਮੈਂ ਇੱਕ ਇਨਸਾਨ, ਮੈਂ ਕੋਈ ਸੰਪੂਰਨ ਨਹੀਂ, ਤੇ ਮੇਰੇ ਵੀ ਵਲਵਲੇ ਨੇ, ਮੇਰੇ ਵੀ ਅਰਮਾਨ ਨੇ। ਕਾਹਦੇ ਲਈ ਸੀ ਅਰਮਾਨ? ਮੈਂ ਜਦੋਂ ਪਹਿਲੀ ਵਾਰ ਅੰਮ੍ਰਿਤਸਰ ਗਿਆ ਤੇ ਛੋਟੇ ਜਵਾਕ 1.25 ਲੱਖ ਤੇ ਜਿਤਾਇਆ ਅੰਮ੍ਰਿਤਸਰ ਨੇ। ਜੁੱਤੀ ਦੀ ਧੂੜ ਚੁੱਕ ਕੇ ਮੱਥੇ ਨੂੰ ਲਾਣਾ ਹਮੇਸ਼ਾ। ਅਹਿਸਾਨ ਫਰਾਮੋਸ਼ ਬੰਦੇ ਦਾ ਬੋਝ ਧਰਤੀ ਚੁੱਕਦੀ ਨਹੀਂ। ਛੋਟੇ ਜਵਾਕ ਮੈਨੂੰ ਕਹਿਣ ਕਿ ਸਿੱਧੂ ਸਾਹਿਬ ਸਾਨੂੰ ਖੇਡਣ ਨੂੰ ਗਰਾਊਂਡ ਦਿਓ। ਜਦੋਂ ਵੀ ਅਸੀਂ ਕਿਸੇ ਦੇ ਗਰਾਊਂਡ ਜਾਂਦੇ ਹਾਂ, ਅਸੀਂ ਚੋਰੀ ਛੁਪੀ ਖੇਡਦੇ ਹਾਂ, ਸਾਡੇ ਡਾਂਗਾ ਮਾਰਦੇ ਆ। ਸਾਨੂੰ ਗਰਾਊਂਡ ਨਹੀਂ ਅੱਖਾਂ ਪਾ। ਮੈਂ ਕਿਹਾ ਯਾਰ ਸਾਡੇ ਪਿਓ ਨੇ ਸਾਨੂੰ ਕਿੱਥੇ ਖਿਲਾਇਆ, ਕਹੇ ਜਿਹੇ ਇਹ ਬੱਚੇ। ਮੈਂ ਕਿਹਾ ਇਹਨਾਂ 'ਚ ਪਤਾ ਨਹੀਂ ਕੌਣ ਸਚਿਨ ਤੇਂਦੁਲਕਰ ਹੈ, ਕੌਣ ਉਹ ਹੈ ਕਿਹਨੇ ਕੀ ਬਣ ਜਾਣਾ ਹੈ। ਮੈਂ ਕਿਹਾ ਇਹ ਬਾਂਸ ਦੇ ਛੋਟੇ ਜਿਹੇ ਐਂ ਲਿਫੋ, ਬਾਂਸ ਦੇ ਛੋਟੇ ਜਿਹੇ ਪੇੜ ਨੂੰ ਐਂ ਲਿਫ ਜਾਂਦਾ ਤੇ ਵੱਡਾ ਹੋਵੇ ਐਂ ਟੁੱਟ ਜਾਂਦਾ। ਮੈਂ ਕਿਹਾ ਇਹਨਾਂ ਨੂੰ ਜਿਵੇਂ ਮਰਜ਼ੀ ਲਵਾ ਲਓ, ਇਹਨਾਂ ਦੇ ਵਲਵਲੇ ਦੇਖੋ। 35 ਏਕੜ ਜ਼ਮੀਨ ਅਖਬਾਰ ਕੇ ਉੱਥੇ ਰੱਖੀ। ਮੈਂ ਕਿਹਾ ਮੈਂ ਇੱਥੇ ਕੋਈ ਕੰਸਟਰਕਸ਼ਨ ਨਹੀਂ ਹੋਣੀ, ਇੱਥੇ ਅਕੈਡਮੀ ਬਣੇ। ਇਹਨਾਂ ਨੇ ਜ਼ੋਰ ਲਾਇਆ, 2 ਸੇਲ ਕਰਾਤੇ। ਮੈਂ ਫੇਰ ਠੋਕ ਦੇ ਵਕੀਲ ਬੁਲਾ ਕੇ ਨਾਲ 12 ਏਕੜਾਂ ਦੇ ਬਾਗ ਬਣਾਇਆ ਅੰਮ੍ਰਿਤ ਪਾਰਕ। ਠੀਕ ਹੈ? ਪੁਲ 5 ਪੁਲ 150 ਕਰੋੜ ਰੁਪਇਆ ਨੱਥੀ ਕਰਕੇ ਪਿਊਸ਼ ਗੋਇਲ ਤੋਂ 25 ਸਾਲ ਦੀਆਂ ਪਰਮਿਸ਼ਨਾਂ ਠਾਂ ਲਾ ਕੇ ਦਿੱਤੀਆਂ। ਰੇਲਵੇ ਤੋਂ ਜ਼ਮੀਨ ਅਖਬਾਰ ਕੇ ਪੜਾ ਕੇ ਹੱਥ ਛੁੜਾਇਆ। ਬੁਲਾਇਆ ਸਿਸਟਮ ਨੂੰ, ਬੁਲਾ ਕੇ ਕਿਹਾ ਦੱਬੋ ਜੀ ਬਟਨ, ਪਿੱਛੇ ਕੱਢਦਾ ਬਟਨ ਦੱਬਿਆ, ਕ੍ਰੈਡਿਟ ਸਿੱਧੂ ਨੂੰ ਮਿਲਦਾ, ਰੋਕ ਦਿਓ। ਉਹ ਬਾਦਲ ਵੇਲੇ ਮੈਂ ਭੁੱਖ ਹੜਤਾਲ ਤੇ ਬੈਠਿਆ, ਛੋਟੇ ਭਾਈ ਇਹਨਾਂ ਹੀ ਪੁਲਾਂ ਲਈ। ਇਹ ਸਿਸਟਮ
ਇਹ ਕਿੱਥੇ ਟੱਕਰਾਂ ਮਾਰੋਗੇ ਤੁਸੀਂ? ਮਤਲਬ ਤੂੰ ਸਮਝਦਾ ਨਹੀਂ ਚੀਜ਼ ਕੀ ਹੈ ਇਹ, ਮਤਲਬ ਮਤਲਬ ਤੂੰ ਆਈਡੀਆ ਨਹੀਂ ਹੈ ਕਿ ਇਹ ਲੜਾਈ किस तरह लड़नी पैनी है और किस जबरदस्त तरीके नाल मैं लड़ी है। ठीक है, भुख हड़ताल ते बैठा, मैं कहा मैं दही दाह ते लाऊं, मैं कहा मेरी दही दाह दे उत्ते सवेरे मैं फास्ट अनटू डेथ। बादल कंबन लगे, रात दे 10 बजे एक प्रेस नोट इशू होया भी पंजे पुल बन गए, तुहानूं पता होना याद है तुहानूं? ठीक है, पंजे पुल बने, असी खुश जी, असी भुख हड़ताल ते बैठे ही नहीं सवेरे। ये चालां हुंदियां इन्हां दियां। ठीक है, वो 6 महीनों के विच एक लॉलीपॉप सी, ਉਹਦੇ ਚੋਂ ਨਿਕਲਿਆ ਹੀ ਕੁਛ ਨਹੀਂ। ਚਲੋ ਜੀ ਸਾਡੀ ਸਰਕਾਰ ਹੈ, ਪ੍ਰਸ਼ਾਂਤ ਕਿਸ਼ੋਰ ਬਿਲਕੁਲ 60 ਵਾਰ ਆਇਆ, ਮੇਰੀ ਆਉਂਦਾ ਹੀ ਨਹੀਂ। ਮੈਂ ਕਿਹਾ ਮੇਰਾ ਏਜੰਡਾ ਇਹ ਹੈ ਮਿੱਤਰਾ, ਆ ਮੇਰਾ ਏਜੰਡਾ ਹੈ, ਜੇ ਪੂਰਾ ਕਰੇ ਦੱਸ। ਜਿਹੜੀ 40 ਸੀਟਾਂ ਵਾਲੀ ਗੱਲ ਤੋਂ ਹੀ ਪ੍ਰਸ਼ਾਂਤ ਕਿਸ਼ੋਰ ਬਿਲਕੁਲ ਪ੍ਰਸ਼ਾਂਤ ਕਿਸ਼ੋਰ ਕਹਿੰਦਾ ਜੀ, ਉਹ ਕਹਿੰਦਾ ਮਹਾਰਾਜ ਮੈਂ 60 ਵਾਰ ਕਿਉਂ ਆਉਣਾ। ਬੰਦੇ ਤੇ ਵਿਸ਼ਵਾਸ ਕਰਨ ਨੂੰ ਜੀ ਕਰਦੇ, ਤੂੰ ਗੱਲ ਕਰਦਾ ਨਾ ਬੰਦਾ ਲੱਗਦਾ ਯਾਰ ਇਹ ਬਿਲਕੁਲ ਸਹੀ। ਔਰ ਦੇਖੋ ਉਹਨੇ ਥੋੜਾ ਨਾ ਚਲਾਉਣੀ ਸੀ ਸਰਕਾਰ, ਜੇ ਉਹਨੇ ਕੋਈ ਵਾਅਦੇ ਕਰਾਏ ਸੀਗੇ ਪੂਰੇ ਕਿਹਨੇ ਕਰਨੇ ਸੀ ਭਾਈ। ਤੇ ਜੇ ਤੁਹਾਨੂੰ ਲੱਗਦਾ ਸੀ ਵੀ ਚਾਦਰ ਤੋਂ ਬਾਹਰ ਮਤਲਬ ਪੈਰ ਜਾਂਦੇ ਆ ਤੇ ਸਿਰਫ ਸੱਤਾ ਲੈਣ ਲਈ, ਲੋਕਾਂ ਦਾ ਮੂਰਖ ਬਣਾਉਣ ਲਈ, ਨਵਜੋਤ ਸਿੰਘ ਸਿੱਧੂ ਨੇ ਕਦੇ ਕੋਈ ਜ਼ੁਬਾਨ ਦਿੱਤੀ ਹੋਵੇ ਤੋਂ ਫਿਰਿਆ ਹੋਵੇ, ਅੰਮ੍ਰਿਤਸਰ ਨੂੰ ਜ਼ੁਬਾਨ ਦਿੱਤੀ 15 ਸਾਲ ਨਹੀਂ ਮੁੜੇ। ਗੱਲ ਨੂੰ ਸਮਝੋ, ਇਹ ਜ਼ੁਬਾਨ ਦਾ ਹੀ ਮੁੱਲ ਹੈ, ਇਸੇ ਦਾ ਭਰੋਸਾ ਹੈ। ਅੰਮ੍ਰਿਤਸਰ ਤੋਂ ਮੁੜਨ ਦੀ ਗੱਲ ਕੀਤੀ, ਪਟਿਆਲੇ ਦੇ ਵਿੱਚ ਰਹਿਣ ਤੇ ਵੀ ਤੁਹਾਡੀ, ਮੈਂ ਕਿਹਾ ਇਹ ਜਿਹੜੀ ਰਹਿਣ ਦੀ ਵੀ ਇਹਨੂੰ ਸਮਝਾਉਂ, ਉਹ ਅੱਜ ਤੱਕ ਨਹੀਂ ਬਣੀ ਪੁਲ। ਇਹ ਸਿਸਟਮ ਦੀ ਨਾ ਗੱਲ ਸਮਝ। ਇਹ ਜਿਹੀਆਂ ਕਿੰਨੀਆਂ ਚੀਜ਼ਾਂ, ਡਰੱਗਸ, ਰਿਪੋਰਟ ਕੋਲ ਹੈ, ਟੈਲੀਵਿਜ਼ਨ ਦਾ ਚੈਨਲ, ਨੈਸ਼ਨਲ ਚੈਨਲ ਚੀਕਾ ਮਾਰਦਾ ਹੈ, ਹਾਂਜੀ ਮੰਤਰੀ ਪ੍ਰੈਸ ਕਾਨਫਰੰਸ ਕਰ ਰਿਹਾ ਹੈ, ਭੋਲਾ ਸੜਕ ਤੇ ਖੜਾ ਕਹੀ ਜਾਂਦਾ ਵੀ ਉਹ ਆਹ ਬੰਦਾ ਹੈ, ਇਹਨੇ ਸਾਨੂੰ ਕਿਹਾ ਸੀਗਾ, ਨਾਂ ਲੈ ਕੇ ਕਹੀ ਜਾਂਦਾ ਹੈ। ਉਹ ਬਿੱਟੂ ਔਲਖ ਕਹਿੰਦਾ ਯਾਰ ਸਾਨੂੰ ਤਾਂ ਪਤਾ ਹੀ ਕੁਛ ਨਹੀਂ ਸੀ, ਇਹ ਸਿੰਥੈਟਿਕ ਡਰੱਗ ਤੇ ਸਾਨੂੰ ਇਹ ਇਸ ਬੰਦੇ ਨੇ ਕਿਹਾ ਸੀਗਾ, ਸਾਨੂੰ ਤਾਂ ਸਾਡਾ ਤਾਂ ਕਸੂਰ ਹੀ ਕੋਈ ਨਹੀਂ, ਸਾਨੂੰ ਤਾਂ ਪਤਾ ਹੀ ਨਹੀਂ, ਇਹਦੇ ਕਰਕੇ ਆਏ ਹਾਂ ਅਸੀਂ। ਤੇ ਜੇ ਅਸੀਂ ਕਸੂਰਵਾਰ ਹਾਂ ਬਰਾਬਰ ਦਾ ਇਹ ਮਜਬੂਰੀ ਕੀ ਹੈ? ਮੇਰੀ ਗੱਲ ਨੂੰ ਸੁਣ ਯਾਰ, ਤੈਨੂੰ ਕੀ ਕਿਹਾ ਇਹ ਯੂ ਸਕ੍ਰੈਚ ਮਾਈ ਬੈਕ ਆਈ ਸਕ੍ਰੈਚ ਯੋਰ ਬੈਕ। ਗੱਲ ਨੂੰ ਸਮਝ, ਇਹਦਾ ਮਤਲਬ ਕੀ ਕਿ ਇੱਕ ਦੂਜੇ ਦੇ ਬਿਜ਼ਨਸ ਇੰਟਰਸਟ ਪੂਰੀ ਤਰ੍ਹਾਂ ਪ੍ਰੋਟੈਕਟ ਕਰਨੇ ਆ। ਹੁਣ ਮੇਰੀ ਵਾਰੀ, ਹੁਣ ਤੇਰੀ ਵਾਰੀ, ਲੋਕਾਂ ਦਾ ਮੂਰਖ ਬਣਾਈ ਜਾਣਾ ਹੈ। ਨਹੀਂ ਸਿੱਧੂ ਸਾਹਿਬ, ਹੋ ਸਕਦਾ ਕਿ ਬਾਦਲ ਪਰਿਵਾਰ ਦੀ ਮਜਬੂਰੀ ਹੋਵੇ, ਚਲੋ ਆਪਾਂ ਸਿੱਧਾ ਨਾਂ ਲੈਂਦੇ ਹਾਂ, ਚਲੋ ਇੱਕ ਪਰਿਵਾਰ ਦੀ ਮਜਬੂਰੀ ਹੋਵੇ, ਰਾਜੇ ਦੀ ਤਾਂ ਕੋਈ ਮਜਬੂਰੀ ਨਹੀਂ, ਰਾਜਾ ਤਾਂ ਰਾਜਾ, ਉਹਨੂੰ ਕੀ ਫਿਰ ਇਹਨਾਂ ਦਾ ਸਾਥ ਦੇਣ ਦੀ ਲੋੜ ਹੈ ਇਹੋ ਜਿਹੇ ਕੰਮਾਂ 'ਚ? ਉਹ ਜ਼ਮਾਨੇ ਗਏ ਅਣਖੀ ਸਾਹਿਬ ਕਿ ਕਿਸੇ ਨੂੰ ਰਾਜਾ ਕਹਿ ਸਕੋ। ਸਰਦਾਰ ਪਟੇਲ ਨੇ ਮਟੇ ਤੇ ਉਹ ਮਟਾਤੀਆਂ ਉਹਨੇ, ਰਿਆਸਤਾਂ ਰੁਸਤਾਂ ਸਭ ਚੱਕਤੀਆਂ। ਰਾਜਾ ਕੌਣ ਹੈ? ਮਤ ਪੇਟੀ ਦੇ ਗਰਭ ਚੋਂ ਨਿਕਲਦਾ ਰਾਜਾ। ਅੱਜ ਕੱਲ੍ਹ ਲੋਕ ਬਣਾਉਂਦੇ ਰਾਜਾ, ਜ਼ਮਾਨਤਾਂ ਵੀ ਜ਼ਬਤ ਕਰਾ ਦਿੰਦੇ। ਰਾਜੇ ਤੁਸੀਂ, ਰਾਜੇ ਉਹ ਜਿਹੜਾ ਆਮ ਬੰਦਾ ਹੈ ਸੜਕਾਂ ਦੇ ਤੁਰ ਕਿਤੇ ਕੀ ਪਟਿਆਲੇ ਤੋਂ ਤੁਸੀਂ ਤਾਂ ਨਹੀਂ ਜ਼ਮਾਨਤ ਜ਼ਬਤ ਕਰੋ? ਗੱਲ ਨੂੰ ਸੁਣੋ, ਇੱਕ ਧਿਆਨ ਨਾਲ ਗੱਲ ਨੂੰ ਸਮਝ ਲੈ ਮੇਰੀ। ਸਿੱਧੂ ਵਚਨਾਂ ਦਾ ਪੱਕਾ ਹੈ। ਜੇ ਗੁਰੂ ਘਰ ਸਿੱਧੂ ਨੇ ਛੱਡਣਾ ਹੁੰਦਾ, ਇਹਨੂੰ ਸਮਝਣਾ ਚਾਹੀਦਾ, ਤੇ ਫਿਰ ਮੈਂ INB ਮਿਨਿਸਟਰ ਨਾ ਹੁੰਦਾ, ਫਿਰ ਮੈਂ MP ਛੱਡਦਾ। ਕੌਣ ਛੱਡਦਾ MP ਮੈਨੂੰ ਦੱਸ। ਔਰ ਮੋਦੀ ਦੀ ਵੇਵ 'ਚ ਮੈਂ ਤੇ 3 ਇਲੈਕਸ਼ਨ ਛੋਟੇ ਭਾਈ ਉਦੋਂ ਜਿੱਤਿਆ ਜਦੋਂ ਸਰਦਾਰ ਮਨਮੋਹਨ ਸਿੰਘ ਦੀ ਵੇਵ ਹੁੰਦੀ ਸੀ। BJP ਦਾ ਕਦੇ MP ਨਹੀਂ ਬਣਿਆ 1964 ਤੋਂ ਬਾਅਦ। ਇਹਨਾਂ ਇੱਕ ਬਣਿਆ 11 ਮਹੀਨੇ, ਤੇ ਇੱਕ ਡਾਕਟਰ ਬਲਦੇਵ ਪ੍ਰਕਾਸ਼ ਬਣੇ ਸੀਗੇ, ਉਹ ਵੀ ਮੈਨੂੰ ਲੱਗਦਾ 1.5-2 ਸਾਲ ਹੀ ਉਹਦੇ ਲਈ ਰਹੇ ਸੀ ਐਮਰਜੈਂਸੀ ਦੇ ਦੌਰਾਨ। ਤੇ ਨਵਜੋਤ ਸਿੰਘ ਸਿੱਧੂ 3 ਵਾਰ 15 ਸਾਲ ਲੋਕ ਪਿਆਰ ਕਰਦੇ। ਮੇਰੀ ਗੱਲ ਸੁਣਨਾ, 3 ਵਾਰ MP। ਉਦੋਂ ਬਾਅਦ ਹਿੰਦੁਸਤਾਨ ਦਾ ਫਾਈਨੈਂਸ ਮਿਨਿਸਟਰ ਆਇਆ, 2 ਲੱਖ ਤੇ, ਠੀਕ ਹੈ। ਉਦੋਂ ਬਾਅਦ ਫੇਰ 2 ਵਾਰ ਮੰਤਰੀ ਆਇਆ, ਪੁਰੀ ਸਾਹਿਬ ਕਿੰਨੇ ਤੇ ਠੁਕੇ? 15% ਵੋਟ ਥੱਲੇ ਆਈ, ਪਾੜ ਕਰ ਦੂ 15%। ਤੇ ਪਹਿਲੇ ਇਲੈਕਸ਼ਨ ਦੇ ਵਿੱਚ ਕਿੰਨੇ ਬੰਦੇ ਸੀ? 16 ਜਿੱਤੇ। ਦੂਜੇ ਇਲੈਕਸ਼ਨ ਮੇਰੀ ਵਾਈਫ ਜਿੱਤੀ। ਉਸ ਤੋਂ ਪਹਿਲੇ 'ਚ ਕਿੰਨੇ ਸੀ? 18। ਹੁਣ ਕਿੰਨੇ ਜਿੱਤੇ? 2 ਐਤਕੀ 2 ਵੀ ਨਹੀਂ ਜਿੱਤੇ। ਸਵਾਲ ਇਹ ਹੈ ਕਿ ਇਹ ਵਿਸ਼ਵਾਸ, ਇਹ ਗੱਲਾਂ ਨੇ, ਇਹ ਮੈਂ ਇਹ ਜਾ ਕੇ ਹੰਡਾਇਆ। ਇਹ ਨੌਕਰੀਆਂ ਦੀ ਗੱਲ ਕਰਦੇ ਹੋ, ਮੇਰੇ ਪੁੱਤ ਨੇ ਅਸਿਸਟੈਂਟ ਐਡਵੋਕੇਟ ਜਾਂਦੀ ਪਹਿਲੇ ਦਿਨ ਛੱਡੀ, ਛੱਡੀ ਕਿ ਨਹੀਂ ਛੱਡੀ? ਇਸ ਕਰਕੇ ਮੈਂ ਇਹ ਡਰੱਗਸ ਦੇ ਮਾਮਲੇ ਦੇ ਉੱਤੇ ਉਹਨੂੰ ਕਿਹਾ ਭਾਈ ਰਿਪੋਰਟ ਹੈ ਹੁਣ ਤਾਂ STF ਦੀ, ਹਾਈ ਕੋਰਟ ਨੇ ਤੁਹਾਨੂੰ ਆਦੇਸ਼ ਦਿੱਤੇ ਐਕਸ਼ਨ ਲਓ। ਤੇ ਹੁਣ ਜੇ ਕੋਈ ਸਿਸਟਮ ਕਵੇ ਮੈਂ ਪੜ੍ਹੀ ਨਹੀਂ, ਯਾਰ ਮੰਨੂਗਾ ਕੋਈ? ਇਹ ਹੈਰਾਨੀ ਵਾਲੀ ਗੱਲ ਨਹੀਂ ਹੈ। ਇਹ ਡੈਲੀਬਰੇਟ ਉਹ ਨਹੀਂ ਹੈ। ਅਗਲਾ ਅੱਖ ਮੂੰਦ ਕੇ ਕਰੇ ਮੈਂ ਤਾਂ ਪੜ੍ਹੀ ਨਹੀਂ। ਉਹ ਭਾਈ ਹਾਈ ਕੋਰਟ ਨੇ ਤੁਹਾਨੂੰ ਭੇਜੀ ਹੈ, ਸਾਰਾ ਚੀਕਾਂ ਮਾਰਦਾ ਪੰਜਾਬ,
ਮਾਵਾਂ ਨੇ ਆਪਣੇ ਪੁੱਤ ਖੋਲੇ। ਇੱਕ ਸਰਦਾਰ ਭਾਗ ਸਿੰਘ ਬਟਾਲੇ, ਮੈਂ ਪਿੰਡਾਂ ਸੀਗਾ, ਉਹ ਕਹਿੰਦਾ ਬੇਟਾ ਮੈਂ ਟੈਂਕਾਂ ਮੂਹਰੇ ਖੜੋਤਾ, ਮੈਂ ਬੰਦੂਕਾਂ ਝੇਲੀਆਂ, ਤੋਪਾਂ ਝੇਲੀਆਂ, ਭਰਾਵਾਂ ਨਾਲ ਲੜਿਆ, ਜ਼ਮੀਨਾਂ ਦੇ ਝਗੜੇ ਲੜੇ, ਕਦੇ ਵੀ ਦੁੱਖ ਨਹੀਂ ਹੋਇਆ, ਲਾਲ ਸੁਰਖ ਜਿਹੜਾ। ਕਹਿੰਦਾ ਪਰ ਮੈਂ ਆਪਦੇ ਪੋਤੇ ਨੂੰ ਨਾਲੀ 'ਚ ਪਿਆ ਕਿੱਦਾਂ ਦੇਖਾਂ, ਬਚਾ ਲਾ ਹੋਵੇ। ਕਹਿੰਦਾ ਹੈਂ ਅਸੀਂ ਉਹੋ ਜਿਹੇ ਬੰਦਿਆਂ ਦੀ ਆਤਮਾ ਨੂੰ ਹੈਂ ਕਿੱਦਾਂ ਖਾਣ ਲਾ ਦਈਏ, ਕਿਸ ਤਰੀਕੇ ਦੇ ਨਾਲ ਬਿਟਰੇ ਕਰ ਦਈਏ, ਕਿਸ ਤਰ੍ਹਾਂ ਧੋਖਾ ਦੇ ਦਈਏ ਉਹਨਾਂ ਲੋਕਾਂ ਨੂੰ। ਹੈਂ ਦੱਸ ਅੰਕੀ ਸਾਹਿਬ, ਮੈਂ ਠੋਕ ਕੇ ਪ੍ਰੈਸ ਕਾਨਫਰੰਸ ਕਰਕੇ ਕਿਹਾ ਵੀ ਇਹਨੂੰ ਅੰਦਰ ਦੇਣਾ ਚਾਹੀਦਾ। ਇੱਕ ਉਦਾਹਰਨ ਸੈੱਟ ਹੋਣਾ ਚਾਹੀਦਾ ਹੈ ਸਾਰੀ ਦੁਨੀਆ ਦੇ ਸਾਹਮਣੇ, ਸਮਝਿਆ ਨਹੀਂ, ਸਾਰੀ ਦੁਨੀਆ ਦੇ ਸਾਹਮਣੇ ਹੋਣਾ ਚਾਹੀਦਾ ਵੀ ਐਸਾ ਜਗਨਿਆ ਅਪਰਾਧ ਕੋਈ ਨਾ ਕਰੇ। ਕੁੜੀ ਵੇਚ ਕੇ ਵਿਖਾਤਾ ਸਿੰਗਾਪੁਰ। ਕਦੇ ਫੇਸ ਟੂ ਫੇਸ ਉਹਨਾਂ ਨੂੰ ਕਿਹਾ ਹੋਵੇ ਕੈਪਟਨ ਸਾਹਿਬ ਨੂੰ ਵੀ ਮੁੱਖ ਮੰਤਰੀ ਸਾਹਿਬ ਆਪਾਂ ਵਾਅਦਾ ਕੀਤਾ ਸੀ ਕਿ ਆਪਾਂ ਪੂਰਾ ਕਰੀਏ? ਇੱਕ ਵਾਰ ਨਹੀਂ, ਤੇ ਜਵਾਬ ਕੀ ਆਇਆ? ਇੱਕ ਵਾਰ ਨਹੀਂ, ਕਿੰਨੀ ਵਾਰ ਜਾ ਕੇ ਐਲਾਨ ਕੀਤੇ, ਛੱਡਣਾ ਪ੍ਰੂਫ ਨਹੀਂ ਐਵੀਡੈਂਸ। ਹੋਰ ਐਵੀਡੈਂਸ ਕੀ ਚੜੀਏ, ਬਾਂਸ ਚੜ ਗਈ ਦੱਸਣਾ, ਉਹ ਨਹੀਂ ਕਰਨਾ। ਫਿਰ ਜਦੋਂ ਬੇਅਦਬੀ ਦਾ ਨਹੀਂ ਹੋਇਆ ਨਾ ਅਣਖੀ ਦਾ, ਫਿਰ ਤੇਰੀ ਗੱਲ ਦੇ ਉੱਤੇ ਆਉਣਾ ਇਹ ਨਾ, ਤੈਨੂੰ ਭੂਮਿਕਾ ਬੰਨ੍ਹਣੀ ਪਈ ਫਿਰ ਪੂਰੀ। ਆਧਾਰ ਤੋਂ ਬਣਾ ਨਹੀਂ ਹੁੰਦਾ, ਕੁਛ ਨਹੀਂ ਹੁੰਦਾ। ਜਦੋਂ ਬੇਅਦਬੀ ਤੇ ਆਈ, ਉਹ ਮੇਰੇ ਲਈ ਮੇਰੀ ਆਤਮਾ, ਮੇਰੀ ਕੌਨਸ਼ੀਅੰਸ, ਮੈਂ ਜਦੋਂ ਅੱਖ ਰਾਤ ਨੂੰ ਬੰਦ ਕਰਦਾ ਗੁਰੂ ਦਾ ਨਾਮ ਸਿਮਰਦੇ ਮੈਨੂੰ ਕਦੇ ਮੇਰੇ ਤੇੜੀ ਨਹੀਂ ਆਈ, ਪਤਾ ਹੀ ਨਹੀਂ ਲੱਗਦਾ ਕੁਛ। ਕਈ ਵਾਰ ਤਾਂ ਮੈਂ ਕੁਰਸੀ 'ਤੇ ਪਿਆ ਸੌਂ ਜਾਂਦਾ ਸਵੇਰ ਦੇ 4 ਵਜੇ, ਫਿਰ 4 ਵਜੇ ਉੱਥੇ ਫਿਰ ਸਿਮਰਦੇ ਫਿਰ ਸ਼ੁਰੂ ਕਰੀਏ ਗੱਲ ਨੂੰ। ਸਮਝ ਹੈਂ ਮਤਲਬ ਕੋਈ ਕਦੇ ਜ਼ਿੰਦਗੀ 'ਚ ਕੋਈ ਖੌਫ ਹੀ ਨਹੀਂ ਰਿਹਾ। ਕਿਉਂ? ਗੁਰੂ ਨੇ ਬੀਜ ਰੂਪੀ ਸ਼ਕਤੀ ਨੂੰ ਅੰਕੁਰਿਤ ਕੀਤਾ, ਅੰਦਰਲੀ ਪੋਟੈਂਸ਼ੀਅਲ। ਸਾਨੂੰ ਤਾਂ ਬੋਲਣਾ ਹੀ ਨਹੀਂ ਚਾਹੁੰਦੇ। ਸਕੂਲ 'ਚ ਅਣਖੀ ਸਾਹਿਬ, ਮੈਂ ਜਿੱਦਣ ਪ੍ਰੀਫੈਕਟ ਬਣਿਆ ਤੇ ਮੇਰਾ ਪ੍ਰਿੰਸੀਪਲ ਮੈਨੂੰ ਕਹਿੰਦਾ ਬੇਟਾ ਥੱਲੇ ਉਤਰ ਕੇ ਕਹਿਣਾ ਸਕੂਲ ਡਿਸਪਰਸ, ਤੂੰ ਪ੍ਰੀਫੈਕਟ ਬਣਿਆ ਤੈਨੂੰ ਆਨਰ ਦੇਣਾ। ਮੇਰੀਆਂ ਟੰਗਾਂ ਕੰਬਣ ਕਟ ਥੱਲੇ ਉਤਰਿਆ ਸਕੂਲ ਦੇ ਸਾਹਮਣੇ, ਕਿ ਸਕੂਲ ਠਾ ਬੇਹੋਸ਼ ਹੈ ਉਹ ਪਿਆ। ਮਾਸਟਰ ਨੇ ਕਹਿਣਾ ਵੀ ਡੈਕਲੇਮੇਸ਼ਨ ਕੰਟੈਸਟ ਹੈ ਭਾਈ, ਡਿਬੇਟ 'ਚ ਹਿੱਸਾ ਲੈਣ ਆਉਣਾ। ਅਸੀਂ 3 ਦਿਨ ਦੀ ਛੁੱਟੀ ਲੈ ਲੈਣੀ ਸਿੱਖ ਲਈ। ਇੰਨਾ ਡਰ ਲੱਗਦਾ ਸੀ ਸਟੇਜ 'ਤੇ ਚੜ੍ਹਨ ਤੋਂ। ਜਦੋਂ ਉਹਨੂੰ ਸਿਮਰਿਆ ਤੇ ਇਹ ਗਿਆਤ ਹੋਇਆ ਕਿ ਸੈਲਫ ਬਿਲੀਫ ਕੀ, ਆਤਮ ਵਿਸ਼ਵਾਸ ਕੀ, ਆਤਮਾ ਨਾਲ ਸੰਪਰਕ। ਜਦੋਂ ਇਹ ਸੰਪਰਕ ਟੁੱਟਦਾ, ਸੰਦੇਹ ਪੈਦਾ ਹੁੰਦਾ। ਸਾਡੇ ਸੰਦੇਹ ਹੀ ਕੋਈ ਕੱਖ ਦਾ ਸੰਦੇਹ ਨਹੀਂ, ਕੁਛ ਖੋਣ ਦਾ ਖਤਰਾ ਨਹੀਂ। ਜਦੋਂ ਉਸ ਗੁਰੂ ਨੂੰ, ਮੇਰੀ ਆਤਮਾ ਨੂੰ ਆਗਾਤ ਹੋਇਆ, ਫਿਰ ਮੈਂ ਆਵਾਜ਼ ਚੁੱਕੀ, ਮੈਂ ਕਿਹਾ ਨਹੀਂ ਇਹ ਨਹੀਂ ਹੁੰਦਾ। ਕਦੇ ਮੰਗਿਆ ਅੰਮ੍ਰਿਤਸਰ 'ਚ, ਤੁਸੀਂ ਅੰਮ੍ਰਿਤਸਰ 'ਚ ਜਾ ਕੇ ਪੁੱਛੋ ਕਦੇ ਕਿਸੇ ਤੋਂ ਵੋਟਾਂ ਮੰਗੀਆਂ? ਸੌਦੇਬਾਜ਼ੀ ਆ ਅੰਮ੍ਰਿਤਸਰ 'ਚ। ਜਿਸ ਦਿਨ ਪਹਿਲੀ ਵਾਰ ਆਏ ਮੈਂ ਕਿਹਾ ਮੈਨੂੰ ਆਪਣਾ ਬਣਾ ਲਓ। ਮੈਂ ਗੁਰੂ ਦੇ ਕੋਲ ਵੀ ਜਦੋਂ ਝੁਕਦਾ ਮੈਨੂੰ ਕਹਿੰਦਾ ਮੈਨੂੰ ਆਪਣਾ ਬਣਾ ਲੈ, ਮੈਨੂੰ ਆਪਣਾ ਬਣਾ ਲੈ, ਕੁਛ ਨਹੀਂ ਚਾਹੀਦਾ, ਸੁੱਖ ਦੁੱਖ ਦਾ ਸਾਂਝਾ। ਤੁਸੀਂ ਰੱਬ ਹੋ, ਤੁਹਾਨੂੰ ਵੀ ਕਹਿੰਦਾ ਆਪਣਾ ਬਣਾ। ਇਸੇ ਤੇ ਲੋਕਾਂ ਨੂੰ 1.25 ਲੱਖ ਵੋਟਾਂ ਦਿੱਤੀ ਦਿੱਤਾ। ਜਿਹਨੇ ਕਦੇ ਕੁਛ ਮੰਗਿਆ ਨਹੀਂ ਉਹਨੇ ਤੇਰੀ ਝੋਲੀ ਅੱਡੀ। ਸਮਝ ਇਸ ਗੱਲ ਨੂੰ, ਝੋਲੀ ਅੱਡੀ ਤੇਰੇ ਕੋਲ। ਕਿ ਅਸੀਂ ਤਾਂ ਨਹੀਂ ਕੋਈ ਡਰਾਮਾ ਕਰਦੇ ਤੇਰੇ ਵਾਂਗ। ਝੋਲੀ ਅੱਡੀ ਤੇਰੇ ਕੋਲ। ਜਾਂ ਤਾਂ ਇਹ ਕਹਿ ਵੀ ਕੋਈ ਅਣਖ ਹੋਵੇ ਜਾਂ ਕੋਈ ਹੰਕਾਰ ਹੋਵੇ। ਇੱਕ ਤੱਥ ਪੇਸ਼ ਕੀਤਾ ਹੈ, CCTV ਫੁਟੇਜ ਦਿੱਤੀ 4 ਕੈਮਰਿਆਂ ਦੀ, ਇਹ ਕਹਿੰਦੇ ਸੀ ਹੈ ਹੀ ਕੋਈ ਐਵੀਡੈਂਸ ਹੀ ਨਹੀਂ। ਐਵੀਡੈਂਸ ਦਿੱਤੇ, ਉਹਨਾਂ ਲੋਕਾਂ ਦੇ ਕੋਲ ਜਾ ਕੇ ਦੁੱਖ ਹੰਡਾਇਆ, ਮਤਲਬ ਆਪ ਮਹਿਸੂਸ ਕੀਤਾ। ਉਹ ਇੱਥੇ ਆਏ ਮੇਰੇ ਕੋਲ ਘਰੇ ਅੰਮ੍ਰਿਤਸਰ ਹੈ, ਤੁਸੀਂ ਵੇਖਿਆ ਨਾ, YouTube ਦੇ ਉੱਤੇ ਚਲੇ ਜਾਓ ਦੇਖ ਲਓ। ਉਹਨਾਂ ਨੇ ਗੁਹਾਰ ਲਾਈ ਠੋਕ ਕੇ ਮੇਰੇ ਲਈ, ਹੋਰ ਅਨਾਜ ਲੈ ਕੇ ਆਏ ਦੱਸ ਹੈ। ਤੇ ਉਦੋਂ ਬਾਅਦ ਜਦੋਂ ਇਹ ਬੇਅਦਬੀ ਦਾ ਇਨਸਾਫ ਨਹੀਂ ਹੋਇਆ, ਇਸ ਤੋਂ ਵੱਡੀ ਪ੍ਰਾਇਰਟੀ ਸੀ ਕੋਈ? ਤੇ ਆਪਣੀ ਕੁਰਸੀ ਬਚਾਉਣ ਨੂੰ ਬੇਅਦਬੀ ਯਾਦ ਆਈ। ਕੁਰਸੀ ਬਚਾਉਣ ਖਾਤਰ ਅੱਜ ਵਿਧਾਇਕਾਂ ਦੇ ਮੁੰਡਿਆਂ ਨੂੰ ਨੌਕਰੀਆਂ ਦੇਣੀਆਂ, ਨਿੱਜੀ ਸਵਾਰਥਾਂ ਲਈ। ਉਹ ਗੁਰੂ ਦਾ ਇਨਸਾਫ ਤਾਂ ਪਹਿਲੇ 6 ਮਹੀਨਿਆਂ 'ਚ ਹੋਣਾ ਚਾਹੀਦਾ ਸੀ। ਆਖੀ ਸਾਹਿਬ ਇੱਥੇ ਅੱਜ ਕੋਈ ਜੁਰਮ ਹੋ ਜੇ, ਇੰਸਪੈਕਟਰ ਇਨਸਾਫ ਦਿੰਦੇ ਨਾ, ਸਿੱਟਾਂ ਬਣਾਉਂਦੇ ਹੈ। ਤੇ ਜਦੋਂ ਤੁਸੀਂ 3-4 ਸਿੱਟਾਂ ਬਣਾ ਦਿੰਦੇ ਹੋ, ਕੋਰਟ ਤੋਂ ਰਿਜੈਕਟ ਕਰਾ ਦਿੰਦੇ ਹੋ, ਐਵੀਡੈਂਸ ਹੀ ਇੰਨਾ ਕਮਜ਼ੋਰ ਹੋ ਜਾਂਦਾ, ਤੇ ਮੁਜਰਮ ਦੀ ਜਿਹੜੀ ਡਿਫੈਂਸ ਹੈ ਉਹ 100 ਗੁਣੇ ਤਕੜੀ ਹੋ ਜਾਂਦੀ। ਬਿਲਕੁਲ ਅਸੀਂ ਤਾਂ ਵਕੀਲ ਹਾਂ, ਮੈਨੂੰ ਤਾਂ ਪਤਾ ਹੈ ਇਹ ਕੀ ਨਹੀਂ ਕਰਨਾ ਸੀ ਭਾਈ। ਜਦੋਂ ਇਹ ਹੋਇਆ ਫਿਰ ਮੈਂ ਕਿਹਾ ਹੁਣ ਮੇਰੀ ਨਾ ਹੋਵੇ। ਔਰ ਇਹ ਮੈਂ ਇੱਕ 10ਵਾਂ ਹਿੱਸਾ ਵੀ ਨਹੀਂ ਦੱਸਿਆ ਜਿੰਨਾ ਕੁਛ ਮੈਂ ਲੈ ਕੇ ਗਿਆ। ਉੱਥੇ ਇੱਕ ਚੀਫ ਮਿਨਿਸਟਰ ਦੇ ਆਫਿਸ ਹੁੰਦਾ, ਸਟੈਂਡਿੰਗ ਆਰਡਰ, ਮਿਨਿਸਟਰੀਆਂ ਗੁਲਾਮ ਬਣਾਤੀ, ਲੈਜਿਸਲੇਚਰ ਖਤਮ ਕਰਤਾ। ਸਟੈਂਡਿੰਗ ਆਰਡਰ ਦਾ ਮਤਲਬ ਹੈ ਇਹ ਫਾਈਲ ਮੁੱਖ ਮੰਤਰੀ ਕੋਲ ਜਾਏਗੀ, ਜਾਏਗੀ ਤੇ ਕੰਮ ਹੋਊਗਾ, ਨਹੀਂ ਤਾਂ ਨਹੀਂ ਹੋਏਗਾ। ਅਸੀਂ ਤਾਂ ਸ਼ਿਕਾਇਤ ਕੀਤੀ ਕੋਈ ਨਹੀਂ, ਅਸੀਂ ਤਾਂ ਲੜੇ ਹਾਂ ਔਰ ਠੋਕ ਕੇ ਲੜੇ ਹਾਂ। ਗੱਲ ਨੂੰ ਸੁਣ। ਉਸ ਤੋਂ ਬਾਅਦ ਫਿਰ ਮੈਂ ਕਿਹਾ ਹੁਣ ਮੇਰੀ ਨਾ ਹੈ,
ਲਿਖਿਆ ਨਾ ਜਦੋਂ ਮੇਰੀ ਨਾ ਹੁਣ ਮੈਂ ਕਿਹਾ ਮੈਂ ਇਸ ਸਿਸਟਮ ਨੂੰ ਰਿਜੈਕਟ ਕਰਦਾ। ਜਿਸ ਸਿਸਟਮ ਨੇ ਪੰਜਾਬ ਦੇ ਭਲੇ ਦੇ ਹਰ ਪ੍ਰਸਤਾਵ ਨੂੰ ਠੁਕਰਾਤਾ, ਮੈਂ ਠੋਕਰ ਮਾਰਦਾ ਹਾਂ। ਕਹਿੰਦੇ ਆਫਰਾਂ ਵੀ ਬਹੁਤ ਆਈਆਂ। ਮੈਂ ਕਿਹਾ ਆਫਰਾਂ ਤੂੰ ਛੱਡ ਦੇ ਗੱਲ ਬਸ। ਕਦੇ ਸਿਸਟਮ ਚਾਹ ਤੇ ਬੁਲਾਵੇ, ਕਦੇ ਸਿਸਟਮ ਕਹੇ ਮੇਰੇ ਨਾਲ ਰੋਟੀ ਖਾਓ, ਸਬਜ਼ੀ ਦੇਖੋ ਐ ਕੜਕ ਫਾਰਮ ਦੀ ਤੇ ਖਾਓ, ਆ ਖਾਓ, ਚਾਹ ਪੀਓ। ਫਿਰ ਸਿਸਟਮ ਨੇ ਪ੍ਰੈਸ ਕਾਨਫਰੰਸ ਕੀਤੀ, ਸਾਰੇ ਚਾਹੁੰਦੇ ਆ ਇਹ ਆਵੇ। ਨਾ ਸਾਰੇ ਚਾਹੁੰਦੇ ਆ ਵੀ ਸਿੱਧੂ ਸਾਹਿਬ ਹੋਣ। ਮੈਂ ਤਾਂ ਬਚਪਨ ਦਾ ਇਹਨੂੰ ਉਹ ਕਰਦਾ, ਮੈਂ ਤਾਂ ਪੁੱਤਾਂ ਆਵੇ ਸਿਸਟਮ ਕਹਿ ਰਿਹਾ। ਮੇਰੀ ਹਾਸੀ ਨਿਕਲੇ। ਮੈਂ ਕਿਹਾ ਹਲਾਲ ਕਰਨਾ ਚਾਹੁੰਦਾ, ਇਹਦਾ ਮਨਸੂਬਾ ਮੈਂ ਮੇਰੇ ਸੁਰਖਾਬ ਦੇ ਪਰ ਲੱਗੇ 1.5 ਸਾਲ 'ਚ, ਜਿਹੜੀ ਮੇਰੀ ਅੱਜ ਯਾਦ ਆਉਂਦੀ। ਹਾਂ, ਸਿੱਧੂ ਕੰਪੇਨ ਕਰੇ, ਕੰਪੇਨ ਕਰਕੇ ਜਿਤਾ ਦੇ, ਫਿਰ ਸ਼ੋਅ ਪੀਸ ਬਣਾ ਕੇ ਟੰਗ ਦੇ। ਮਾਈਨਿੰਗ ਵੀ ਉਵੇਂ ਚੱਲੂ, ਉਹ ਵੀ ਐਵੇਂ ਚੱਲੂ, ਇਹ ਵੀ ਐਵੇਂ ਚੱਲੂ। ਹੈ ਇਹ ਪੰਜਾਬ ਦੇ ਲੋਕਾਂ ਨਾਲ ਹੁਣ ਧਰੋ ਕਰਾ ਕੇ ਦਿਖਾਵੇ। ਸਿੱਧੂ ਸਾਹਿਬ ਮੇਰਾ ਇੱਕ ਸਵਾਲ ਆ, ਜਿਹੜੀ ਤੁਸੀਂ ਗੱਲ ਕਰ ਰਹੇ, ਮੈਨੂੰ ਬੜੇ ਚਿਰ ਤੋਂ ਦਿਮਾਗ ਚੱਲਦਾ ਕਿ ਜਦੋਂ ਸਿੱਧੂ ਚੁੱਪ ਕਰਦਾ 1.5 ਸਾਲ ਤਾਂ ਵੀ ਲੋਕਾਂ ਵਾਸਤੇ ਉਹ ਖਤਰਾ, ਤੇ ਜਦੋਂ ਸਿੱਧੂ ਬੋਲਦਾ ਫਿਰ ਵੀ ਲੋਕਾਂ ਵਾਸਤੇ ਖਤਰਾ। ਚੁੱਪ ਤੇ ਤਾਂ ਜ਼ਿਆਦਾ ਹੀ ਖਤਰਾ ਹੋ ਜਾਂਦਾ। ਚੁੱਪ ਤੇ ਜ਼ਿਆਦਾ ਖਤਰਾ। ਜਿਸ ਤਰ੍ਹਾਂ ਪਾਸ਼ ਦੀ ਕਵਿਤਾ ਨਾ ਕਿ ਸਭ ਤੋਂ ਖਤਰਨਾਕ ਹੁੰਦਾ ਹੈ ਮੁਰਦੇ ਹਨ ਸ਼ਾਂਤੀ ਦਾ ਭਰ ਜਾਣਾ। ਚੁੱਪ ਦੀ ਭਾਸ਼ਾ ਸਭ ਤੋਂ ਖਤਰ। ਤਾਂ ਇਹ ਕੀ ਕਰ ਕਿਆ ਬਾਤ ਹੈ। ਇਹ ਦੇਖੋ ਅਸੀਂ ਪਾਸ਼ ਪੜ੍ਹਦੇ, ਕਿਆ ਬਾਤ ਹੈ ਯਾਰ, ਇਹ ਦਿਲ ਖੁਸ਼ ਹੋ ਗਿਆ। ਦੇਖੋ ਇਹ ਨਾ ਤੇ ਚੁੱਪ ਤੋਂ ਡਰ ਲੱਗਦਾ ਯਾਰ, ਇਹ ਕਿਰਦਾਰਾਂ ਤੋਂ ਡਰ ਲੱਗਦਾ, ਲੋਕਾਂ ਦੇ ਵਿਸ਼ਵਾਸ ਤੋਂ ਡਰ ਲੱਗਦਾ। ਉਹ ਬੰਦਾ ਢਹਿ ਹੀ ਨਹੀਂ ਸਕਦਾ ਜਿਹੜਾ ਸੱਚ ਦੇ ਮਾਰਗ ਤੇ ਤੁਰਦਾ ਹੈ। ਸੱਚੇ ਮਾਰਗ ਚੱਲਿਆ ਉਸਤਤ ਕਰੇ ਜਹਾਨ। ਮੈਂ ਹਲਾ ਦੇ, ਮੈਨੂੰ ਪਤਾ ਸੱਚ ਦੇ ਮਾਰਗ ਦੇ ਉੱਤੇ ਨੀਵਾਂ ਨਹੀਂ ਕੋਈ ਕਰ ਸਕਦਾ। ਮੈਂ ਦਰਬਾਰ ਸਾਹਿਬ ਇੱਕ ਵਾਰ ਮੈਂ ਦੁਖੀ ਸੀ, ਹੁਣ ਤੇ ਕਦੇ ਦੁੱਖ ਨੇੜੇ ਹੀ ਨਹੀਂ ਆਉਂਦਾ, ਕਿਉਂਕਿ ਸਿਮਰਨ ਜੀ ਇੰਨੇ ਡੁੱਬੇ ਰਹਿੰਦੇ, ਪ੍ਰਵਾਹ ਹੀ ਨਹੀਂ ਆਵੇ। ਤਾਂ ਪਤਾ ਹੈ ਵੀ ਰਜ਼ਾ ਚ ਰਾਜ਼ੀ ਹਾਂ ਤੇਰੀ। ਮੈਂ ਦਰਬਾਰ ਸਾਹਿਬ ਗਿਆ ਦੁਖੀ, ਉੱਥੇ ਲਿਖਿਆ ਉੱਪਰ ਕੁੱਟੀ ਦੇ ਉੱਤੇ, ਉਹ ਜਦੋਂ ਮੈਂ ਅੰਦਰ ਗਿਆ ਉਹ ਜੁੱਤੇ ਜਾਤੇ ਜੇ ਰੱਖ ਕੇ ਸਾਈਡ ਦੇ ਉੱਤੇ ਲਿਖਿਆ, ਜਿਸ ਪੱਤ ਰੱਖੇ ਸੱਚਾ ਸਾਹਿਬ ਨਾਨਕ ਮੇਟ ਨਾ ਸਕੇ ਕੋਈ, him whom the great Lord protects no one shall dishonor। ਉਦੋਂ ਬਾਅਦ ਉਹਨੂੰ ਢਾਹ ਕੇ ਨਵਾਂ ਬਣਾਤਾ। ਮੈਂ ਜਦ ਵੀ ਜਾਂਦਾ ਉਹ ਲੱਭਦਾ, ਮੈਨੂੰ ਦੁਬਾਰਾ ਉਹ ਲੱਭਿਆ ਨਹੀਂ, ਪਰ ਉਹ ਮੇਰੇ ਦਿਲ ਦੇ ਅੰਦਰ ਚਿਣਿਆ ਹੋਇਆ। ਕੌਣ ਉਹਦੇ ਭਗਤ ਨੂੰ ਜ਼ਲੀਲ ਕਰ ਸਕਦਾ? ਕਦੇ ਜੋ ਹਰ ਕਾ ਪਿਆਰਾ ਉਹ ਸਭਨਾਂ ਦਾ ਪਿਆਰਾ, ਹੋਰ ਕੀਤੀ ਚੱਕ ਆਵੇ ਜਾ। ਮਾਨ ਸਮਾਨ ਘਰੇ ਚੱਲ ਕੇ ਆਏ, ਜਿਹੜਾ ਫਰਜ਼ਾਂ ਤੇ ਖੜਾ ਹੈ, ਜਿਹੜਾ ਧਰਮ ਤੇ ਖੜਾ ਹੈ। ਧਰਮ ਕੀ ਹੈ? ਅੰਖੀ ਸਾਹਿਬ ਭੁੱਖਿਆਂ ਨੂੰ ਰਜਾਣਾ, ਰੋਂਦਿਆਂ ਨੂੰ ਹਸਾਣਾ, ਮਾਲਾ ਫੇਰਨ ਨਾਲੋਂ ਕਿਤੇ ਚੰਗਾ। ਭੁੱਖਿਆਂ ਨੂੰ ਰਜਾਣਾ, ਰੋਂਦਿਆਂ ਨੂੰ ਹਸਾਣਾ, ਉਜੜਿਆਂ ਨੂੰ ਵਸਾਣਾ, ਸਮਾਜ ਦੀ ਰਾਹ ਦੇ ਹਰ ਰੋੜੇ ਨੂੰ ਹਟਾਉਣਾ। ਇਹੀ ਧਰਮ ਹੈ ਸਾਡੇ ਪਿਓ ਨੇ ਸਿਖਾਇਆ ਸੀ। ਕੋਈ ਦਰ ਦੇ ਉੱਤੇ ਆ ਜਾਏ, ਕਿਸੇ ਰੂਪ 'ਚ ਵੀ ਆ ਜਾਏ, ਰੱਬ ਦਾ ਸਰੂਪ ਹੈ, ਉਹਨੂੰ ਜਾਣ ਨਾ ਦੇਈ। ਐਡਾ ਤੌੜਾ ਬਣਾਉਂਦੀ ਸੀ ਮੇਰੀ ਮਾਂ। ਹੈ ਕੋਈ ਖਾਣਾ ਆ ਜਾਵੇ, ਉਹਨੂੰ ਜਾਣ ਨਾ ਦੇਈ। ਇਹ ਭਾਵਨਾ ਕਿਉਂ ਨਹੀਂ ਅਸੀਂ ਸ਼ਾਸਕ ਭਾਵ ਕਿਉਂ ਨਹੀਂ ਛੱਡਦੇ? ਅਸੀਂ ਸ਼ਾਸਕ ਭਾਵ, ਇਹ ਟੌਰ ਟੱਪਿਆਂ ਦੇ ਵਿੱਚ ਸ਼ਾਸਕ ਭਾਵ ਕਿਉਂ ਨਹੀਂ ਛੱਡਦੇ? ਕਿਉਂ ਨਹੀਂ ਲੋਕਾਂ ਨੂੰ ਗੱਲ ਨੂੰ ਲਾਉਂਦੇ? ਹੈ ਜੇ ਤੁਸੀਂ ਗੱਲ ਨੂੰ ਲਾਉਂਦੇ ਹੋ, ਅਗਲੇ ਜਜ਼ਬਾਤ ਪੂਰੇ ਅੰਦਰੋਂ ਛਿੜ ਜਾਂਦੇ ਆ। ਕਿਉਂ ਨਹੀਂ ਕਿਸੇ ਨੂੰ ਭਾਈ ਸਮਝਦੇ? ਆਪਣੇ ਮੁੰਡੇ ਦਾ ਅਣਖੀ ਸਾਹਿਬ ਕਿਸੇ ਨੇ ਪੁੱਛਿਆ ਵੀ ਇਹ ਮੁੰਡੇ ਨੂੰ ਕਿਹੜੇ ਸਕੂਲ 'ਚ ਭੇਜਣਾ? ਅਗਲਾ ਲਿਜਾ ਕੇ ਹਰ ਥਾਂ ਦੇ ਉੱਤੇ, ਮਾਸਟਰ ਜੀ ਆ ਮੇਰਾ ਮੁੰਡਾ ਹੈ ਜੀ, ਮਾਸਟਰ ਸਾਹਿਬ ਇਹ ਮੇਰਾ ਮੁੰਡਾ। ਤੇ ਪੰਜਾਬ ਦੇ ਮੁੰਡਿਆਂ ਨੂੰ, ਪੰਜਾਬ ਦੇ ਗਰੀਬਾਂ ਨੂੰ ਕਿਉਂ? ਇਹ ਜਗਾਓ ਨਾ, ਸ਼ਾਸਕ ਭਾਵ ਛੱਡ ਕੇ ਜਗਾਓ ਪਰਿਵਾਰ ਦਾ ਭਾਵ। ਬਿਲਕੁਲ। ਡਾਕਟਰ ਭੀਮ ਰਾਓ ਅੰਬੇਦਕਰ ਸਾਹਿਬ, ਮੈਂ ਉਹਨਾਂ ਦੀ ਚਰਨਾਂ ਦੀ ਧੂੜੀ ਚੁੱਕ ਕੇ ਆਪਣੇ ਮੱਥੇ ਲਾ ਸਕਦਾ। ਉਹ ਕਹਿੰਦੇ ਫਰੈਟਰਨਿਟੀ, ਉਹ ਕਹਿੰਦੇ ਡਾਇਵਰਸਿਟੀ ਦੇ ਵਿੱਚ ਯੂਨਿਟੀ ਹੋਣੀ ਚਾਹੀਦੀ। ਡਾਇਵਰਸਿਟੀ ਦੇ ਵਿੱਚ ਇਹ ਕਨਸਟੀਟਿਊਸ਼ਨ ਹੈ ਸਾਡਾ। ਮੈਂ ਤਾਂ ਪੜ੍ਹਦਾ ਉਹਨੂੰ। ਹੈ ਭਾਈ, ਹਰੇਕ ਧਰਮ ਦਾ ਕੋਈ ਗ੍ਰੰਥ ਹੈ, ਪਰ ਪੋਲੀਟੀਸ਼ੀਅਨਾਂ ਦਾ ਵੀ ਇੱਕ ਗ੍ਰੰਥ ਹੈ ਜਿਹੜਾ ਮੱਥੇ ਨੂੰ ਲਾਉਣਾ ਚਾਹੀਦਾ ਹੈ, ਪੜ੍ਹਨਾ ਚਾਹੀਦਾ ਹੈ। ਦ ਕਨਸਟੀਟਿਊਸ਼ਨ ਆਫ ਇੰਡੀਆ, ਉਹਦੇ ਜਜ਼ਬੇ ਨੂੰ ਸਮਝਣਾ ਚਾਹੀਦਾ। ਉਹ ਕਹਿੰਦਾ ਫਰੈਟਰਨਿਟੀ, ਅੱਡ ਸੂਬੇ ਨੇ, ਅੱਡ ਭਾਸ਼ਾਵਾਂ ਨੇ, ਅੱਡ ਲੋਕ ਨੇ, ਭਾਸ਼ਾ ਵੀ ਨਹੀਂ ਸਮਝ ਆਉਂਦੀ, ਫਿਰ ਵੀ ਅਸੀਂ ਪਰਿਵਾਰ ਦੀ ਏਕਤਾ 'ਚ ਬੰਨੇ ਹੋਏ ਹਾਂ। ਜਿਵੇਂ ਮਣਕਿਆਂ ਨੂੰ ਇੱਕ ਧਾਗੇ 'ਚ ਸੂਤਰ 'ਚ ਪਰੋ ਲਓ, ਸਮਝ ਨਹੀਂ? ਉਹ ਸਿਰਜ ਲਓ ਨਾ। ਸਿੱਧੂ ਸਾਹਿਬ, ਲੋਕਾਂ ਦੀਆਂ ਬੜੀਆਂ ਆਸਾਂ ਨੇ ਤੁਹਾਡੇ ਤੋਂ। ਹੁਣ ਕੀ ਸੋਚਦੇ ਹੋ ਕਿ ਸੱਤਾ ਦੀਆਂ ਵੋਟਾਂ ਆਉਣ ਵਾਲੀਆਂ ਨੇ, ਤੁਸੀਂ ਪੰਜਾਬ ਦੇ ਲਈ ਕੀ ਨਵੀਂ ਪਲੈਨਿੰਗ ਬਣੀ? ਮੈਂ ਪੂਰੀ ਪਲੈਨਿੰਗ ਬਣੀ ਹੋਈ ਹੈ। ਮੈਂ ਤਾਂ ਪਹਿਲੀ ਗੱਲ ਤਾਂ ਇਹ ਜਿਹੜਾ ਮਾਡਲ ਹੈ ਇਹ ਮੇਰਾ ਪੇਟੈਂਟ ਨਹੀਂ ਹੈ। ਮੈਂ ਤਾਂ ਕਹਿ ਚੁੱਕਿਆ ਮੇਰਾ ਕਾਪੀਰਾਈਟ ਨਹੀਂ। ਜਦੋਂ ਕੋਈ ਰੁੱਖ ਲਾਉਂਦਾ ਨਾ, ਜ਼ਰੂਰੀ ਨਹੀਂ ਫਲ ਹੀ ਖਾਏ। ਇਹ ਰੁੱਖ 25 ਸਾਲ ਪਹਿਲਾਂ ਲਾਇਆ ਹੁੰਦਾ,
ਮੈਂ ਤੈਨੂੰ ਅੱਜ ਗਰੰਟੀ ਦਿੰਦਾ, ਆ ਨਰਸਾਂ ਨੂੰ ਰਹਿਣ ਨੂੰ ਥਾਂ ਹੁੰਦੀ, ਹਸਪੀਟਲ ਦਾ ਰਿਸਪੌਂਸ ਹੁੰਦਾ, ਬੈੱਡ ਹੁੰਦੇ, ਹਸਪੀਟਲ ਆਕਸੀਜਨ ਨਾਲ ਕੋਈ ਮਰਦਾ ਨਾ। ਆ ਤੁਸੀਂ 6 ਮਹੀਨੇ ਅਖੀਰ ਦੇ 6 ਮਹੀਨੇ ਜਿਹੜੇ ਨੇ, ਅਖੀਰ ਦੇ 6 ਮਹੀਨਿਆਂ ਦੇ ਵਿੱਚ ਇਹ ਕਮਿਸ਼ਨ ਵਾਲਾ ਜਿਹੜਾ ਪੇ ਕਮਿਸ਼ਨ ਤੁਸੀਂ ਲਾਗੂ ਕਰਨ ਨੂੰ ਸੋਚਦੇ ਡਰਾਮਾ, ਉਹ ਵੀ ਅਧੂਰਾ ਹੈ ਜੀ। ਇਹ ਡਾਂਗਾਂ ਨਾਲ ਵੱਜਦੀਆਂ ਹੁੰਦੀਆਂ ਲੋਕਾਂ ਦੀ। ਇਹ ਰੁੱਖ ਲਾਉਣਾ ਜ਼ਰੂਰੀ ਸੀ। ਇਹ ਰੁੱਖ ਤੁਸੀਂ ਅੱਜ ਵੀ ਇਹ ਰੁੱਖ ਹੈ, ਉਹ ਇਹ ਮੇਰਾ ਨਹੀਂ, ਇਹ ਪੰਜਾਬ ਦਾ ਹੈ, ਪੰਜਾਬ ਦੇ ਹਰ ਵਸਨੀਕ ਦਾ ਹੈ, ਸਿਹਤ ਦਾ ਹੈ, ਪਿਆਰਾ ਹੈ। ਇਹਨੂੰ ਪੁੱਛੋ ਜਿਹੜਾ ਪੋਲੀਟੀਸ਼ੀਅਨ ਆਉਂਦਾ ਵੀ 24 ਲੱਖ ਨੌਕਰੀ ਦਊਂਗਾ, ਕਿੱਥੋਂ ਦੇਗਾ? ਹੈ ਪੰਜਾਬ 'ਚ 60% ਕਿਸਾਨੀ ਹੈ, ਕਿੱਦਾਂ ਚੱਕੇਗਾ ਭਾਈ? ਇਹ ਜਵਾਬ ਲਓ। ਤੇ 500 ਵਾਅਦੇ ਨਹੀਂ, 5 ਕਰ ਪਰ ਪੂਰੇ ਕਰ, ਤੇ ਲੋਕ ਪੱਖੀ ਹੋਣ, ਉਹਨਾਂ ਦੇ ਵਿੱਚੋਂ ਅੱਗੇ ਚੀਜ਼ਾਂ ਹੋਣ, ਹੈਲਥ ਐਜੂਕੇਸ਼ਨ। ਜਿੱਦਣ ਪੰਜਾਬ ਦਾ ਕੋਈ ਗਰੀਬ ਰਿਕਸ਼ੇ ਵਾਲੇ ਦਾ ਪੁੱਤਰ ਸਰਕਾਰੀ ਸਕੂਲ 'ਚ ਪੜ੍ਹ ਕੇ IAS ਅਫਸਰ ਬਣ ਕੇ, ਉਦੋਂ ਮਨੂੰ ਪੰਜਾਬ ਬਣ ਗਿਆ। ਜਿੱਦਣ ਕੋਈ ਚਾਲ ਦਾ ਗਰੀਬ ਆਪਣਾ ਕੈਂਸਰ ਦਾ ਇਲਾਜ ਸਰਕਾਰੀ ਹਸਪਤਾਲ 'ਚ ਜਾ ਕੇ ਕਰਾ ਲਓ, ਉਹ ਠੀਕ ਹੋ ਜੂ, ਮਨੂੰ ਪੰਜਾਬ ਬਣ ਗਿਆ। ਇਹ ਕਿੱਦਾਂ, ਇਹ ਇਨਵੈਸਟਮੈਂਟ ਕਿੱਦਾਂ ਹੋਣੀ ਹੈ ਬਗੈਰ ਇਨਕਮ ਦੇ? 32 ਹਜ਼ਾਰ ਕਰੋੜ ਰੁਪਈਆ ਅਖੀਰ ਦੇ ਦਿਨ ਇਹ ਕਰਜ਼ਾ ਚੜਾ ਕੇ ਜਾਂਦੇ ਆ, ਫਿਰ ਕਹਿੰਦੇ ਖਜ਼ਾਨਾ ਭਰ ਦਿਆਂਗੇ, ਹੈਂ ਜਿਹੜਾ ਅਫਸਰ ਵੀ ਆ ਉਹਨੂੰ ਟੰਗ ਦਿਆਂਗੇ। ਓਏ ਦੱਸ ਤਾਂ ਸਹੀ, ਕਰੇਗਾ ਕਿਵੇਂ ਜਦੋਂ ਉਹਨੇ ਹੋਟਲ ਪੈ ਜਾਂਦਾ 5 ਸਟਾਰ? ਇਹ ਮੁੱਦਿਆਂ ਦੇ ਉੱਤੇ ਇਲੈਕਸ਼ਨ ਹੋਏ, ਤੇ ਮੈਂ ਜਦੋਂ ਮੁੱਦਿਆਂ ਦੇ ਉੱਤੇ ਆਉਣਾ, ਇਹ ਮੇਰੇ ਨਾਲ ਇਲੈਕਸ਼ਨ ਲੜ ਲੈ। ਫਿਰ ਹੁਣ ਹੱਲ ਕੀ ਕਰੋਗੇ? ਮੈਂ ਕਿਹਾ ਹੱਲ ਹੋਣਾ ਹੀ ਹੋਣਾ। ਜਦੋਂ ਲੋਕ ਅਵੇਅਰ ਹੋ ਗਏ, ਜਦੋਂ ਲੋਕ ਇੰਨੇ ਅਵੇਅਰ ਹੋ ਗਏ। ਕਾਂਗਰਸ 'ਚ ਰਹਿ ਕੇ ਹੱਲ ਕਰੋਗੇ ਜਾਂ ਕਿਵੇਂ? ਮੇਰੀ ਗੱਲ ਨੂੰ ਸੁਣ, ਦੁੱਧ ਭੱਠੀ ਤੇ ਧਰ, ਉਬਲੂਗਾ। ਸਮਾਜ 'ਚ ਜਨਤਾ 'ਚ ਰੋਸ਼ ਆ ਜੇ, ਆਕਰੋਸ਼ ਆ ਜੇ, ਤੇ ਤਖਤਾ ਉਲਟੂਗਾ। ਦੇਖ ਲੈ, ਉਲਟੂਗਾ। ਇਹ ਤੈਅ। ਕਿਉਂ ਫਿਕਰ ਹੈ ਵਿਧਾਇਕਾਂ ਨੂੰ? ਉਹਨਾਂ ਨੇ ਜਾਣਾ ਲੋਕਾਂ ਕੋਲ ਵੋਟਾਂ ਮੰਗਣ। ਪਰ ਸਰ ਲੋਕਾਂ ਦਾ ਲੀਡਰ ਤੇ ਚਾਹੀਦਾ ਨਾ। ਵੇਖੋ, ਲੀਡਰ ਲੋਕ ਚਾਹੁੰਦੇ, ਲੀਡਰ 'ਚ ਤੱਥ ਹੋਣਾ ਚਾਹੀਦਾ ਹੈ, ਨਿਸਵਾਰਥ ਅੱਗੇ ਖੜਾ ਹੋਵੇ। ਸਰ ਮੈਂ ਇੱਕ ਗੱਲ ਕਰਦਾ, ਸਿੱਧੂ ਸਾਹਿਬ ਨੇ ਜਿਹੜਾ ਤੁਹਾਨੂੰ ਸਵਾਲ ਕੀਤਾ ਉਹਦੇ ਨਾਲ ਕਿ ਅਗਲਾ ਤੁਹਾਡਾ ਭਵਿੱਖ ਜਿਹੜਾ, ਨਵਜੋਤ ਸਿੱਧੂ ਜਦੋਂ ਪਿੱਚ ਤੇ ਖੇਡਦੇ ਸੀ, ਹਰ ਦਿਸ਼ਾ 'ਚ ਉਹਨਾਂ ਨੇ ਸਿਕਸਰ ਮਾਰੇ, ਤੇ ਹੁਣ ਆਹ ਜਿਹੜਾ ਪਿੱਚ ਜਿੱਥੇ ਤੇ ਹੁਣ ਤੁਸੀਂ ਖੇਡ ਰਹੇ ਜੀ, ਇੱਥੇ ਜਿਹੜਾ ਸਿਕਸਰ ਮਾਰਨਾ ਉਹਦੀ ਦਿਸ਼ਾ ਕਿਹੜੀ ਹੈ? ਇਹ ਬਹੁਤ ਵਧੀਆ ਸਵਾਲ ਕੀਤਾ, ਬਹੁਤ ਚੰਗਾ ਸਵਾਲ ਕੀਤਾ। ਪਰ ਸਿਕਸਰ ਹਰੇਕ ਬਾਲ ਤੇ ਨਹੀਂ ਬਣੇ, ਕਦੇ ਸਿੰਗਲ ਵੀ ਲੈਣਾ ਪੈਂਦਾ। ਫਾਸਟ ਬਾਲਰ ਬੋਲਿੰਗ ਕਰਦਾ, ਉਹਨੂੰ ਸਪਿਨਰ ਵੱਲ ਨੂੰ ਜਾਣਾ ਪੈਂਦਾ, ਉੱਧਰ ਨੂੰ ਜਾਣਾ ਪੈਂਦਾ। ਕਦੇ ਟਕੇਲ ਕੇ ਦੁੱਕਾ ਮਾਰ, ਕਦੇ ਬਾਉਂਸਰ ਵੱਜਦਾ, ਐਂ ਵੀ ਕਰਨਾ ਪੈਂਦਾ, ਲੰਘ ਗਿਆ ਪੈਂਦਾ। ਸਮਝ ਮੇਰੀ ਗੱਲ? ਪਰ ਨਵਜੋਤ ਸਿੱਧੂ ਹਰ ਬਾਲ ਦਾ ਜਵਾਬ ਦੇਣਾ। ਮੇਰੀ ਗੱਲ ਨੂੰ ਸੁਣ, ਮੈਂ ਕਿਹਾ ਹਰ ਚੀਜ਼ ਦਾ ਤੋੜ ਹੈਗਾ। ਜਿਹੜਾ ਬੰਦਾ ਸੱਚ ਦੀ ਰਾਹ ਤੇ ਖੜਾ, ਉਹਦੇ ਕੋਲ ਹਰ ਚੀਜ਼ ਦਾ ਤੋੜ ਪਰਮਾਤਮਾ ਅੰਗ ਸੰਗ ਸਹਾਈ ਹੋ ਕੇ ਦਿੰਦਾ ਹੈ। ਇਹ ਗਰੰਟੀ ਹੈ ਮੇਰੀ, ਇਹ ਲਾਗੂ ਹੋਣਾ ਹੀ ਹੋਣਾ। ਸਾਧਨ ਇਹੀ ਸਾਧਨ, ਇਹ ਲੀਕ ਵਾਹ ਕੇ ਕਹਿਣਾ ਮੈਂ, ਕੱਖ ਨਾ ਰਹੇ। ਹਰ ਕੀਮਤ ਦੇ ਉੱਤੇ ਇਹਨੂੰ ਮੈਂ ਲੋਕਾਂ ਤੱਕ ਲਿਜਾਊਂ, ਲੋਕਾਂ ਤੋਂ ਤਾਕਤ ਪਾਊਂ। ਕਾਂਗਰਸ 'ਚ ਹੀ ਰਹਿ ਕੇ ਨਾ। ਮੈਂ ਕਿਹਾ ਵੇਖੋ, ਮੇਰੀ ਗੱਲ ਨੂੰ ਸੁਣੋ, ਕਿਉਂਕਿ ਲੋਕ ਤੁਹਾਡੀ ਵੇਟ ਕਰ ਰਹੇ ਆ ਸਰ। ਇਹ ਪ੍ਰੂਫ ਦੇਣਾ ਪੈਣਾ। ਮੈਨੂੰ ਇਹ ਦੱਸੋ ਅਣਖੀ ਸਾਹਿਬ ਜੀ, ਸੂਰਜ ਪ੍ਰਮਾਣ ਦਿੰਦਾ ਵੀ ਉਹਦੇ 'ਚ ਪ੍ਰਕਾਸ਼? ਨਹੀਂ, ਸਾਡੇ ਪ੍ਰਸ਼ਨ ਦਾ ਜਵਾਬ ਮਿਲ ਗਿਆ ਜੀ। ਵੇਖੋ, ਜਿਹੜਾ ਮੇਰੇ ਕਿਰਦਾਰ ਨੂੰ ਜਾਣਦਾ, ਜਿਹੜਾ ਅੰਮ੍ਰਿਤਸਰ ਦੇ ਵਿੱਚ ਹੈ, ਉਹ ਇਹ ਮੰਨ ਸਕਦਾ ਹੈ ਕਿ ਨਵਜੋਤ ਸਿੰਘ ਸਿੱਧੂ ਆਪਣੀ ਬਿਮਾਰੀ ਜਿੱਦਾਂ ਹੀ ਠੀਕ ਹੁੰਦੀ ਹੈ, ਆ ਵੇਖ ਦਿਨ ਜਿਹੜਾ ਆ ਦੇਖ ਹੈ ਨਾ, ਪਲਾਟਸ ਹੈ, ਲਿਵਰ 3rd ਗ੍ਰੇਡ, ਉਹ ਮੰਨ ਸਕਦਾ ਕੋਈ ਅੰਮ੍ਰਿਤਸਰ ਵਾਲਾ? ਜਿਹੜਾ ਬੰਦਾ ਆਪਣੇ ਫਾਦਰ ਇਨ ਲਾਅ ਦੇ ਭੋਗ ਤੇ ਨਹੀਂ ਆਇਆ, 2.5 ਸਾਲਾਂ ਬਾਅਦ ਪਹਿਲੀ ਵਾਰ ਆਪਣੇ ਪਰਿਵਾਰ ਨੂੰ ਮਿਲਿਆ, ਜੇਲ੍ਹ 'ਚ ਪਹਿਲੀ ਵਾਰ ਪੈਰ ਪਿਆ ਸੀ, ਉਹ ਵੀ ਇਹ ਡਰ ਲੱਗਦਾ ਸੀ ਵੀ ਪਟਿਆਲੇ ਨੂੰ ਇਲੈਕਸ਼ਨ ਨਾ ਲੜ ਲੇ। ਕਿਹਨੇ ਕੇਸ ਪਵਾਇਆ ਦੱਸ ਦਿਆਂ, ਇਹਨੂੰ ਪਤਾ ਹੈ ਕਿੱਥੇ ਉਹ ਸਾਜ਼ਿਸ਼ ਰਚੀ ਗਈ, ਸਭ ਪਤਾ। ਪਰ ਅਸੀਂ ਉਫ ਨਹੀਂ ਕੀਤੀ, ਮਾਲਕ ਨੇ ਕੱਢਤੇ, ਹਰ ਥਾਂ ਤੋਂ ਕੱਢਤੇ ਔਰ ਐ ਖੜੇ ਕਰਤੇ। ਇਸ ਕਰਕੇ ਐਤਕੀ ਜਿਹੜਾ ਇਲੈਕਸ਼ਨ ਹੋਣਾ ਹੈ ਨਾ, ਉਹ ਕਿਸੇ ਏਜੰਡੇ ਤੇ ਹੋਣਾ, ਕਿਸੇ ਰੋਡ ਮੈਪ ਤੇ ਹੋਣਾ। ਪੰਜਾਬ ਦੇ ਸਵਾਲ ਦਾ ਉੱਤਰ ਜਿਹੜਾ ਹੈ, ਸਹੀ ਉੱਤਰ, ਮੈਂ ਕਹਿੰਦਾ ਨਾ ਗਣਿਤ ਦੇ ਸਵਾਲ ਦੇ ਗਲਤ ਉੱਤਰ 100 ਹੋ ਸਕਦੇ, ਸਹੀ ਉੱਤਰ ਇੱਕ। ਸਹੀ ਉੱਤਰ ਦੇਣ, ਇੱਕ ਕੋਈ ਬਿਹਤਰ ਹੈਗਾ ਤੋਂ ਉਹਦੇ ਦੀ ਕੋਈ ਗੱਲ ਨਹੀਂ। ਮੈਂ ਤਾਂ ਕਿਹਾ ਤੁਹਾਡਾ ਰੋਡ ਮੈਪ ਤਿਆਰ ਹੈ। ਮੈਂ ਕੀ ਨਾ, ਇਹ ਕੀ ਹੈ ਪੰਜਾਬ ਮਾਡਲ? ਇਹ ਕੀ ਹੈ? ਇਹ ਪੰਜਾਬ ਮਾਡਲ, ਇਹ ਪੰਜਾਬ ਦੀਆਂ ਮੁਸੀਬਤਾਂ 'ਚੋਂ ਨਿਕਲੇ ਹੱਲ ਨੇ। ਸਮਝਦੇ ਮੇਰੀ ਗੱਲ? ਨਿਕਲੇ ਹੱਲ। ਇਹ ਕਿਉਂ ਅਰਾਜਕਤਾ ਹੈ? ਕਿਉਂ ਕਿਸਾਨ ਬੈਠਾ ਉੱਥੇ ਹੈ ਭਾਈ? ਗੱਲ ਨੂੰ ਸਮਝੋ। ਮੈਂ ਕੀ ਨਾ, ਇਹੀ ਗੱਲਾਂ ਕਹਿਣਾ
ਭਾਈ ਤੁਸੀਂ ਕਰੋੜਾਂ ਰੁਪਏ ਦੀਆਂ ਦਾਲਾਂ ਇੰਪੋਰਟ ਕਰਦੇ ਹੋ, ਕਰੋੜਾਂ ਰੁਪਏ ਦੀ ਹੈ। ਆਟਾ ਦਾਲ ਸਕੀਮ ਵਾਸਤੇ, ਪੰਜਾਬ ਵਾਸਤੇ ਦਾਲਾਂ ਇੰਪੋਰਟ, ਉਨੇ ਪੈਸੇ ਬਾਹਰ ਕੱਢ ਲਓ, ਇਹਨਾਂ ਨੂੰ ਕਹੋ ਗਾਓ ਅਸੀਂ ਦੇ ਦੇਣੇ। ਕਿਤੇ ਸ਼ੁਰੂਆਤ ਤੇ ਕਰੋ। 1 ਕਿਲੋ ਝੋਨਾ 5000 ਲੀਟਰ ਪਾਣੀ, ਕਿਸਾਨ ਮਜਬੂਰ ਹੋ ਕੇ ਝੋਨਾ ਲਾਉਂਦਾ ਕਿਉਂਕਿ ਉਹ MSP ਉਹ ਤੇ ਮਿਲਦੀ ਹੈ ਉਹਨੂੰ, ਠੀਕ ਹੈ ਨਾ। ਪਾਣੀ ਕਿੱਥੇ ਲਾਤਾ ਹੈ, ਡਾਈਵਰਸਿਫਿਕੇਸ਼ਨ ਕਰੋ ਨਾ, ਆਇਲ ਸੀਡ ਲਾਓ ਨਾ। ਆਦੇ ਹਰਿਆਣਾ ਆਇਲ ਸੀਡ ਬਣਾਉਂਦਾ, ਮੈਂ ਕਹਿੰਦਾ ਕਰੋੜਾਂ ਰੁਪਏ ਕਮਾਉਂਦਾ ਕਿਸਾਨ ਹੈ ਜੀ। ਸਬਜ਼ੀਆਂ ਤੇ ਸਾਰਿਆਂ ਨੇ ਖਾਣੀ, ਸਬਜ਼ੀਆਂ ਲਵਾ ਦਿਓ, ਕੋਲਡ ਸਟੋਰੇਜ ਦੇ ਦਿਓ। ਫਰੂਟ ਇਹ ਤੇ ਰੋਜ਼ਮਰਾ ਦੇ ਆਪਾਂ ਖਾਣੇ ਆ, ਕਦੇ ਤੁਸੀਂ ਸੇਬ ਖਾਣੇ, ਕਦੇ ਕੋਈ ਖਾਣੇ ਹੋ। ਤੋ ਜੋ ਅਸੀਂ ਖਾਣੇ ਆ ਉਹ ਕੀ ਉਗਾਨੇ, ਹਰ ਚੀਜ਼ ਦੇ ਹੱਲ ਹੈ। ਲੇਕਿਨ ਕਿਸੇ ਦੀ ਨੀਅਤ ਹੈ, ਕਿਸੇ ਦੀ ਮਨਸ਼ਾ ਹੈ, ਕੋਈ ਉਧਰ ਤੁਰਿਆ। ਨਵਜੋਤ ਸਿੰਘ ਸਿੱਧੂ ਤੇ ਕੈਪਟਨ ਅਮਰਿੰਦਰ ਸਿੰਘ ਇੱਕੋ ਰੋਡ ਮੈਪ ਤੇ ਚੱਲ ਸਕਦੇ ਹੁਣ ਕਿ ਨਹੀਂ? ਇੱਕ ਮੇਰੀ ਗੱਲ ਨੂੰ ਸੁਣ, ਮੈਂ ਤਾਂ ਕਹਿਣਾ, ਮੈਂ ਤਾਂ ਟੰਕੇ ਦੀ ਚੋਟ ਦੇ ਤੈਨੂੰ ਦੁਬਾਰਾ ਕਹਿ ਦੇਣਾ ਛੋਟੇ ਵੀਰ, ਮੈਂ ਤਾਂ ਸਵੇਰ ਦਾ ਕਹਿ ਰਿਹਾ। ਮੇਰੀ ਕੋਈ ਡਿਫਰੈਂਸ ਆਫ ਓਪੀਨੀਅਨ ਨਹੀਂ, ਮੇਰਾ ਕੋਈ ਉਹਦੇ ਨਾਲ ਨਿੱਜੀ ਬਹਿ ਰਹੀ ਹੈ ਨਹੀਂ। ਮੇਰੀ ਗੱਲ ਤੇ ਸਮਝ ਨਾ ਲੈ, ਕਰ ਬਈ ਆ ਜਿਹੜੀਆਂ ਬਿਨਾਂ ਪਰਮਿਟ ਦੀਆਂ ਬੱਸਾਂ ਬੰਦ ਕਰ। ਬਾਦਲਾਂ ਦੀਆਂ ਬੱਸਾਂ ਦੇ ਉੱਤੇ ਟੈਕਸ ਜਿਹੜਾ ਤੂੰ 1.5 ਰੁਪਈਆ ਘੱਟ ਲਾਉਣਾ ਪਰ ਕਿਲੋਮੀਟਰ, ਇਹਨੂੰ ਬੰਦ ਕਰ ਔਰ PRTC ਦੇ ਬਰਾਬਰ ਕਰ। ਉਹਨਾਂ ਦੀ AC ਲਵਾ, ਉਹ ਬਹਾਲ ਕਰਾ। ਜਿਹੜੀਆਂ ਗਲਤ ਚੀਜ਼ਾਂ ਨੇ ਬੰਦ ਕਰ। ਜਿਹੜੇ ਮੋਟੇ ਪ੍ਰੋਫਿਟੇਬਲ ਰੂਟ 에ਅਰਪੋਰਟ ਵਾਲੇ ਦੇ PRTC ਨੂੰ। ਤੇ ਉਹ ਲੱਖੀ ਜਿਹੜਾ ਟਾਈਮ ਟੇਬਲ ਬਣਾਉਂਦਾ ਸੀ, ਇਹ ਟਾਈਮ ਟੇਬਲ PRTC ਨੂੰ ਬਣਾਉਣ ਦੇ ਜਿਹੜਾ ਚੋਵਾਂ ਟਾਈਮ ਹੁੰਦਾ ਹੈ ਅਸਲੀ ਹੈ, ਉੱਥੇ 4-4 ਮਿੰਟ ਇਹਨਾਂ ਦੀਆਂ ਬੱਸਾਂ ਖੜ੍ਹਦੀਆਂ, 4 ਸਕਿੰਟ ਨਹੀਂ ਖੜ੍ਹਨ ਦਿੰਦੇ, ਬਾਹਰ ਹੀ ਭਜਾ ਦਿੰਦੇ ਆ। ਕਰ ਲਾ ਵੈਟ ਐਕਸਾਈਜ਼ ਦੇ ਉੱਤੇ, ਵਧਾ ਇਨਕਮ ਕਰ। ਬਿਜਲੀ ਦੇ ਸਮਝੌਤੇ ਕੋਲੇ ਕੀ ਲੁਕੋ ਰਹੇ ਹੋ? ਉਹਦੇ ਅੰਦਰ ਕੀ ਹੈ ਭਾਈ? ਇਹ ਜਿਹਾ ਕੀ ਹੈ ਜਿਹੜਾ ਪੰਜਾਬ ਦੇ ਲੋਕਾਂ ਨੂੰ ਦੱਸਿਆ ਜਾ ਸਕਦਾ? ਬਾਦਲਾਂ ਨੇ ਸਮਝੌਤੇ ਕੀਤੇ, ਤੁਸੀਂ ਗੁੰਨ ਬਟਨ ਹੋ ਕੇ ਉਵੇਂ ਦੇ ਉਵੇਂ ਲਾਗੂ ਕੀਤੇ ਹੋਏ ਨੇ। ਕਾਂਗਰਸ ਦਾ ਪ੍ਰਧਾਨ ਕਹਿ ਰਿਹਾ, ਪ੍ਰਧਾਨ ਦਾ ਦਰਜਾ ਕਿਤੇ ਚੀਫ ਮਿਨਿਸਟਰ ਤੋਂ ਛੋਟਾ ਹੈ। ਪ੍ਰਧਾਨ ਕਹਿੰਦਾ ਰਿਵਿਊ ਕਰ, ਸਾਰੇ MLA ਕਹਿੰਦੇ ਰਿਵਿਊ ਕਰ। ਇਹ ਜਿਹਾ ਕੀ ਹੈ ਉਹਦੇ 'ਚ? ਤੁਸੀਂ ਤਾਂ ਕਹਿੰਦੇ 3 ਰੁਪਏ ਬਿਜਲੀ ਤੋਂ, ਫਿਰ ਤੁਸੀਂ 5 ਰੁਪਏ ਦਿੰਦੀ 10। ਇਹ ਜਿਹਾ ਕੀ ਹੈ ਉਹਦੇ 'ਚ ਵੀ ਤੁਸੀਂ ਲੁਕੋਈ ਬੈਠੇ ਹੋ? ਫਿਰ ਤੁਸੀਂ ਆਪ ਵਿਧਾਨ ਸਭਾ ਦੇ ਪਟਲ ਦੇ ਉੱਤੇ ਖੜ ਕੇ ਬੋਲਦੇ ਹੋ, ਐਂ ਬਦਲ ਜਾਂਦੇ ਹੋ ਜਿਵੇਂ ਪਤਾ ਨਹੀਂ ਕੀ ਹੋ ਗਿਆ, ਐਂ ਬਦਲ ਜਾਂਦੇ ਸਿਸਟਮ। ਇੱਧਰ ਨੂੰ ਗਏ ਬਿਆਸ ਤੋਂ ਕੁਝ ਹੋਰ ਹੈ, ਇੱਧਰੋਂ ਸਤਲੁਜ ਦਾ ਹੋਰ ਹੀ ਕੁਝ ਬਣ ਜਾਂਦੇ। ਮੇਰੀ ਗੱਲ ਨੂੰ ਸਮਝ ਲੈ, ਹੋਰ ਹੀ ਕੁਝ ਹੈ। ਵਿਧਾਨ ਸਭਾ ਦੇ ਵਾਈਟ ਪੇਪਰ ਦਾ ਮਤਲਬ ਕੀ ਹੈ? ਵੀ ਚਿੱਟਾ ਕਾਗਜ਼। ਸਭ ਸਮਝਦੇ ਵਾਈਟ ਪੇਪਰ ਕੀ ਦਿਓ ਨਾ, ਤੇ ਮੈਂ ਨਾਲ ਕੰਮ ਕਰੂੰਗਾ, ਕੋਈ ਅਹੁਦਾ ਨਾ ਦੇਈ। ਇਸ ਸਟੇਜ ਤੇ ਨਵਜੋਤ ਸਿੰਘ ਸਿੱਧੂ 24/7 ਇੱਕ ਸੰਕਲਪ ਕੀਤਾ ਹੋਇਆ, 24/7 ਤੇਰੀ ਅਰਦਲੀ ਕਰੋ। ਪਰ ਜੇ ਨਹੀਂ ਕਰੋਗੇ ਤੇ ਫਿਰ ਇਹ ਨਹੀਂ ਹੈ ਵੀ ਅਸੀਂ ਹਤਾਸ਼ ਹੋ ਕੇ ਨਿਰਾਸ਼ ਹੋ ਕੇ ਲੋਕਾਂ ਦੀ ਕਚਹਿਰੀ ਜਾਵਾਂ, ਲੋਕਾਂ ਕਾ ਐਂ ਕਰੋ, ਕੋਈ ਕਰ ਲੇ, ਜ਼ਰੂਰੀ ਨਹੀਂ ਮੈਂ ਕਰਨਾ, ਕੋਈ ਕਰੇ ਭਾਈ। ਇਹ ਪੌਦਾ ਪੰਜਾਬ ਦਾ ਹੈ। ਸਿੱਧੂ ਸਾਹਿਬ 17 ਸਾਲ ਦੇ ਜਿਹੜਾ ਤੁਹਾਡਾ ਰਾਜਨੀਤਿਕ ਸਫ਼ਰ ਰਿਹਾ, ਤੁਸੀਂ ਸੱਤਾ ਦਾ ਜਿਹੜਾ ਉੱਪਰਲਾ ਨਿੱਘ ਉਹ ਮੰਨਿਆ ਤੁਸੀਂ ਹਰ ਤਰੀਕੇ ਦਾ। ਕੋਈ ਇੱਦਾਂ ਦਾ ਰਾਜਨੀਤਿਕ ਜਿਹੜਾ ਤੁਹਾਨੂੰ ਲੱਗਾ ਕਿ ਵਾਕਿਆ ਹੀ ਉਹ ਦੇਸ਼ ਦੇ ਜਾਂ ਪੰਜਾਬ ਵਾਸਤੇ, ਹਿੱਤਾਂ ਵਾਸਤੇ ਕਦੀ ਸੋਚਦਾ ਸੀ ਜਾਂ ਸੋਚਦਾ ਹੈ, ਜਾਂ ਕੋਈ ਇੱਕ ਨਾਮ ਜੇ ਤੋਂ ਨਵਜੋਤ ਸਿੱਧੂ ਪ੍ਰਭਾਵਿਤ ਹੋਵੇ? ਬੜੇ ਲੋਕ ਬਹੁਤ, ਮੈਂ ਕਹਿੰਦਾ ਮੈਂ ਕਿੰਨਿਆਂ ਦੇ ਨਾਮ, ਜੇ ਮੈਂ ਇੱਕ ਨਾਮ ਲਊਂਗਾ ਨਾ ਤੇ ਬਹੁਤ ਲੋਕ ਨਾਰਾਜ਼। ਇਹ ਜਿਹੇ ਕਿੰਨੇ ਲੋਕ ਨੇ, ਧਰਤੀ ਇਸੇ ਕਰਕੇ ਖੜੀ ਹੈ। ਤੇ ਫਿਰ ਆ ਜਿਹੜੇ ਆ ਕਿਹੜੇ ਜਿਨ੍ਹਾਂ ਵੱਲੋਂ ਆਪਾਂ ਪੌਣੇ ਘੰਟੇ ਦੀ ਗੱਲਬਾਤ ਕਰ ਰਹੇ, ਇਹ ਕਿੱਥੇ ਖਲੋਂਦੇ? ਗੱਲ ਨੂੰ ਸੁਣੋ, ਮੈਂ ਤੁਹਾਨੂੰ ਇੱਕ ਗੱਲ ਨੂੰ ਦੱਸਾਂ, ਤੁਸੀਂ ਨਿਰਣੇ ਲੈਣ ਵਾਲਾ ਸਹੀ ਬੰਦਾ ਲਾ ਦਿਓ, ਸਭ ਸਿਸਟਮ ਬਦਲ ਜਾਊ। ਉਹੀ ਮੱਛੀ ਮਾਰਕੀਟ ਦੁਨੀਆ ਦੀ ਸਭ ਤੋਂ ਵੱਡੀ ਇਕਨੋਮੀ ਹੈ। ਕਿਉਂ ਹੈ? ਕਿਉਂਕਿ ਜਿਹੜਾ ਨਿਰਣੇ ਲੈਣ ਵਾਲਾ ਬੰਦਾ ਹੈ ਉਹ ਲੋਕ ਹਿੱਤਾਂ ਦੇ ਨਿਰਣੇ ਲੈਣ ਲੱਗ ਗਿਆ। ਕਿ ਜੇ ਤੁਸੀਂ ਨਿੱਜੀ ਸਵਾਰਥਾਂ ਦਾ ਦੇਖੋ ਨਾ, ਸਾਰੀਆਂ ਗੱਲਾਂ ਬਾਤਾਂ ਉੱਥੇ ਕਮੇਟੀ ਨੂੰ ਦੱਸੀਆਂ ਤੇ ਹੁਣ ਹਾਈ ਕਮਾਂਡ ਦੀ ਕਮੇਟੀ ਨੂੰ ਦੇਖੋ, ਹਾਈ ਕਮਾਂਡ ਨੇਕ ਹੈ, ਇਸ ਗੱਲ ਤੇ ਕੋਈ ਸ਼ੱਕ ਨਹੀਂ। ਪਰ ਮੈਂ ਉਹਨਾਂ ਨੂੰ ਵੇਖੋ, ਤੁਸੀਂ ਮੇਰੀ ਗੱਲ ਨੂੰ ਸੁਣੋ, ਜੇ ਉਹ ਕਮਜ਼ੋਰ ਹੈ ਤੇ ਫਿਰ ਇੱਕ ਬੰਦਾ ਜ਼ਮਾਨਤ ਜ਼ਬਤ ਕਰਾ ਕੇ ਉਹਨਾਂ ਕੋਲ ਗਿਆ ਸੀ, ਮੰਤਰੀ ਬਣਾਤਾ ਸੀ। ਹਾਲਾਤ ਹੁੰਦੇ ਰਾਜਨੀਤੀ ਦੇ ਵਿੱਚ, ਕੋਈ ਨੀਵਾਂ ਕੋਈ ਉੱਚਾ ਨਹੀਂ ਹੁੰਦਾ, ਤੇ ਹਾਲਾਤ ਹੁੰਦੇ ਨੇ, ਸਮਝੋ। ਹਾਲਾਤਾਂ ਦੇ ਵਿੱਚ ਤੁਸੀਂ ਨੇਕ ਬੰਦਿਆਂ ਨੂੰ ਛੱਡ ਦਿਓਗੇ? ਮੇਰੀ ਗੱਲ ਨੂੰ ਸਮਝ, ਦੋਸਤ ਦਾ ਕਦ ਪਤਾ ਲੱਗਦਾ?
ਔਖਾ ਟਾਈਮ ਹੈ। ਤੇ ਫਿਰ ਮਹਾਰਾਜ ਮੇਰੀ ਗੱਲ ਨੂੰ ਸੁਣੋ, ਕੋਈ ਵੀ ਨਾ ਕਰੇ ਲੋਕ ਕਰ ਦੇਣਗੇ। ਸਵਾਲ ਇਹ ਥੋੜਾ ਨਾ ਹੈ ਵੀ ਭਾਈ ਜੀ ਇਹਦੇ ਨਾਲ ਦੋ ਨੇ ਜੀ, ਇਹਦੇ ਨਾਲ ਉਹੀ ਪ੍ਰੂਫ ਦੇਣ ਦੀ ਕੀ ਲੋੜ ਜੇ ਹੈਣ ਤੇ ਹੈਣ। ਫਿਰ ਇਹ ਕਮੇਟੀ ਕਰ ਲਈ ਸੀ, ਫਿਰ ਕਮੇਟੀ ਕਾਹਦੀ ਰੱਖੀ ਹੈ ਭਾਈ? ਕਦੋਂ ਤੱਕ ਹੈ ਮੇਰੀ ਗੱਲ ਨੂੰ ਸੁਣ, ਫਿਰ ਇਹ ਕਮੇਟੀ ਕਾਹਦੀ ਰੱਖੀ ਹੈ? ਤੇ ਸਵਾਲ ਉਹ ਹੈ ਭਾਈ ਵਿਧਾਇਕ ਤਾਂ 4.5 ਸਾਲ ਪਹਿਲਾਂ ਚੁਣੇ ਸੀ, ਬਿਲਕੁਲ ਠੀਕ ਹੈ, ਬੜਾ ਵਕਤ ਬਦਲ ਗਿਆ। ਇਹ ਤੇ ਪਲ ਪਲ 'ਚ ਬਦਲਦੀ ਹੈ ਰਾਜਨੀਤੀ। ਸਵਾਲ ਇਹ ਹੈ ਵੀ ਲੋਕ ਵੋਟਾਂ ਪਾਉਂਦੇ ਤੇ ਕਿਹੜੇ ਮੂੰਹ ਨਾਲ ਜਾਉਂ, ਇਹ ਸਵਾਲ ਹੈ। ਤੁਹਾਨੂੰ ਜਿਹੜੀ ਭੂਮਿਕਾ 'ਚ ਲੋਕ ਦੇਖਣਾ ਚਾਹੁੰਦੇ? ਦੇਖੋ ਮੇਰੀ ਭੂਮਿਕਾ ਪੰਜਾਬ ਦੇ ਲੋਕ ਜੋ ਤੈਅ ਕਰਨਗੇ ਮੈਂ ਕਰੂੰਗਾ। ਮੇਰਾ ਕੋਈ ਹਉਮਾ ਨਹੀਂ, ਮੇਰਾ ਕੋਈ ਹੰਕਾਰ ਨਹੀਂ, ਮੈਨੂੰ ਬਦਲੇ 'ਚ ਚਾਹੀਦਾ ਹੀ ਕੁਛ ਨਹੀਂ, ਜੀਵਨ ਲਾ ਦੂੰ, ਕੋਈ ਰੌਲਾ ਹੀ ਨਹੀਂ। ਤੇ ਮੇਰੇ ਤੇ ਅਗਰ ਵਿਸ਼ਵਾਸ ਹੈ, ਮੇਰੀ ਪੂੰਜੀ ਉਹ ਇਹ ਹੈ। ਮੇਰਾ ਮਿਸ਼ਨ ਕੀ ਹੈ? ਮੇਰਾ ਮਿਸ਼ਨ ਇੱਕੋ ਹੀ ਹੈ ਵੀ ਜਿਹੜੇ ਚੁਣੇ ਨੁਮਾਇੰਦੇ ਨੂੰ ਚੁਣ ਕੇ ਭੇਜਦੇ ਆ ਉਹਨਾਂ ਦਾ ਵਿਸ਼ਵਾਸ ਨਾ ਟੁੱਟੇ ਉੱਤੇ। ਦੇਰ ਸ਼ੁੱਡ ਬੀ ਨੋ ਬਿਟਰੀਅਲ। ਕਿਰਦਾਰਾਂ ਤੇ ਭਰੋਸੇ ਹੋਣ। ਹੈ ਲੋਕ ਆਪਣੇ ਬੱਚੇ ਨੂੰ ਕਹਿੰਦੇ ਆ ਡਾਕਟਰ ਬਣਾਵਾਂਗੇ, ਕੋਈ ਕਹਿੰਦਾ ਯਾਰ ਇੰਜੀਨੀਅਰ ਬਣਾਵਾਂਗੇ, ਕਹਿੰਦੇ ਕਿ ਨਹੀਂ ਕਹਿੰਦੇ? ਕੋਈ ਕਹਿੰਦਾ ਅਸੀਂ ਆਪਣੇ ਬੇਟੇ ਨੂੰ ਪੋਲੀਟੀਸ਼ੀਅਨ ਬਣਾਵਾਂਗੇ। 10 ਮਿੰਟ ਨਾ ਦੱਸ ਤੂੰ, ਤੇਰੀ ਘਰ ਵਾਲੀ ਕੀ ਕਹਿੰਦੀ ਸਾਡੀ ਛੋਟੀ ਭੈਣ ਵੀ ਆਪਣੇ ਬੇਟੇ ਨੂੰ ਪੋਲੀਟੀਸ਼ੀਅਨ ਬਣਾਉਂ? ਦੱਸਦਾ। ਇਹ ਅਵਿਸ਼ਵਾਸ ਇੰਨਾ ਆ ਚੁੱਕਿਆ ਇੰਨਾ। ਤੇ ਅੰਮ੍ਰਿਤਸਰ 'ਚ ਜਾ ਦੇਖ, ਕੁਝ ਲੋਕ ਕਹਿਣਗੇ ਸਿੱਧੂ ਵਰਗਾ ਪੁੱਤਰ ਬਣਾਓ। ਇਹ ਚਾਹੀਦਾ ਹੈ, ਉਦਾਹਰਣ ਚਾਹੀਦਾ ਹੈ, ਇਹ ਉਦਾਹਰਣ ਚਾਹੀਦਾ। ਮੈਂ ਤੁਹਾਨੂੰ ਦੱਸਦਾ ਮੇਰੀ ਸਭ ਤੋਂ ਵੱਡੀ ਕਹਾਣੀਆਂ ਸੁਣਾਉਂਦੇ ਕੀ ਸਾਹਿਬ, ਤਾਂ ਹੀ ਤਾਂ ਮੈਂ ਅੱਜ ਬੈਠਾ। ਬੜਾ ਵਧੀਆ ਮੈਨੂੰ ਪ੍ਰੋਗਰਾਮ ਬੜਾ ਅੱਛਾ ਲੱਗ ਰਿਹਾ। ਮੇਰੀ ਸਭ ਤੋਂ ਜ਼ਿੰਦਗੀ ਦੀ ਵੱਡੀ, ਜਿੱਦਣ ਮੈਂ ਆਪਣੇ ਆਪ ਨੂੰ ਮਤਲਬ ਇੰਨਾ ਖੁਸ਼ ਸੀ, ਮੇਰੀਆਂ ਅੱਖਾਂ ਭਰ ਗਈਆਂ। ਮੈਂ ਅੰਮ੍ਰਿਤਸਰ 5 ਨੰਬਰ ਕੋਠੀ ਖੜਾ ਤੇ ਬ੍ਰੇਕ ਵੱਜੀ। ਮੈਂ ਲੌਨ 'ਚ ਖੜਾ, ਨੋਈ ਨਾਲ ਚਾਹ ਪੀ ਜਾਂਦਾ ਸੀ ਤੇ ਬ੍ਰੇਕ ਵੱਜੀ ਕਰਕੇ ਮੈਂ ਹੋਇਆ ਕੀ ਹੋਇਆ, ਮੈਂ ਭੱਜਿਆ ਗਿਆ ਤੇ ਬਜ਼ੁਰਗ ਇੱਕ ਬਿਲਕੁਲ ਬਹੁਤ ਬੁਰਾ ਹਾਲ। ਤੇ ਉਹ ਕਹੇ ਪਾਪਾ ਜੀ ਤੇ ਇੰਨੇ ਨੂੰ ਪਿੱਛੋਂ ਉਹਦਾ ਭਾਈ ਨਿਕਲਿਆ। ਉਹ ਕਹਿੰਦਾ ਸਿੱਧੂ ਸਾਹਿਬ, 16-17 ਸਾਲ ਦੀ ਕੁੜੀ ਛੋਟੀ, ਕਹਿੰਦਾ ਸਿੱਧੂ ਸਾਹਿਬ ਤੁਹਾਡਾ ਘਰ ਆਏ, ਕਹਿੰਦਾ ਬੱਚੀ ਨੂੰ ਸੰਭਾਲਿਓ, ਹਾਰਟ ਅਟੈਕ ਹੋ ਗਿਆ। ਪਾਪਾ ਜੀ ਨੂੰ ਹਾਰਟ ਅਟੈਕ ਹੋ ਗਿਆ, ਸਾਂਝ ਮਾਰ। ਮੈਂ ਕਿਹਾ ਯਾਰ ਲਿਓ, ਮੈਂ ਬੇਟਾ ਚੱਲ ਅੰਦਰ। ਮੈਂ ਨੂਨੀ ਨੂੰ ਕਿਹਾ, ਮੈਂ ਇਹਨੂੰ ਹਲਦੀ ਦਾ ਦੁੱਧ ਪਿਆ, ਬੱਚਾ ਘਬਰਾ ਜਾਊਗਾ। ਮੈਂ ਜੀ ਗੱਡੀਆਂ ਗੁੱਡੀਆਂ ਕਢਾਈਆਂ, ਮੈਂ ਕਿਹਾ ਚਲੋ ਮਗਰ ਲਾਓ। ਉਹ ਜਾਂਦਾ ਮਤਲਬ ਸਕਾਟ ਹਸਪੀਟਲ ਪਹੁੰਚ ਗਿਆ। ਉੱਥੇ ਉਹ ਫਟਾਫਟ ਇਲਾਜ ਲੂਜਾ ਹੋਇਆ, ਉਹ ਸਾਹ ਸੂਹ ਜਿਹਾ ਠੀਕ ਆਉਣ ਲੱਗ ਗਿਆ। ਉਹਨੂੰ ਉਹ ਕੁੜੀ ਯਾਦ ਆਈ ਹੋਈ ਤੇ ਮੈਨੂੰ ਕਹਿੰਦੇ ਸੀ ਸਾਹਿਬ ਮੈਂ ਆਪਣੀ ਡਾਕਟਰ ਨੂੰ ਲੈ ਕੇ, ਮੈਂ ਚਲੋ ਉਹ ਨੂਨੀ ਨਾਲ ਬੈਠੀ ਗੱਪਾਂ ਮਾਰ। ਮੈਨੂੰ ਕਹਿੰਦੇ ਸੀ ਸਾਹਿਬ ਥੈਂਕ ਯੂ, ਬਹੁਤ ਬਹੁਤ ਤੁਹਾਡਾ ਸ਼ੁਕਰ। ਮੈਂ ਕਿਹਾ ਛੋਟੇ ਭਾਈ, ਜੇ ਮੈਂ 7 ਜਨਮ ਲੱਗ ਕੇ ਤੇਰਾ ਧੰਨਵਾਦ ਕਰਾਂਗਾ ਤੇ ਮੈਂ ਕਿਹਾ ਮੈਂ ਨਹੀਂ ਕਰ ਸਕਦਾ, ਕਿਉਂਕਿ ਮੈਨੂੰ ਤੂੰ ਸਭ ਕੁਝ ਦੇ ਗਿਆ। ਬਿਲਕੁਲ ਸਭ ਕੁਝ ਦੇ ਗਿਆ ਅੱਜ ਤੂੰ। ਮੈਂ ਕਿਹਾ ਤੂੰ ਨਹੀਂ ਸਮਝਿਆ? ਮੈਂ ਸਮਝ ਲਿਆ। ਮੈਂ ਕਿਹਾ ਤੂੰ ਇਸ ਬੱਚੇ ਨੂੰ ਮੇਰੇ ਘਰੇ ਛੱਡ ਕੇ ਸਾਡੇ ਤੇ ਵਿਸ਼ਵਾਸ ਕਰਕੇ ਗਿਆ ਹੈ। ਮੈਂ ਕਿਹਾ ਇਹ ਮੇਰੀ ਤਾਂ ਜ਼ਿੰਦਗੀ ਦਾ ਸਾਰਾ ਮੈਨੂੰ ਸਿਲਾ ਮਿਲ ਗਿਆ। ਕਈ ਵਾਰ ਛੋਟੀਆਂ ਗੱਲਾਂ ਜਦੋਂ ਮੈਂ ਕਰਦਾ ਇਹ ਗੱਲ, ਮੇਰੀ ਅੱਖ ਭਰਦੀ ਹੈ। ਕਿਉਂ? ਕਿਉਂਕਿ ਇਹ ਵਿਸ਼ਵਾਸ ਹੋਣਾ ਚਾਹੀਦਾ ਹੈ। ਗਾਂਧੀ ਕੋਲ ਉਹਦਾ ਸੀ, ਕੀ ਸੀ ਉਹਦੇ ਕੋਲ? ਭਗਤ ਸਿੰਘ ਦਾ ਘਰ ਦੇਖ, ਬਿਲਡਿੰਗ ਹੈ, ਕੀ ਉਹਦੇ ਕਰਮ ਦੇ। ਸਿੱਧੂ ਸਾਹਿਬ ਜਿਹੜੀਆਂ ਤੁਸੀਂ ਗੱਲਾਂ ਕਹਿ ਰਹੇ ਹੋ, ਜੇ ਬੇਅਦਬੀ ਦਾ ਇਨਸਾਫ ਨਾ ਮਿਲਿਆ, ਗੋਲੀ ਕਾਂਡਾਂ ਦੇ ਇਨਸਾਫ ਨਾ ਮਿਲੇ, ਹੋਰ ਜਿਹੜੇ ਲੋਕਾਂ ਦੇ ਹੱਕੀ ਉਹਨਾਂ ਨੂੰ ਨਾ ਇਨਸਾਫ ਨਾ ਮਿਲੇ, ਤਾਂ ਫਿਰ ਸਿੱਧੂ ਸਾਹਿਬ ਕੀ ਕਰਨਗੇ? ਇੱਕ ਗੱਲ ਨੂੰ ਸੁਣ, ਸਿੱਧੂ ਸਾਹਿਬ ਨੇ ਕਹਿਣਾ ਲੋਕ ਕਰਨਗੇ, ਮਾਂਜ ਦੇਣਗੇ। ਇਹ ਗੱਲ ਨੂੰ ਸੁਣ, ਤਾਕਤ ਕਿਹਦੇ ਕੋਲ ਹੈ? ਮੈਂ ਇੱਕ ਗੱਲ ਕਰਦਾ ਹੁੰਦਾ, ਮੇਰਾ ਪਿਓ ਨੂੰ ਭਾਈ ਕੁਲੀਨ ਤੰਤਰ ਜਾਣਦਾ। ਕਿਸੇ ਕੁਲੀਨ ਤੰਤਰ ਜਾਣਦੇ ਹੋ? ਰਾਣੀ ਦੇ ਪੇਟ 'ਚੋਂ ਰਾਜਾ ਪੈਦਾ ਹੁੰਦਾ। ਲੂਲਾ, ਲੰਗੜਾ, ਧ੍ਰਿਤਰਾਸ਼ਟਰ ਰਾਜਾ, ਕੋਈ ਕ੍ਰਾਈਟੇਰੀਆ ਵੀ ਰਾਣੀ ਨੇ ਜਨਮ ਦਿੱਤਾ ਇਸ ਕਰਕੇ ਉਹ ਰਾਜਾ ਹੈ। ਫਿਰ ਰਾਜਤੰਤਰ ਆ ਗਿਆ, ਜਿਹਦੇ ਡੋਲੇ ਤਗੜੇ, ਅਸ਼ਵਮੇਧ ਯੱਗ ਹੁੰਦਾ, ਘੋੜਾ ਭਜਾਉਂਦੇ, ਸੈਨਾ ਪਿੱਛੇ ਹੁੰਦੀ ਸੀ, ਜਿਹੜਾ ਤਗੜਾ ਕਿਰਪਾਨਾਂ ਠਾਂ ਕਿਤੇ ਉਹ ਰਾਜਾ। ਇਹ ਲੋਕਤੰਤਰ ਹੈ। ਇੱਥੇ ਲੋਕ ਰਾਜਾ ਬਣਾਉਂਦੇ, ਫਿਰ ਲੋਕ ਰੰਕ ਵੀ ਬਣਾਉਂਦੇ, ਪਰ ਲੋਕ ਉਹੀ ਲੋਕ। ਦੇਖੋ ਮੇਰਾ ਵਿਸ਼ਵਾਸ ਤਾਂ ਟੁੱਟੂਗਾ ਨਹੀਂ, ਕਦੇ ਵੀ ਨਹੀਂ ਟੁੱਟੂਗਾ, ਕਿਉਂਕਿ ਮੇਰੇ ਕੋਲ ਖੋਣ ਨੂੰ ਹੈ ਹੀ ਕੁਛ ਨਹੀਂ, ਮੇਰੇ ਕੋਲ ਤਾਂ ਪਾਣ ਨੂੰ ਹੈ। ਅਗਰ ਮੈਂ ਪੰਜਾਬ ਦੇ ਲੋਕਾਂ ਦੀ ਜ਼ਿੰਦਗੀ ਨੂੰ ਇੰਨਾ ਕੁ ਵੀ ਤਬਦੀਲ ਕਰਦਾ ਬਿਹਤਰੀ ਲਈ, ਮੈਂ ਸਭ ਕੁਝ ਪਾ ਲਿਆ। ਮੇਰੇ ਤਾਂ ਗੋਲ ਹੀ ਹੈ ਛਾਤੀ ਠੋਕ ਕੇ ਕਹਿਣਾ
ਇਹ ਹੋਣਾ ਹੈ। ਵੇਖ ਮੇਰੀ ਗੱਲ ਨੂੰ ਸੁਣਾ, ਇਹ ਗੁਰੂ ਦੇ ਇਨਸਾਫ ਦੀ ਹੁਣੇ ਦੇਖੋ, ਗੁਰੂ ਦੇ ਇਨਸਾਫ ਦਾ ਐਵੀਡੈਂਸ ਇਹਨਾਂ ਨੇ ਇੰਨਾ ਵੀਕ ਕਰਤਾ, ਇੰਨਾ ਕਮਜ਼ੋਰ ਕਰਤਾ। ਕਚਹਿਰੀਆਂ ਦੇ ਵਿੱਚ ਤੀਜੀ ਵਾਰ ਬਣੀ ਹੋਈ ਸਿੱਟ ਦਾ ਐਵੀਡੈਂਸ ਹਾਈ ਕੋਰਟ 'ਚੋਂ ਰਿਜੈਕਟ ਹੋਇਆ ਐਵੀਡੈਂਸ, ਠੀਕ ਹੈ, ਸੁਪਰੀਮ ਕੋਰਟ ਜਾ ਸਕਦੇ ਹੋ, ਕਰ ਸਕਦੇ ਹੋ। ਜਦੋਂ ਆਪਣੇ ਤੇ ਆਉਂਦੀ ਹੈ ਤਾਂ ਅਗਲੇ ਦਿਨ ਹੀ ਚਲੇ ਜਾਂਦੇ ਹੋ, 3 ਘੰਟੇ ਨਹੀਂ ਪੈਣ ਦਿੰਦੇ, ਠੀਕ ਹੈ ਨਹੀਂ, ਜਾਣਾ ਚਾਹੀਦਾ। ਕੁਝ ਵੀ ਹੋ ਸਕਦਾ, ਲੇਕਿਨ ਕਮਜ਼ੋਰੀ ਹੈ ਇਸ ਐਵੀਡੈਂਸ ਦੇ ਵਿੱਚ, 100% ਕਮਜ਼ੋਰੀ ਹੈ ਕੋਰਟ ਦੇ ਵਿੱਚ। ਇਹ ਕਮਜ਼ੋਰੀ ਹੁਣ 4.5 ਸਾਲ ਬਾਅਦ ਡੁੱਲੇ ਬੇਰਾਂ ਦਾ ਕੁਝ ਨਹੀਂ ਵਿਗੜਿਆ, ਸਾਰੇ ਕੰਮ ਕਰਦੇ ਨੇ, ਸਾਰੇ ਕੰਮ। ਜਦੋਂ 4.5 ਸਾਲਾਂ 'ਚ ਨਹੀਂ ਹੋਏ ਤੇ ਮੈਨੂੰ ਦੱਸਣਾ 4 ਮਹੀਨਿਆਂ ਦੇ ਵਿੱਚ ਇਹ ਐਕਸਪੈਕਟ ਕਰਨਾ। ਸੋ ਇਸ ਕਰਕੇ ਮੈਨੂੰ ਇਹ ਲੱਗਦਾ ਹੈ ਕਿ ਜੇ ਲੋਕਾਂ ਦਾ ਵਿਸ਼ਵਾਸ ਜਿੱਤਣਾ ਹੈ, ਕੋਈ ਰੋਡ ਮੈਪ ਹੋਵੇ, ਕੋਈ ਵਿਸ਼ਵਾਸ ਜਿੱਤਣ ਦਾ ਕੋਈ ਪਲਾਨ ਹੋਵੇ, ਇਹ ਤਾਂ ਹੀ ਹੋ ਸਕਦਾ ਨਾ। ਕਿ ਕੋਈ ਮੇਰੇ ਕੋਲ ਤੇ ਕੋਈ ਹੈ ਨਹੀਂ, ਸਮਝਿਆ ਵੀ ਤੁਸੀਂ ਲੋਕਾਂ ਨਾਲ ਬਾਰ-ਬਾਰ ਬੇਵਕੂਫ ਬਣਾਈ ਜਾਓ। ਸਰ ਫਿਰ ਇਹੋ ਜਿਹੀ ਇੱਛਾ ਸ਼ਕਤੀ, ਕੰਮ ਕਰਨ ਚਾਹ, ਰੁਚੀ, ਇਹੋ ਜਿਹਾ ਜਿਹੜਾ ਚੱਲ ਰਿਹਾ ਰਾਜ ਪਾਠ ਜੋ ਸਾਹਮਣੇ ਆਪਾਂ ਦੇਖ ਰਹੇ ਹਾਂ, ਇਹਦੇ ਵਿੱਚ ਨਵਜੋਤ ਸਿੱਧੂ ਸਾਡੇ ਦਰਸ਼ਕਾਂ ਨੂੰ ਜਾਂ ਪੰਜਾਬ ਦੇ ਲੋਕਾਂ ਨੂੰ ਅਖੀਰ ਦੇ ਵਿੱਚ ਕੀ ਸੰਦੇਸ਼ ਦੇਣਾ? ਲਓ, ਮ੍ਰਿਤ ਅਤੀਤ ਨੂੰ ਦਫਨਾ ਦਿਓ, ਅਨੰਤ ਭਵਿੱਖ ਤੁਹਾਡੇ ਸਾਹਮਣੇ ਖੜਾ ਹੈ। ਲੇਕਿਨ ਯਾਦ ਰਹੇ ਕਿ ਤੁਹਾਡਾ ਹਰ ਸ਼ਬਦ, ਤੁਹਾਡਾ ਹਰ ਕਰਮ, ਤੁਹਾਡਾ ਹਰ ਵਿਚਾਰ ਤੁਹਾਡੇ ਭਵਿੱਖ ਦਾ ਨਿਰਮਾਣ ਕਰੇਗਾ। ਜਦੋਂ ਕੋਈ 2000 ਰੁਪਏ ਦੇ ਵਿੱਚ ਆਪਣੇ ਅਧਿਕਾਰ ਕਿਸੇ ਨੂੰ ਦੇ ਦਿੰਦਾ ਹੈ, ਦਾਰੂ ਪੀਤੀ ਰਾਤ ਨੂੰ ਤੇ ਕਿਹਾ ਵੋਟ ਪਾ ਦੇ, ਉਹਨੂੰ ਇਹ ਨਹੀਂ ਪਤਾ ਵੀ ਕੀ ਦੇ ਰਿਹਾ ਉਹ। ਹਿਊਮਨ ਰਾਈਟਸ, ਇਸ ਕਰਕੇ ਨਿਰਮਾਣ ਤੁਸੀਂ ਕਰਨਾ ਹੈ। ਪੰਜਾਬ ਦਾ ਭਵਿੱਖ ਉਸ ਵੋਟ ਤੇ ਨਿਰਭਰ ਕਰਦਾ ਹੈ, ਬਿਲਕੁਲ, ਵੀ ਕਿਹਨੂੰ ਪੈਂਦੀ ਹੈ। ਔਰ ਉਹ ਵੋਟ ਅਗਰ ਸਹੀ ਥਾਂ ਤੇ ਪੈ ਗਈ, ਪਿਰਾਮਿਡ ਹੁੰਦਾ, ਪਿਰਾਮਿਡ ਇਦਾਂ ਆ ਪਿਰਾਮਿਡ ਹੁੰਦਾ, ਇਹ ਪਿਰਾਮਿਡ ਦੇ ਉੱਤੇ ਸਹੀ ਬੰਦਾ ਬਾਤਾ ਤੇ ਐ ਆਉ ਤੱਕ ਥਰ ਕਰਦੀ ਲੋਕਾਂ ਕੋਲ। ਇਹੀ ਲੋਕ ਕਹਿੰਦੇ ਆ ਕਿ ਸੰਵਿਧਾਨ ਕਹਿੰਦਾ ਕਿ ਲੋਕਾਂ ਦੀ ਤਾਕਤ ਲੋਕਾਂ ਕੋਲ ਵਾਪਸ ਮੁੜੇ, ਉਹਨਾਂ ਨੂੰ ਹਿੱਸੇਦਾਰ ਬਣਾਈਏ, ਉਹਨਾਂ ਨੂੰ ਸ਼ੇਅਰ ਹੋਲਡਰ ਬਣਾਈਏ, ਉਹਨਾਂ ਨੂੰ ਭਾਗੀਦਾਰ ਬਣਾਈਏ। ਲਓ ਇੱਥੇ ਆਪਾਂ ਗੱਲ ਖਤਮ ਕਰ। ਆਖਰੀ ਸਵਾਲ, ਦਿੱਲੀ ਦਾ ਬੁਲਾਵਾ ਆਇਆ ਕਿ ਨਹੀਂ? ਵੇਖੋ, ਜਿਹੜੀ ਹੈ 20 ਵਾਲੀ ਜਿਹੜੀ ਨਿਊਜ਼ ਨੇ ਜਲਦੀ ਸੀ, ਫੇਕ ਨਿਊਜ਼ ਹੈ। ਕੈਪਟਨ ਅਮਰਿੰਦਰ ਸਿੰਘ ਚਲੇ ਗਏ, ਤੁਹਾਨੂੰ ਉਹ ਦੇਖੋ ਉਦੋਂ ਬਾਅਦ 10-12 ਬੰਦਿਆਂ ਨੂੰ ਬੁਲਾਇਆ, ਜਦੋਂ ਜਿਹਨੂੰ ਬੁਲਾਊ, ਪਾਰਟੀ ਹਾਈ ਕਮਾਂਡ ਸੁਪਰੀਮ ਹੈ, ਸਮਝੇ ਨਹੀਂ ਮੇਰੀ ਗੱਲ, ਜਿਹਨੂੰ ਮਰਜ਼ੀ ਬੁਲਾਵੇ ਜਾਣਾ ਪਊ। ਬੌਸ ਹਮੇਸ਼ਾ ਮਤਲਬ ਬੌਸ ਦੀ ਸੁਣਨੀ ਪੈਂਦੀ ਹੈ। ਮੇਰਾ ਫਾਦਰ MLA ਹੁੰਦਾ ਸੀ ਤੇ ਪੰਡਿਤ ਜਵਾਹਰ ਲਾਲ ਨਹਿਰੂ ਆਏ, ਉਹਨਾਂ ਨੇ ਸਰਦਾਰ ਪ੍ਰਤਾਪ ਸਿੰਘ ਗਹਿਰੂ ਨੂੰ ਕਿਹਾ ਵੀ ਵਰਕਰ ਦੇ ਘਰੇ ਖਾਣਾ ਰੱਖੀ, ਹਾਂਜੀ। ਉਹ ਵਰਕਰ ਦੇ ਘਰੇ ਰੱਖੂਗਾ, ਪੰਡਿਤ ਜੀ ਆ ਰਹੇ ਆ, ਉਹਨੇ ਭਾਈ DC ਦੇ ਘਰੇ ਖਾਣਾ ਰੱਖਿਆ। ਪੰਡਿਤ ਜਵਾਹਰ ਲਾਲ ਨਹਿਰੂ DC ਦਾ ਕੀ ਹੈ, ਉਹ ਔਖੇ ਹੋ ਗਏ, ਉਹ ਧੱਕਾ ਮਾਰਿਆ ਤੇ ਕੈਰੋਂ ਸਾਹਿਬ ਦੀ ਪੱਗ ਹਿੱਲ ਗਈ ਥੋੜੀ। ਮੇਰਾ ਫਾਦਰ ਕਹਿੰਦਾ ਸਰ ਬੇਇੱਜ਼ਤੀ ਹੋ ਗਈ, ਕਹਿੰਦਾ ਗੱਲ ਸੁਣੋ ਸਰ, ਜੇ ਮੈਂ ਇਸ ਇੱਕ ਦੀ ਸੁਣਦਾ ਨਾ ਤੇ ਮੈਂ ਲੱਖਾਂ ਨੂੰ ਸੁਣਾਉਣਾ, ਮੇਰੀ ਇੱਕ ਦੀ ਨਾ ਸੁਣਾ ਤੇ ਮੇਰੀ ਕੋਈ ਨਾ ਸੁਣਾ। ਹਰੇਕ ਦਾ ਕੋਈ ਬੌਸ ਹੁੰਦਾ ਛੋਟੇ ਪਰ, ਔਰ ਉਸ ਬੌਸ ਨੂੰ ਬੰਦੇ ਨੂੰ ਇੱਜ਼ਤ ਦੇਣੀ ਪੈਂਦੀ ਹੈ। ਅਸੀਂ ਇੱਜ਼ਤ ਕਰਦੇ ਹਾਂ, ਮੈਂ ਇੱਜ਼ਤ ਕਰ, ਨੇਕ ਲੋਕ ਨਹੀਂ, ਮੈਂ ਉਹਨਾਂ ਦੀ ਇੱਜ਼ਤ ਕਰਦਾ। ਇਸ ਕਰਕੇ ਜਿਹੜਾ ਮੇਰੇ ਕਿਰਦਾਰ ਨੂੰ ਸਮਝਦਾ ਉਹ ਮੈਨੂੰ ਸਮਝੂ, ਤੇ ਜਿਹਨੇ ਸ਼ੁਰਲੀਆਂ ਨੂੰ ਸਮਝਣਾ ਉਹ ਸਮਝੀ ਜਾਵੇ। ਮੈਂ ਕਦੇ ਪ੍ਰਮਾਣ ਨਹੀਂ ਦਿੰਦਾ, ਪ੍ਰੂਫ ਨਹੀਂ ਦਿੰਦਾ। ਪ੍ਰੂਫ ਦੇਣਾ ਜਿਹੜਾ ਉਹ ਤੁੱਛ ਹੁੰਦਾ ਬੰਦਾ, ਬਿਲਕੁਲ। ਕੱਲ ਨੂੰ ਸਮਝ ਲੈ, ਬੰਦੇ ਦੀ ਜ਼ਿੰਦਗੀ ਪ੍ਰੂਫ ਹੋਣੀ ਚਾਹੀਦੀ ਹੈ। ਜਿਹੜੇ ਮੈਨੂੰ ਸਮਝਦੇ ਆ ਉਹਨੂੰ ਪਤਾ ਹੈ, ਉਹਨੂੰ ਪਤਾ ਹੈ, ਮੈਨੂੰ ਕੁਝ ਕਹਿਣ ਦੀ ਲੋੜ ਨਹੀਂ। ਇਸ ਕਰਕੇ ਤੁਸੀਂ ਆਏ, ਮੈਨੂੰ ਬਹੁਤ ਚੰਗਾ ਲੱਗਿਆ, ਦਿਲੋਂ ਖੁਸ਼ੀ ਹੈ। ਇਹ ਅਲੱਗ ਇੰਟਰਵਿਊ ਹੈ, ਇਹ ਨਵਜੋਤ ਸਿੱਧੂ ਦਾ ਵੀ ਇੱਕ ਅਲੱਗ ਰੂਪ ਹੈ, ਇਹ ਠਰਮੇ ਵਾਲੀ ਬਿਲਕੁਲ ਇੰਟਰਵਿਊ ਹੈ। ਔਰ ਜਿੱਥੇ ਆਪਣਾਪਨ ਹੁੰਦਾ ਉੱਥੇ ਇਹ ਜਿਹੀ ਇੰਟਰਵਿਊ ਜ਼ਰੂਰ ਹੁੰਦੀ ਹੈ। ਇਹ ਵਿਸ਼ਵਾਸ ਦੀ ਗੱਲ, ਇਹੀ ਵਿਸ਼ਵਾਸ। ਹਰ ਬੰਦਾ ਅਲੱਗ ਹੈ, 2 ਫਿੰਗਰਪ੍ਰਿੰਟ ਇੱਕੋ ਜਿਹੇ ਨਹੀਂ ਹੁੰਦੇ। ਇਸ ਕਰਕੇ ਕਦੇ ਵੀ ਕਿਸੇ ਦੀ ਇਮੀਟੇਸ਼ਨ ਕਰਨ ਦੀ ਲੋੜ ਨਹੀਂ, ਕਿਸੇ ਨੂੰ ਕਾਪੀ ਕਰਨ ਦੀ ਲੋੜ ਨਹੀਂ, ਕਿਉਂਕਿ ਬੰਦਾ ਆਪਦੀ ਇੰਡੀਵਿਜੂਅਲਿਟੀ ਖੁਦ ਹੁੰਦਾ। ਬਿਲਕੁਲ, ਹਰ ਬੰਦਾ ਪੱਖ ਰੱਖੇ, ਸਹੀ ਤਰੀਕੇ ਨਾਲ ਇਲੈਕਸ਼ਨ ਲੜੀਏ, ਪੱਖ ਰੱਖੀਏ। ਕੋਈ ਕਿਸੇ ਦਾ ਆਪਸੀ ਵੈਰ ਥੋੜਾ ਨਾ ਵੀ ਗਾਲਾਂ ਕੱਢੀ ਜਾਓ, ਇੱਕ ਦੂਜੇ ਦਾ ਲਾਂਛਨ ਲਾਈ ਜਾਓ, ਡਾਇਵਰਟ ਕਰੀ ਜਾਓ, ਮੁੱਦਿਆਂ ਤੋਂ ਭਟਕਾਈ ਜਾਓ। ਮੁੱਦਿਆਂ ਦੀ ਗੱਲ ਕਰੀਏ ਤੇ ਜੋ ਪੰਜਾਬ ਦੇ ਲੋਕਾਂ ਦਾ ਫੈਸਲਾ ਹੋਵੇ, ਰੱਬ ਦਾ ਫੈਸਲਾ ਮੰਨੀਏ। ਬਿਲਕੁਲ ਦਾ ਬਹੁਤ ਬਹੁਤ ਸ਼ੁਕਰੀਆ। ਸਿੱਧੂ ਸਾਹਿਬ, ਤੁਸੀਂ ਆਪਣਾ ਕੀਮਤੀ ਸਮਾਂ ਦਿੱਤਾ, ਤੁਹਾਡਾ ਬਹੁਤ ਬਹੁਤ ਧੰਨਵਾਦ। ਥੈਂਕ ਯੂ ਛੋਟੇ ਵੀਰ, ਗੋਡ ਬਲੈਸ ਯੂ।
ਥੈਂਕ ਯੂ। ਤਾਂ ਇਹ ਸਨ ਸਰਦਾਰ ਨਵਜੋਤ ਸਿੰਘ ਸਿੱਧੂ, ਜਿਨ੍ਹਾਂ ਨੇ ਸਾਡੇ ਨਾਲ ਇਸ ਇੰਟਰਵਿਊ ਦੇ ਵਿੱਚ ਪੰਜਾਬ ਦੇ ਹਰ ਮੁੱਦੇ ਤੇ ਬੇਬਾਕੀ ਦੇ ਨਾਲ ਜਵਾਬ ਦਿੱਤਾ ਹੈ। ਉਮੀਦ ਕਰਦੇ ਹਾਂ ਕਿ ਸਿੱਧੂ ਸਾਹਿਬ ਦੀ ਇਸ ਇੰਟਰਵਿਊ ਦੇ ਵਿੱਚੋਂ ਤੁਹਾਨੂੰ ਹਰ ਸਵਾਲ ਦਾ ਜਵਾਬ ਮਿਲਿਆ ਹੋਊਗਾ ਤੇ ਤੁਸੀਂ ਇਸ ਇੰਟਰਵਿਊ ਨੂੰ ਪਸੰਦ ਵੀ ਕਰੋਗੇ। ਧੰਨਵਾਦ।